ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਤੇ ਹੁਣ ਤਾਂ ਵੋਟਾਂ ਤੋਂ ਵੀ ਸਾਰੇ ਵਿਹਲੇ ਹੋ ਚੁੱਕੇ ਹੋ। ਜਿੰਨਾ ਕਿ ਇਹਨਾਂ ਦਿਨਾਂ ਦੇ ਵਿੱਚ ਪੋਲੀਟੀਸ਼ੀਅਨਸ ਬਿਜ਼ੀ ਸੀਗੇ ਉਹਨਾਂ ਲੋਕ ਵੀ ਹੋਣਗੇ, ਕਿਉਂਕਿ ਜ਼ਾਹਿਰ ਜੀ ਗੱਲ ਹੈ ਜੋੜ ਤੋੜ ਕਰਨ ਦੇ ਵਿੱਚ ਕਾਫੀ ਜ਼ਿਆਦਾ ਸਮਾਂ ਲੱਗਦਾ ਹੈ। ਜਿੰਨੇ ਵਾਅਦੇ ਕੀਤੇ ਜਾਂਦੇ ਨੇ ਉਹਨਾਂ ਨੂੰ ਸਮਝਣ 'ਚ, ਸੋਚ ਵਿਚਾਰ ਕਰਨ ਦੇ ਵਿੱਚ ਤੁਹਾਡੀ ਵੀ ਐਨਰਜੀ ਖੂਬ ਸਾਰੀ ਗਈ ਹੋਣੀ ਹੈ। ਸੋ ਵੋਟਾਂ ਤਾਂ ਖੈਰ ਹੁਣ ਪੈ ਗਈਆਂ ਤੇ ਸਰਕਾਰ ਜਿਹੜੀ ਹੈ ਉਹ ਵੀ ਹੁਣ ਬਣਨ ਜਾ ਰਹੀ ਹੈ। ਲਿਬਰਲ ਫਿਰ ਤੋਂ ਅੱਗੇ ਆ ਗਏ ਨੇ, ਬਾਕੀ ਪਾਰਟੀਆਂ ਦਾ ਹਾਲ ਸਾਡੇ ਸਾਰਿਆਂ ਕੋਲ ਹੈ ਹੀ ਹੈ। ਕੰਜ਼ਰਵੇਟਿਵ ਦੌੜ ਦੇ ਵਿੱਚ ਸੀਗੀ, ਪਰ ਕਾਫੀ ਹੱਦ ਤੱਕ ਜਿਹੜੇ ਨਤੀਜੇ ਨੇ ਉਹ ਕੋਈ ਬਹੁਤ ਵਾਓ ਸਿਚੁਏਸ਼ਨ ਵਾਲੇ ਅਸੀਂ ਨਹੀਂ ਕਹਿ ਸਕਦੇ ਜਿੰਨੀ ਉਮੀਦ ਕੀਤੀ ਜਾ ਰਹੀ ਸੀਗੀ ਵੀ ਕੋਵਿਡ ਦੌਰਾਨ ਜਿਸ ਤਰੀਕੇ ਨਾਲ ਪਹਿਲਾਂ ਚੋਣਾਂ ਅਨਾਊਂਸ ਹੋਈਆਂ ਨੇ ਤਾਂ ਕੁਝ ਬਹੁਤ ਜ਼ਿਆਦਾ ਅਲੱਗ ਹੋਣ ਵਾਲਾ ਹੈ। ਬਹੁਤ ਹੀ ਹਿਸਟਰੀ ਕੋਈ ਇੱਦਾਂ ਦੀ ਜਿਹੜੀ ਹੈ ਉਹ ਹੋ ਸਕਦੀ ਹੈ ਹੈਗੀ ਹੈ, ਪਰ ਇੱਦਾਂ ਦਾ ਕੁਝ ਦੇਖਣ ਨੂੰ ਨਹੀਂ ਮਿਲਿਆ। ਤਕਰੀਬਨ ਜਿਹੜੀ ਹੈ ਸਿਚੁਏਸ਼ਨ ਪਿੱਛੇ ਵਾਲੀ ਹੀ ਰਹੀ, ਕੁਝ ਜ਼ਿਆਦਾ ਫਰਕ ਨਹੀਂ ਪਿਆ। ਪਰ ਇਹ ਗੱਲਾਂ ਬਾਅਦ ਦੇ ਵਿੱਚ ਜ਼ਰੂਰ ਹੋ ਰਹੀਆਂ ਨੇ ਕਿ ਜਿੰਨਾ ਪੈਸਾ ਇਲੈਕਸ਼ਨਸ ਦੇ ਵੋਟ ਅਨਾਊਂਸ ਕਰਨ ਦੇ ਉੱਤੇ ਲਗਾਇਆ ਗਿਆ ਉਹ ਪੈਸਾ ਵੇਸਟ ਹੋ ਗਿਆ, ਵਾਧੂ ਦਾ ਬੋਝ ਪਿਆ ਔਰ ਸਰਕਾਰ ਜਿਹੜੀ ਆ ਉਹ ਫਿਰ ਵੀ ਜਿਹੜੀ ਹੈ ਮਾਈਨੋਰਿਟੀ ਦੇ ਨਾਲ ਹੀ ਹੈ ਬਣਨੀ ਹੈ। ਸੋ ਇਹਨਾਂ ਸਾਰੀਆਂ ਤਮਾਮ ਗੱਲਾਂ ਦੇ ਉੱਤੇ ਗੱਲਬਾਤ ਕਰਾਂਗੇ। ਹੁਣ ਤਾਂ ਸਿਆਸਤਦਾਨ ਜਿਹੜੇ ਨੇ ਉਹ ਵੀ ਫ੍ਰੀ ਹੋ ਗਏ ਨੇ, ਪਰ ਇਹ ਚੰਗੀ ਗੱਲ ਹੈ। ਸਾਨੂੰ ਇੱਦਾਂ ਲੱਗ ਰਿਹਾ ਸੀਗਾ ਕਿ ਸ਼ਾਇਦ ਇਲੈਕਸ਼ਨਸ ਤੋਂ ਬਾਅਦ ਜਦੋਂ ਅਸੀਂ ਪੋਲੀਟੀਸ਼ੀਅਨਸ ਨੂੰ ਬੁਲਾਵਾਂਗੇ ਵੱਖ-ਵੱਖ ਪਾਰਟੀਆਂ ਦੇ ਤਾਂ ਉਹਨਾਂ ਕੋਲ ਇੰਨਾ ਸਮਾਂ ਨਹੀਂ ਹੋਏਗਾ ਕਿਉਂਕਿ ਹੁਣ ਇਲੈਕਸ਼ਨਸ ਹੋ ਗਈ। ਪਰ ਜਦੋਂ ਅਸੀਂ ਕਈ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਤਾਂ ਉਹ ਸ਼ੋਅ ਦੇ ਵਿੱਚ ਆਉਣ ਲਈ ਤਿਆਰ ਸੀ ਔਰ ਗੱਲਬਾਤ ਕਰਨ ਲਈ ਵੀ ਤਿਆਰ ਸੀ। ਸਪੈਸ਼ਲੀ ਸਰੀ ਨਿਊਟਨ ਤੋਂ ਅਸੀਂ ਗੱਲ ਕਰਨ ਜਾ ਰਹੇ ਹਾਂ, ਸੁਖ ਧਾਲੀਵਾਲ ਜੀ ਜਿਨ੍ਹਾਂ ਨੂੰ ਹਮੇਸ਼ਾ ਕਾਲ ਕੀਤੀ ਜਾਂਦੀ ਹੈ, ਸਟੂਡੀਓ 'ਚ ਬੁਲਾਇਆ ਜਾਂਦਾ ਹੈ ਤਾਂ ਉਹ ਹਮੇਸ਼ਾ ਤਿਆਰ ਰਹਿੰਦੇ ਨੇ। ਤਾਂ ਜਦੋਂ ਉਹਨਾਂ ਨੂੰ ਕਿਹਾ ਵੀ ਧਾਲੀਵਾਲ ਜੀ ਹੁਣ ਸਮਾਂ ਕੱਢੋ ਥੋੜ੍ਹਾ ਜਿਹਾ ਤੇ ਸਟੂਡੀਓ 'ਚ ਆਓ ਗੱਲਾਂ ਬਾਤਾਂ ਕਰੀਏ ਤਾਂ ਉਹਨਾਂ ਨੇ ਤੁਰੰਤ ਹਾਂ ਕੀਤੀ ਤੇ ਅੱਜ ਸਟੂਡੀਓ ਦੇ ਵਿੱਚ ਸਾਡੇ ਨਾਲ ਬੈਠੇ ਹੋਏ ਨੇ। ਆਪਣੀ ਰਾਈਡਿੰਗ ਤੋਂ ਜਿੱਤ ਚੁੱਕੇ ਨੇ, ਲੋਕਾਂ ਨੇ ਫਿਰ ਤੋਂ ਉਹਨਾਂ ਨੂੰ ਫਤਵਾ ਜਿਹੜਾ ਉਹ ਜਾਰੀ ਕਰ ਦਿੱਤਾ ਹੈ। ਸੋ ਇਸ ਦੇ ਉੱਤੇ ਹੀ ਅਸੀਂ ਤਮਾਮ ਗੱਲਾਂ ਅੱਜ ਉਹਨਾਂ ਦੇ ਨਾਲ ਕਰਾਂਗੇ ਔਰ ਜਿਹੜੇ ਕਾਲਰਸ ਕਾਲ ਕਰਨਾ ਚਾਹੁੰਦੇ ਨੇ ਸੁਖ ਧਾਲੀਵਾਲ ਜੀ ਨੂੰ ਥੈਂਕਸ ਕਰਨਾ ਚਾਹੁੰਦੇ ਨੇ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੰਗਰੈਚੁਲੇਸ਼ਨਸ ਕਰਨਾ ਚਾਹੁੰਦੇ ਹੋ ਔਰ ਹੋਰ ਤਮਾਮ ਗੱਲਾਂ ਜਿਹੜੀਆਂ ਤੁਹਾਡੇ ਜ਼ਹਿਨ ਦੇ ਵਿੱਚ ਨੇ ਉਹ ਕਰਨਾ ਚਾਹੁੰਦੇ ਹੋ ਤੇ ਕਾਲ ਵੀ ਕਰ ਸਕਦੇ ਹੋ। ਔਰ ਸਪੈਸ਼ਲੀ ਇੱਕ ਵੱਡੀ ਅਨਾਊਂਸਮੈਂਟ ਜਿਸ ਦਾ ਅਸੀਂ ਸਾਰੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀਗੇ ਉਹ ਸੀਗਾ ਕਿ ਡਾਇਰੈਕਟ ਜਿਹੜੀਆਂ ਫਲਾਈਟਸ ਨੇ ਉਹ ਸ਼ੁਰੂ ਹੋ ਜਾਣ ਕੈਨੇਡਾ ਤੋਂ ਇੰਡੀਆ ਤੱਕ ਦੇ ਲਈ। ਉਹ ਜਲਦੀ ਹੀ ਸ਼ੁਰੂ ਹੋਣ ਜਾ ਰਹੀਆਂ ਨੇ। ਉਹਨਾਂ ਦੇ ਲਈ ਹੁਣ ਸਾਰਾ ਜਿਹੜਾ ਪ੍ਰੋਸੈਸ ਚੱਲ ਰਿਹਾ ਉਸ ਪ੍ਰੋਸੈਸ ਦੇ ਵਿੱਚ ਕੀ ਕੁਝ ਹੋਏਗਾ, ਕਿਹਨਾਂ ਲਈ ਸ਼ੁਰੂ ਕੀਤੀਆਂ ਜਾ ਰਹੀਆਂ ਨੇ, ਹੋਰ ਅੱਗੇ ਕੀ ਹੋਣ ਜਾ ਰਿਹਾ, ਇਹਨਾਂ ਤਮਾਮ ਜਿਹੜੀਆਂ ਗੱਲਾਂ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ। ਸੁਖ ਧਾਲੀਵਾਲ ਜੀ ਸਾਡੇ ਨਾਲ ਜੁੜੇ ਹੋਏ ਨੇ। ਸੁਖ ਧਾਲੀਵਾਲ ਜੀ, ਅੱਜ ਮੈਂ ਹੁਣ ਕਹਿਣਾ ਕਿ MP ਸੁਖ ਧਾਲੀਵਾਲ ਜੀ ਦਾ ਦ ਮਾਰਨਿੰਗ ਸ਼ੋਅ 'ਚ ਸਵਾਗਤ ਹੈ। MP ਇਲੈਕਟ ਜੀ ਜਿਹਦੇ ਸਹੁੰ ਚੱਕਦੇ। ਬਿਲਕੁਲ, ਸਾਨੂੰ ਪਹਿਲਾਂ ਧੰਨਵਾਦ ਸ਼ਾਹੀ ਮੇਰੇ ਵੱਲੋਂ ਤੁਹਾਨੂੰ ਔਰ ਚੈਨਲ ਪੰਜਾਬੀ ਦੇ ਸਮੂਹ ਦਰਸ਼ਕਾਂ ਨੂੰ ਬਹੁਤ ਪਿਆਰ ਤੇ ਬਹੁਤ ਸਤਿਕਾਰ ਔਰ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਜਿਹੜਾ ਸੀਗਾ ਉਹ ਸਾਨੂੰ ਅਕਾਊਂਟੇਬਲ ਠਹਿਰਾਉਣ ਲਈ ਇਲੈਕਸ਼ਨ ਦੇ ਦੌਰਾਨ ਜਿਹੜਾ ਸੀ ਸਮੇਂ ਮੁਤਾਬਕ ਉਹ ਲੋਕਾਂ ਦੇ ਨਾਲ ਰੂਬਰੂ ਕੀਤਾ। ਔਰ ਮੈਂ ਸਾਰੇ ਜਿੰਨੇ ਵੀ ਵੋਟਰਸ ਹੈਗੇ ਸਰੀ ਨਿਊਟਨ ਦੇ ਜਿਨ੍ਹਾਂ ਨੇ ਇਸ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਹਿੱਸਾ ਲਿਆ ਔਰ ਪਰਟੀਕੂਲਰਲੀ ਜਦੋਂ ਮੇਰੀ ਸਪੋਰਟ ਵੀ ਕੀਤੀ ਔਰ ਨਾਲ ਹੀ ਜਿਹੜਾ ਹੈਗਾ ਜਿੰਨੇ ਵਲੰਟੀਅਰ ਸੀ, ਕਿਉਂਕਿ ਬਹੁਤ ਵੱਡੀ ਟੀਮ ਆਫ ਵਲੰਟੀਅਰ ਜਿਹੜੀ ਇੰਨੇ ਪੈਸ਼ਨੇਟ ਤਰੀਕੇ ਦੇ ਨਾਲ ਜਿਹੜਾ 35-36 ਦਿਨ ਉਹਨਾਂ ਨੇ ਜੋ ਕੰਮ ਕੀਤਾ, ਚਾਹੇ ਉਹ ਡੋਰ ਨੌਕ ਸੀ, ਚਾਹੇ ਫੋਨ ਕਾਲ ਸੀ, ਚਾਹੇ ਉਹ ਵੋਟਰਸ ਨੂੰ ਕਿਸੇ ਤਰੀਕੇ ਨਾਲ ਕੰਟੈਕਟ ਕਰਨਾ ਸੀ ਜਾਂ ਆਫਿਸ ਦੇ ਵਿੱਚ, ਉਹਨਾਂ ਦਾ ਧੰਨਵਾਦ। ਨਾਲ ਫਿਰ ਸਪੋਰਟਰ ਦਾ ਵੀ, ਕਿਉਂਕਿ ਸਪੋਰਟਰ ਜਿਹੜੇ ਨੇ ਉਹ ਵੀ ਬੜਾ ਵੱਡਾ ਅਹਿਮ ਰੋਲ ਅਦਾ ਕਰਦੇ, ਚਾਹੇ ਉਹ ਜਿਹੜੀ ਆ ਕਿਉਂਕਿ ਫਾਈਨੈਂਸ਼ੀਅਲ ਹੈਲਪ ਆ, ਚਾਹੇ ਉਹ ਮੋਰਲ ਸਪੋਰਟ ਹੈਗੀ ਆ, ਚਾਹੇ ਉਹ ਜਿਹੜੀ ਆ ਹੋਰ ਤਰ੍ਹਾਂ, ਕਿਉਂਕਿ ਇਹ ਸਾਰੇ ਜਿਹੜੇ ਨੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹੈਗਾ। ਸੋ ਸਾਰੇ ਵਲੰਟੀਅਰਸ, ਸਾਰੇ ਵੋਟਰਸ ਦਾ, ਸਾਰੇ ਸਪੋਰਟਰ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਿਹੜਾ ਹੈ ਉਹ ਮੈਨੂੰ ਚਾਂਸ ਦਿੱਤਾ ਔਰ ਸਰੀ ਨਿਊਟਨ ਦੇ ਲੋਕਾਂ ਨੇ ਇੱਕ ਵਾਰ ਫਿਰ ਆਪਦਾ ਨੁਮਾਇੰਦਾ ਜਿਹੜਾ ਉਹ ਚੁਣ ਕੇ ਆਟਵਾ 'ਚ ਭੇਜਿਆ ਲਿਬਰਲ ਪਾਰਟੀ ਲਈ ਔਰ ਫੈਡਰਲੀ ਵੀ ਜਿਹੜਾ ਹੈਗਾ ਉਹ ਫਤਵਾ ਜਸਟਿਨ ਟਰੂਡੋ ਔਰ ਲਿਬਰਲ ਪਾਰਟੀ ਨੂੰ ਜਿਹੜਾ ਲੋਕਾਂ ਨੇ, ਕੈਨੇਡੀਅਨ ਲੋਕਾਂ ਨੇ ਦਿੱਤਾ ਹੈਗਾ। ਬਿਲਕੁਲ। ਸੁਖ ਧਾਲੀਵਾਲ ਜੀ, ਤੁਹਾਡੀ ਰਾਈਡਿੰਗ ਦੇ ਵਿੱਚ ਜਦੋਂ ਕਾਊਂਟਿੰਗ ਚੱਲ ਰਹੀ ਸੀ ਤਾਂ ਸਾਰੇ ਬੜੀ ਇੱਕ ਅਲੱਗ ਤਰ੍ਹਾਂ ਦੀ ਐਕਸਾਈਟਮੈਂਟ ਜੀ ਬਣੀ ਹੋਈ ਸੀਗੀ ਔਰ ਸਪੈਸ਼ਲੀ ਇੱਕ ਚੰਗੀ ਔਰ ਕਹਿ ਸਕਦੇ ਹਾਂ ਕਿ ਸਰੀ ਦੇ ਵਿੱਚ ਜਿੰਨੇ ਵੀ ਲਿਬਰਲ ਰਾਈਡਿੰਗਸ ਦੀ ਅਸੀਂ ਗੱਲ ਕਰ ਲਈਏ ਜਿੱਥੇ ਲਿਬਰਲ ਪਾਰਟੀ ਦੇ ਨੁਮਾਇੰਦੇ ਬੇਸ਼ੱਕ ਜਿੱਤੇ ਨੇ, ਪਰ ਸਭ ਤੋਂ ਜ਼ਿਆਦਾ ਪਰਸੈਂਟੇਜ ਹੈ ਜਿਹੜੀ ਉਹ ਤੁਹਾਡੇ ਖਾਤੇ ਦੇ ਵਿੱਚ ਆਈ ਹੈ। 58 ਦੇ ਕਰੀਬ ਪਰਸੈਂਟੇਜ 'ਤੇ ਤੁਸੀਂ ਪਹੁੰਚੇ ਹੋ। ਬਹੁਤ ਸਾਰੇ ਲੋਕਾਂ ਨੇ ਜਿਹੜੀ ਆ ਉਹ ਵੋਟ ਤੁਹਾਡੇ ਹੱਕ ਦੇ ਵਿੱਚ ਭੁਗਤਾਈ ਹੈ। 19,000 ਦੇ ਕਰੀਬ ਤੁਹਾਨੂੰ ਜਿਹੜੀਆਂ ਵੋਟਾਂ ਪਈਆਂ ਨੇ ਔਰ ਤੁਹਾਡੀ ਬਰਾਬਰੀ ਦੇ ਉੱਤੇ ਜਿਸ ਤਰੀਕੇ ਨਾਲ ਅਮਨੀਤ ਜੋਹਲ ਵੀ ਆਪਣੀ ਪਾਰਟੀ ਦੇ ਵੱਲੋਂ ਵੀ ਸੀਗੇ ਮੈਦਾਨ ਦੇ ਵਿੱਚ, ਉਹਨਾਂ ਨੂੰ 26% ਕੁਛ ਵੋਟਾਂ ਆਈਆਂ ਨੇ। ਮੁਕਾਬਲਾ ਜਿੰਨਾ ਕੁਛ ਸਖਤ ਮੰਨਿਆ ਜਾ ਰਿਹਾ ਸੀਗਾ ਉਸ ਅਕੋਰਡਿੰਗਲੀ ਬੜੀ ਪਰਫਾਰਮੈਂਸ ਜਿਹੜੀ ਆ ਤੁਹਾਡੀ ਵਧੀਆ ਰਹੀ।
तमाम गल्लां हालांकि आले दुआले भी सुनने मिल रही सीगियां, पर फिर भी सैलीब्रेशन की तैयारी तुहाडे वल्लों पहला तो कर ली गई सीगी। सैटिस्फाइड हो, यही उम्मीद लगाई सी भी इंनियां वोटां पै जाणियां, या कुछ होर दिमाग दे विच सीगा तुहाडे, की चल रहा सी? नहीं देखो शायद सारे नालों पहला तो मैं फिर एक तुसीं मैंशन किया कि सारी BC ਦੇ ਵਿੱਚ ਜਦੋਂ ਆਪਾਂ ਦੇਖਦੇ ਬ੍ਰਿਟਿਸ਼ ਕੋਲੰਬੀਆ ਜਿੰਨੇ ਵੀ ਲਿਬਰਲ ਉਮੀਦਵਾਰ ਜਿੱਤੇ ਨੇ ਉਹਨਾਂ ਦੇ ਵਿੱਚ ਸਾਰਿਆਂ ਨੂੰ ਪਰਸੈਂਟੇਜ ਵਾਈਜ਼ ਜਿਹੜੀ ਵੋਟ ਆ ਵੱਧ ਉਹ ਸਰੀ ਨਿਊਟਨ ਦੇ ਵਿੱਚ ਪਈ ਹੈਗੀ ਆ। ਉਹ ਮੈਨੂੰ ਫਤਵਾ ਦਿੱਤਾ ਔਰ ਮੈਂ ਬੜਾ ਹੰਬਲਡ ਹਾਂ ਇਸ ਤੋਂ, ਕਿਉਂਕਿ ਇਹਦੇ ਨਾਲ ਮੈਨੂੰ ਹੋਰ ਵੀ ਨਿਮਰਤਾ, ਪਹਿਲਾਂ ਵੀ ਲੋਕ ਜਾਣਦੇ ਨੇ ਕਿ ਨਿਮਰਤਾ ਵਾਲੇ ਪਾਸੋਂ ਮੈਂ ਕਦੇ ਕਿਸੇ ਦੇ ਨਾਲ ਜਿਹੜੀ ਆ ਗ੍ਰੈਂਡ ਸਟੈਂਡ ਨਹੀਂ ਕੀਤਾ। ਜਿਹੜੀ ਆ ਇਹ ਮੈਨੂੰ ਹੋਰ ਵੀ ਨਿਮਰਤਾ ਦਿੰਦੀ ਆ ਕਿ ਐਡਾ ਵੱਡਾ ਮੈਂਡੇਟ ਜਿਹੜਾ ਹੈਗਾ, ਇੰਨਾ ਵੱਡਾ ਫਰਕ, एक पासे 26% एक पासे 54%, बहुत बड़ा डिफरेंस हैगा वा नैक्सट जिहड़ा कंपैरेटर सीगे। ਉਹ ਜਿਹੜਾ ਵਾ ਇਹ ਦੱਸਦਾ ਹੈਗਾ ਕਿ ਲੋਕ ਜਿਹੜੇ ਨੇ ਸਰੀ ਨਿਊਟਨ ਦੇ ਉਹ ਬਹੁਤ ਪਿਆਰ ਕਰਦੇ ਨੇ, ਠੀਕ ਹੈ ਨਾ, ਮੈਨੂੰ, ਔਰ ਉਹ ਸੈਟੀਸਫਾਈਡ ਵੀ ਨੇ ਵੀ ਜਿਸ ਤਰੀਕੇ ਦੇ ਨਾਲ ਮੈਂ ਕਿਹਾ ਸੀਗਾ ਵੀ ਮੇਰੀ ਐਕਸੈਸਿਬਿਲਿਟੀ, ਤੁਸੀਂ ਉਹਦੇ ਸੀਗੇ, ਮੇਰੀ ਸਪੀਚ ਵੀ ਇਹੀ ਸੁਣਿਆ ਸੀਗਾ, ਮੈਂ ਕਿਹਾ ਸੀ ਵੀ ਜਿਹੜੀਆਂ 3 ਜਾਂ 4 ਗੱਲਾਂ ਜਿਹਦੇ ਵਿੱਚ ਇਹ ਸੀਗਾ ਵੀ ਮੇਰੀ ਐਕਸੈਸਿਬਿਲਿਟੀ ਜਿਹੜੀ ਹੈਗੀ ਆ ਲੋਕਾਂ ਥਾਈਂ ਮੈਂ ਜਿਹੜੀ ਆ ਉਹ ਬਰਕਰਾਰ ਰੱਖੀ। ਆਮ ਸਧਾਰਨ ਇਨਸਾਨ ਜਿਹੜਾ ਉਹ ਮੇਰੇ ਤੱਕ ਪਹੁੰਚ ਕਰ ਸਕਦਾ, ਉਹਨੂੰ ਕੋਈ ਵੱਡੇ ਵਿਚੋਲੇ ਦੀ ਲੋੜ ਨਹੀਂ, ਔਰ ਮੇਰੀ ਆਮ ਸਧਾਰਨ ਇਨਸਾਨ ਥਾਈਂ ਜਿਹੜੀ ਹੈਗੀ ਆ ਉਹ ਪਹੁੰਚ ਰਹਿੰਦੀ ਹੈਗੀ। ਦੂਸਰਾ ਇਹ ਸੀ ਵੀ ਸੱਚ ਹੈਗਾ, ਜੋ ਮੈਂ ਹੈਗਾ, ਜੋ ਮੈਂ ਸੋਚਦਾ ਅੰਦਰ ਉਹੀ ਮੈਂ ਬਾਹਰ ਹੈਗਾ, ਠੀਕ ਹੈ ਨਾ। ਜੋ ਮੈਂ ਬਿਲੀਵ ਕਰਦਾ ਅੱਗੇ ਅਚੀਵ ਕਰਨਾ ਵਾ ਉਹ ਡਿਲੀਵਰ ਕਰ ਸਕਦਾ, ਉਹ ਪਹਿਲਾਂ ਹੀ ਕਲੀਅਰ ਸੀ। ਇਹ ਨਹੀਂ ਸੀ ਕੋਈ ਲੁਕਮੀ ਚੀਜ਼ ਜਿਹੜੀ ਆ ਕਦੇ ਮੈਂ ਉਹ ਰੱਖਦਾ ਹੈਗਾ। ਤੀਸਰਾ ਇਹ ਹੈਗਾ ਕਿ ਆਵਾਜ਼, ਇਹ ਸਰੀ ਨਿਊਟਨ ਦੇ ਲੋਕਾਂ ਨੂੰ ਵੀ ਪਤਾ ਔਰ ਆਟਵਾ ਨੂੰ ਵੀ ਪਤਾ ਵੀ ਮੈਂ ਝਿਜਕਦਾ ਨਹੀਂ ਗਾ। ਜਿਹੜੀ ਚੀਜ਼ਾਂ ਮੇਰੇ ਕੰਸਟੀਟਿਊਐਂਟਸ ਲਈ ਇੰਪੋਰਟੈਂਟ ਹੈਗੇ ਇਸ਼ੂਜ਼, ਉਹ ਇਸ਼ੂ ਉੱਥੇ ਜਦੋਂ ਮੈਂ ਲੈ ਕੇ ਜਾਣਾ, ਚਾਹੇ ਉਹ ਕਾਕਸ ਵਿੱਚ ਹੋਏ, ਚਾਹੇ ਉਹ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਨੀ ਹੈ, ਚਾਹੇ ਉਹ ਪਾਰਲੀਮੈਂਟ ਦੇ ਵਿੱਚ ਰੇਜ਼ ਕਰਨੇ, ਉਹਨਾਂ ਤੋਂ ਕਦੇ ਝਿਜਕਿਆ ਨਹੀਂ। ਔਰ ਫਿਰ ਆਪਦੇ ਸਮੇਂ 'ਚੋਂ ਸਮਾਂ ਕੱਢ ਕੇ ਮੈਂ ਬਾਰ-ਬਾਰ ਕਹਿੰਦਾ ਰਿਹਾ, ਕਿਉਂਕਿ ਇਹ ਬੜੇ ਮੇਰੇ ਜਿਹੜੇ ਆਲੋਚਕ ਸੀਗੇ, ਕ੍ਰਿਟਿਕਸ, ਉਹ ਕਹਿੰਦੇ ਰਹਿੰਦੇ ਸੀ ਜੀ ਵੀ ਇਹ ਵੀਕਐਂਡ ਤੇ ਜਿਹੜਾ ਮੰਗਣੇ ਵਿਆਹ, ਉਹ ਮੈਂ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਲੋਕਾਂ ਦੇ ਨਾਲ, ਆਪਣੀ ਇੱਕ ਇਨਸਾਨੀਅਤ ਵੀ ਹੈ ਮੇਰੀ, ਠੀਕ ਹੈ। ਆਮ ਲੋਕ ਇਹੀ ਚਾਹੁੰਦੇ ਹੁੰਦੇ ਨੇ ਵੀ ਉਹਨਾਂ ਦਾ ਨੁਮਾਇੰਦਾ ਉਹਨਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੋਵੇ, ਜਾਵੇ, ਕਿਉਂਕਿ ਉਹਦੇ ਨਾਲ ਐਕਸੈਸਿਬਿਲਿਟੀ ਹੋ ਗਈ ਨਾ। ਕਿਉਂਕਿ ਹੁਣ ਜਦੋਂ ਜਾਣਾ ਵੀਕਐਂਡ ਤੇ ਜੇ 2000 4000 ਮੈਨੂੰ ਕਿਸੇ ਮਿਲਦੇ ਨੇ ਲੋਕ, ਉਹ ਈਜ਼ੀਲੀ ਮੇਰੀ ਐਕਸੈਸਿਬਿਲਿਟੀ ਤਾਂ ਉਹਨਾਂ ਦਾ ਹੀ ਹੋ ਗਈ ਨਾ, ਸਾਹਮਣੇ ਉਹ ਮੇਰੇ ਆਫਿਸ ਪਹੁੰਚਣਗੇ। ਸੋ ਜਦੋਂ ਮੈਂ ਇਹ ਚੀਜ਼ਾਂ ਨੂੰ ਦੇਖਦਾ ਤਾਂ ਇੱਕ ਕਲੀਅਰ ਫਤਵਾ ਦਿੱਤਾ ਮੈਨੂੰ ਕਿ ਇਹ ਚੀਜ਼ਾਂ ਮੈਂ ਇਹੀ ਚੀਜ਼ਾਂ ਜਿਹੜੀਆਂ ਇਸੇ ਤਰੀਕੇ ਦੇ ਨਾਲ ਮੈਂ ਜਿਹੜਾ ਹੈਗਾ ਉਹ ਅੱਗੇ ਪ੍ਰੋਸੀਡ ਕਰਦਾ ਰਹਿਣਾ ਹੈਗਾ, ਜਿਹੜੇ ਮੈਂ ਤੁਹਾਨੂੰ ਇਹ ਚਾਰੇ ਤਰੀਕੇ ਦੱਸੇ। ਔਰ ਇਹੀ ਨਹੀਂ, ਆਫਿਸ ਦੇ ਵਿੱਚ ਵੀ ਮੈਂ ਦੱਸਿਆ ਸੀਗਾ ਕਿ ਸਾਰਿਆਂ ਨਾਲੋਂ ਬਿਜ਼ੀ ਆਫਿਸ ਜਿਹੜਾ ਹੈਗਾ ਕੈਨੇਡਾ 'ਚ ਉਹ ਹੈਗਾ ਸਰੀ ਨਿਊਟਨ, ਔਰ ਉਹਦੇ ਵਿੱਚ ਕੇਸ ਲੋਡ ਇੰਨਾ ਹੈ, ਔਰ ਕੋਈ ਵੀ ਕਿਤੋਂ ਚੱਲ ਕੇ ਆਇਆ, ਚਾਹੇ ਉਹ ਰਾਈਡਿੰਗ 'ਚ ਰਹਿੰਦੇ ਸੀ ਚਾਹੇ ਨਹੀਂ ਰਹਿੰਦੇ ਸੀ, ਸਪੋਰਟ ਕੀਤੀ ਜਾਂ ਨਹੀਂ ਕੀਤੀ, ਹਰੇਕ ਦੀ ਅਸੀਂ ਮਦਦ ਕੀਤੀ ਔਰ ਮਦਦ, ਸੋ ਇਹ ਮਦਦ ਕਰਦੇ ਰਹਾਂਗੇ। ਸੋ ਹੁਣ ਇਹ ਜਿਹੜਾ ਐਡਾ ਵੱਡਾ ਮੈਂਡੇਟ ਹੈਗਾ ਉਹ ਬੜਾ ਵੱਡਾ, ਮੈਂ ਫਿਰ ਇੱਕ ਵਾਰ ਧੰਨਵਾਦ ਕਰਦਾ, ਔਰ ਮੈਂ ਵਾਅਦਾ ਕਰਦਾ ਆਪਣੇ ਸਾਰੇ ਜਿਹੜੇ ਕੰਸਟੀਟਿਊਐਂਟ ਸੀ, ਸਪੋਰਟਰ ਸੀ, ਵਲੰਟੀਅਰ ਸੀ, ਵੀ ਉਹਨਾਂ ਨੂੰ ਮੈਂ ਕਦੇ ਨੀਚਾ ਨਹੀਂ ਦਿਖਾਉਣ ਦਊਂ, ਤਾਂ ਕਿ ਉਹ ਕੱਲ੍ਹ ਨੂੰ ਉਹਨਾਂ ਨੂੰ ਕੋਈ ਇਹ ਨਹੀਂ ਕਹੂਗਾ ਵੀ ਜੀ ਅਸੀਂ ਸੁਖ ਧਾਲੀਵਾਲ ਦੀ ਸਪੋਰਟ ਕੀਤੀ ਸੀ ਅਤੇ ਉਹਨੇ ਆਹ ਜਿਹੜੀਆਂ 3-4 ਗੱਲਾਂ ਕਹੀਆਂ ਉਹਨਾਂ 'ਤੇ ਉਹ ਪੂਰਾ ਨਹੀਂ ਉਤਰਿਆ। ਉਹਨਾਂ 'ਤੇ ਮੈਂ ਪੂਰਾ ਉਤਰੂੰਗਾ, ਔਰ ਇਹੀ ਜਿਹੜੀ ਹੈਗੀ ਮੇਰੀ ਦਿਲੀ ਖਾਹਿਸ਼ ਹੈਗੀ। ਬਾਕੀ ਦੇਖੋ, ਮੈਂ ਅਖੀਰ ਤੱਕ ਮੈਂ ਗਰੰਟਡ ਨਹੀਂ ਲੈਂਦਾ। ਤੁਸੀਂ ਕਹਿ ਨਾ ਵੀ ਤੁਸੀਂ ਇਵੇਂ ਹੀ ਸੋਚਦੇ ਸੀ ਵੀ ਇੰਨੀ ਇਸ ਨੰਬਰ ਹੋਣਗੇ, ਚਾਹੇ ਮੈਨੂੰ ਲੋਕਾਂ ਦੀ ਸਪੋਰਟ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਇੰਨੀ ਓਵਰਵੈਲਮਿੰਗ ਸਪੋਰਟ ਮੈਂ ਅੱਗੇ ਕਦੇ ਨਹੀਂ ਦੇਖੀ, ਠੀਕ ਹੈ ਨਾ। ਮੈਂ ਇਹੀ ਕਿਹਾ ਸੀ ਪਹਿਲੇ ਵੀ ਤੁਹਾਨੂੰ, ਉਹ ਜਿਹੜੀ ਸਪੋਰਟ ਆ ਉਹ ਨੰਬਰਾਂ 'ਚ ਟਰਾਂਸਲੇਟ ਹੋਈ, ਠੀਕ ਹੈ ਨਾ। ਪਰ ਮੈਂ ਇਹ ਨਹੀਂ ਸੀ ਕਹਿ ਰਿਹਾ, ਮੈਂ ਕਹਿੰਦਾ ਸੀ ਅਖੀਰਲੇ 7 ਵਜੇ ਤੱਕ ਐਵਰੀ ਵੋਟਰ, ਜੇ ਤੁਸੀਂ ਦੇਖੋ ਕਈਆਂ ਨੇ ਮੇਰੀ ਮਾਂ ਦੀ ਅਤੇ ਮੇਰੀ ਫੋਟੋ ਬਾਹਰ ਖਿੱਚ ਕੇ ਅਸੀਂ ਦੋਨੇ ਜਾਣੇ ਬੈਠੇ, ਮਾਂ ਬਾਪ ਬਾਹਰ, ਅਖੀਰਲੇ ਮਿੰਟ 'ਤੇ ਮੇਰੀ ਮਾਂ ਕਹਿ ਰਹੀ ਸੀ ਐਸ ਨੂੰ ਕਾਲ ਕਰ, ਆਹ ਕਾਲ ਕਰਨ ਵਾਲੀ ਤੇਰੀ। ਸੋ ਲਾਸਟ ਮਿੰਟ ਤੱਕ ਜਿਹੜਾ ਸੀਗਾ ਮੈਂ ਆਪਣਾ ਉਹ ਨਹੀਂ ਛੱਡਿਆ ਕਿ ਹਰ ਵੋਟਰ ਜਿਹੜਾ ਹੈਗਾ ਉਹ ਇੰਪੋਰਟੈਂਟ ਆ, ਉਸ ਵੋਟ ਨੂੰ ਮੈਂ ਜਿਹੜਾ ਸੀ ਅਰਨ ਕਰਨ ਵਾਸਤੇ ਕੰਮ ਜਿਹੜਾ ਉਹ ਕੀਤਾ। ਜੀ ਬਿਲਕੁਲ। ਸੋ ਕਾਲਰ ਵੀ ਨਾਲ ਜੁੜ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਥੈਂਕ ਯੂ ਸ਼ੇਰੀ, ਵੈਰੀ ਗੁੱਡ ਜੌਬ। ਥੈਂਕ ਯੂ ਜੀ। ਕਿਉਂਕਿ ਕਾਲਰ ਤਾਂ ਫਿਰ ਆ ਜਾਂਦੇ ਉਦੋਂ, ਕਿਉਂਕਿ ਸਾਨੂੰ ਇਹ ਮਸਾ ਹੀ ਮੌਕਾ ਮਿਲਦਾ, ਰਾਈਟ? ਜੀ ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ
ਇਹ ਚੀਜ਼ਾਂ ਵੈਸੇ ਅਸੀਂ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਕਿ ਸਾਡੇ ਸਾਹਮਣੇ ਲਿਆ ਦਿੰਦੇ ਰਾਈਟ ਹਾਂਜੀ। ਸਾਡੇ ਉਹਦਾ ਤਾਂ ਸਾਡੇ ਕੋਲ ਟਾਈਮ ਨਹੀਂ ਕਿਤੇ ਜਾਣ ਆਉਂਦਾ ਜੀ। ਪਰ ਬਹੁਤ ਜਦੋਂ ਤੱਕ ਗੁੱਡ ਜੌਬ ਕੱਲ ਤੀਆਂ ਦੇਖੀਆਂ ਤੁਹਾਡੀਆਂ ਉਹ ਤੀਆਂ ਬਹੁਤ ਵਧੀਆ ਸੀਗੀਆਂ ਜੀ ਥੈਂਕ ਯੂ ਜੀ ਤਾਂ ਦੈਟਸ ਗੁੱਡ ਜੀ ਥੈਂਕ ਯੂ ਸੋ ਮਚ। ਸੁਖ ਧਾਲੀਵਾਲ ਜੀ ਨੂੰ ਕੁਝ ਕਹਿਣਾ ਚਾਹੋਗੇ ਜੀ? ਜਿਵੇਂ ਸੁਖ ਧਾਲੀਵਾਲ ਦਾ ਸੀ ਵੀ ਬਹੁਤ ਬਹੁਤ ਉਹਨਾਂ ਦਾ ਥੈਂਕ ਯੂ ਤੇ ਸਾਡੇ ਵੱਲੋਂ ਵੀ ਬਹੁਤ ਪ੍ਰਮਾਤਮਾ ਨੇ ਸਾਡੀ ਸੁਣੀ ਜੀ ਬਿਲਕੁਲ ਜੀ Thank you. ਥੈਂਕ ਯੂ ਸੋ ਮਚ। ਬਸ ਹੁਣ ਇਹੀ ਸੁਖ ਧਾਲੀਵਾਲ ਨੂੰ ਕਹਿਣਾ ਬਸ ਸਾਡੀ ਇਹੀ ਚੋਇਸ ਹੈ ਕਿ ਮੈਡੀਕਲ ਸਕੂਲ ਦੀ ਝਰੀਟ ਨਹੀਂ ਵੱਜਣੀ ਚਾਹੀਦੀ ਬਣਨਾ ਚਾਹੀਦਾ ਬਸ ਇਹੀ ਹੈ ਚੋਇਸ ਜੀ। ਕਹਿਣ ਦਾ ਮੌਕਾ ਨਾ ਦੇਣ ਬਸ ਬਿਲਕੁਲ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕਸ ਅ ਲੋਟ ਥੈਂਕ ਯੂ। ਸੁਖ ਧਾਲੀਵਾਲ ਜੀ ਲੋਕ ਹੁਣ ਦੇਖੋ ਧੰਨਵਾਦ। ਖੁਸ਼ੀ ਉਹਨਾਂ ਦੀ ਆਵਾਜ਼ ਦੇ ਵਿੱਚ ਜਿਹੜੀ ਝਲਕ ਰਹੀ ਸੀਗੀ ਉਹ ਤਾਂ ਦੇਖ ਹੀ ਰਹੀ ਸੀਗੀ, ਅਸੀਂ ਖੁਦ ਵੀ ਉਹਨੂੰ ਮਹਿਸੂਸ ਕਰ ਪਾ ਰਹੇ ਸੀਗੇ, ਪਰ ਨਾਲ ਦੀ ਨਾਲ ਉਹ ਖੁਸ਼ੀ ਦੇ ਨਾਲ ਨਾਲ ਉਹਨਾਂ ਨੂੰ ਇਹ ਵੀ ਹੈ ਵੀ ਥੋੜੇ ਤੋਂ ਕੁਝ ਉਮੀਦਾਂ ਵੀ ਹੈਗੀਆਂ ਨੇ। ਦੇਖੋ ਜਿਹੜੀ ਬਿਲਕੁਲ ਸਹੀ ਕਿਹਾ ਉਹਨਾਂ ਨੇ, ਪਹਿਲਾਂ ਧੰਨਵਾਦ ਕਰਦਾ ਉਹਨਾਂ ਦਾ ਜਿਹੜੀ ਉਹਨਾਂ ਨੇ ਮੇਰੇ ਲਈ ਅਰਦਾਸ ਕੀਤੀ, ਚਾਹੇ ਉਹ ਮੇਰੇ ਲਈ ਚੰਗਾ ਲੋਚਦੇ ਸਪੋਰਟ ਕੀਤੀ, ਪਰ ਜਿਹੜਾ ਮੈਡੀਕਲ ਸਕੂਲ ਦੀ ਗੱਲ ਕੀਤੀ ਹੈ ਬਿਲਕੁਲ ਕਲੀਅਰਲੀ ਆ ਵੀ ਜੇ ਪ੍ਰੋਵਿੰਸ਼ੀਅਲ ਗਵਰਨਮੈਂਟ ਜਦੋਂ ਲੈ ਕੇ ਆਏਗੀ ਤਾਂ ਅਸੀਂ ਜਿਹੜਾ ਫੈਡਰਲ ਸਾਡਾ ਪਾਰਟ ਆ ਕੈਪੀਟਲ ਇਨਵੈਸਟਮੈਂਟ ਦਾ ਉਹ ਅਸੀਂ ਲਾਜ਼ਮੀ ਉਹਦੇ ਵਿੱਚ ਜਿਹੜਾ ਹੈਗਾ ਮੈਂ ਤੇ ਬਾਕੀ ਸਾਰੇ ਸਾਡੇ, ਕਿਉਂਕਿ ਦੇਖੋ ਅਸੀਂ ਐਜ ਏ ਟੀਮ ਤੁਰਨਾ, ਮੈਨੂੰ ਉਹ ਕਹਿੰਦੇ ਨੇ ਵੀ ਤੂੰ ਟੀਮ ਦੀ ਗੱਲ ਕਰਦਾ, ਇਕੱਲਾ ਇੱਕ ਐਮਪੀ ਨਹੀਂ ਕਰ ਸਕਦਾ, ਉਹਦੇ ਵਿੱਚ ਅਸੀਂ ਸਾਰੀ ਟੀਮ ਨੂੰ ਲੈ ਕੇ ਚੱਲਾਂਗੇ। ਇਹਨਾਂ ਨਾਲ ਇਹ ਵਾਅਦਾ ਵੀ ਉਹ ਅਸੀਂ ਡਿਲੀਵਰ ਕਰਾਂਗੇ ਜੀ। ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਸੈਰੀ ਜੀ, ਆਪਣਾ ਗੁੱਡ ਮਾਰਨਿੰਗ ਪ੍ਰੋਗਰਾਮ ਤੁਹਾਡਾ ਵਧੀਆ ਚੱਲ ਰਿਹਾ ਤੇ ਧਾਲੀਵਾਲ ਸਾਹਿਬ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮਿਸਟਰ ਬਰਾੜ। ਤੇ ਨਾਲ ਹੀ ਵਧਾਈਆਂ ਇਹਨਾਂ ਨੂੰ ਕਿਉਂਕਿ ਇਹ ਮੈਂਬਰ ਆਫ ਪਾਰਲੀਮੈਂਟ ਦੀ ਜਿਹੜੀ ਹੈ, ਇਸ ਲਈ ਇਹਨਾਂ ਦੀ ਜਿਹੜੀ ਜਿੱਤ ਆ ਨਾ ਉਹ ਵੈਸੇ ਬਹੁਤ ਜਿੱਤ ਤਾਂ ਹੈਗੀ ਆ, ਪਰ ਦੂਜੇ ਲੋਕਾਂ ਲਈ ਇੱਕ ਬਹੁਤ ਵੱਡਾ ਰੋਲ ਹੈ ਇਹਨਾਂ ਦਾ, ਕਿਉਂਕਿ ਇਹ ਆਪ ਹੀ ਤੁਸੀਂ ਦੱਸਿਆ ਕਿ 19,000 ਵੋਟ ਇਹਨਾਂ ਨੂੰ ਪਈ ਆ, ਉਹ ਨੰਬਰ ਆ ਨਾ ਜਿਹੜਾ ਉਹਦੇ ਪਿੱਛੇ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਜਿਹੜਾ ਕੰਪੇਨ ਆ ਇਹਨਾਂ ਜਿਹੜੀ ਟੀਮ ਆ ਉਹਨੂੰ ਵਧਾਈ ਦੇਣੀ ਮੰਗਦਾ, ਕਿਉਂਕਿ ਮੈਂ ਵਿਜ਼ਿਟ ਕੀਤੀ ਇਹਨਾਂ ਦੇ ਜਿੱਦੇ ਇਲੈਕਸ਼ਨ ਸੀ ਉਦੋਂ ਪਹਿਲਾਂ ਵੀ ਇੱਕ ਦਿਨ, ਇਹਨਾਂ ਦੇ ਜਿਹੜੇ ਵਲੰਟੀਅਰ ਆ ਨਾ ਉਹ ਇੰਨੀ ਅਪਰੋਚ ਕਰਦੇ ਆ, ਠੀਕ ਆ ਸਾਡੇ ਅਸੀਂ ਵੀ ਪਹਿਲਾਂ ਕਰਦੇ ਰਹੇ ਇਹ ਜਿਹਾ ਕੰਮ, ਪਰ ਇਹ ਲੰਘ ਗਈ ਇਹਨਾਂ ਦੀ ਟੀਮ ਸਾਡੇ ਨਾਲੋਂ ਵੀ, ਕਿਉਂਕਿ ਇਹਨਾਂ ਦਾ ਗਰਾਊਂਡ ਲੈਵਲ ਦੇ ਉੱਤੇ ਹਰ ਵੋਟਰ ਨੂੰ ਅਪਰੋਚ ਕਰਨਾ ਇਹ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡੀ ਹਿਸਟਰੀ ਆ। ਕਿਉਂਕਿ ਤੁਸੀਂ ਦੇਖੋਗੇ ਇੱਥੇ ਪਹਿਲੀ ਗੱਲ ਤਾਂ ਲੋਕ ਵੋਟ ਨਹੀਂ ਪਾਉਂਦੇ, ਔਰ ਇਹ ਵੋਟ ਜਿਹੜੀ 19,000 ਪਈ ਆ ਇਹ ਇੱਕ ਬਹੁਤ ਵੱਡਾ ਚੈਲੰਜ ਹੋ ਗਿਆ ਦੂਜੇ ਬੰਦਿਆਂ ਲਈ, ਔਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੇ ਮੂੰਹ ਤੇ ਮੈਂ ਕੋਈ ਵਡਿਆਈ ਨਹੀਂ ਕਰਦਾ, ਇਹਨਾਂ ਦੇ ਵਿੱਚ ਉਹ ਗੁਣ ਹੈਗਾ, ਜਿੱਦਾਂ ਕਹਿੰਦੇ ਹੁੰਦੇ ਨਾ ਭਗਤੀ ਆ ਜਿਹੜੀ, ਉਹ ਭਗਤੀ 9 ਤਰ੍ਹਾਂ ਦੀ ਹੈ ਤੇ ਉਹਦੇ ਵਿੱਚ ਜਿਹੜੀ ਸੇਵਾ ਹੁੰਦੀ ਹੈ ਉਹਦੇ ਚ 8 ਆਪੇ ਹੀ ਮਰਜ ਹੋ ਜਾਂਦੀਆਂ। ਉਸੇ ਤਰ੍ਹਾਂ ਜਿਹੜਾ ਪੋਲੀਟੀਕਲ ਕੈਰੀਅਰ ਹੈ ਇਹਦੇ ਵਿੱਚ ਜੇ ਤੁਸੀਂ ਲੋਕਾਂ ਨੂੰ ਮਿਲਦੇ ਆ, ਲੋਕਾਂ ਨੂੰ ਪਿਆਰ ਕਰਦੇ ਆ, ਤਾਂ ਬਾਕੀ ਜਿਹੜੀਆਂ ਚੀਜ਼ਾਂ ਉਹ ਮਰਜ ਹੋ ਜਾਂਦੀਆਂ ਆਟੋਮੈਟਿਕਲੀ ਆਪੇ ਆ ਕੇ। ਸੋ ਉਹ ਇਹਨਾਂ ਦੇ ਵਿੱਚ ਬਹੁਤ ਵੱਡਾ ਗੁਣ ਹੈ, ਕਿਉਂਕਿ ਹਰ ਬੰਦੇ ਨੂੰ ਮਿਲਣਾ, ਅਸੀਂ ਵੀ ਗਏ ਸੀ, ਸਾਨੂੰ ਵੀ ਸੇਮ ਹੀ ਮਿਲੇ, ਕਿਉਂਕਿ ਇਹ ਵੱਡੀ ਚੀਜ਼ ਹੈ ਇਹਨਾਂ ਦੇ ਵਿੱਚ ਗੁਣ ਆ। ਮੈਂ ਇਹਨਾਂ ਤੋਂ ਆਸ ਕਰਦਾ ਕਿ ਇਸ ਗੁਣ ਨੂੰ ਆਪਣੇ ਨੂੰ ਬਰਕਰਾਰ ਰੱਖ ਕੇ ਤੇ ਪੋਲੀਟੀਕਲ ਸਿਸਟਮ ਦੇ ਵਿੱਚ ਅਵੇਅਰਨੈਸ ਕਰਨ ਲੋਕਾਂ ਨੂੰ, ਔਰ ਸਾਡੀ ਆਵਾਜ਼ ਆ ਕਿਉਂਕਿ ਸਾਡੇ ਤਾਂ ਮੈਂਬਰ ਆਫ ਪਾਰਲੀਮੈਂਟ, ਮੈਂ ਤਾਂ ਇਹ ਵੀ ਦੁਆ ਕਰਦਾ ਕਿ ਇਹਨਾਂ ਨੂੰ ਕੋਈ ਨਾ ਕੋਈ ਮਿਨਿਸਟਰੀ ਮਿਲਣੀ ਚਾਹੀਦੀ ਹੈ, ਇਹ ਮਿਨਿਸਟਰ ਬਣਨ, ਸਾਡੇ ਏਰੀਏ ਦੇ ਆ, ਸਾਡੇ ਇਲਾਕੇ ਦੇ, ਮਤਲਬ ਸਾਡੀ ਕਨਸਟੀਟਿਊਸ਼ਨ ਦੇ ਆ, ਸਾਨੂੰ ਖੁਸ਼ੀ ਹੋਊਗੀ ਕਿ ਇਹ ਜੇ ਸਾਨੂੰ ਕੈਂਡੀਡੇਟ ਚਾਹੀਦੇ ਆ ਉੱਥੇ ਆਟਵਾ ਦੇ ਵਿੱਚ ਜਿਹੜੇ ਸੱਚਾਈ ਤੇ ਚੱਲਣ, ਲੋਕਾਂ ਦੀ ਆਵਾਜ਼ ਨੂੰ ਲੈ ਕੇ ਜਾਣ। ਸੋ ਮੈਂ ਫੇਰ ਦੁਬਾਰਾ ਇਹਨਾਂ ਨੂੰ ਵਧਾਈ ਦਿੰਦਾ ਔਰ ਤੁਹਾਡਾ ਵੀ ਧੰਨਵਾਦ ਕਰਦਾ, ਤੁਸੀਂ ਮੈਨੂੰ ਟਾਈਮ ਦਿੱਤਾ। ਸੋ ਸਾਰੇ ਆਪਾਂ ਇਹਨਾਂ ਨੂੰ ਵਧਾਈ, ਇਹਨਾਂ ਦੇ ਨਾਲ ਮਿਲਵਰਤਨ ਵੀ ਕਰੀਏ। ਮੈਂ ਸਾਰੇ ਪਬਲਿਕ ਨੂੰ ਇਹ ਵੀ ਬੇਨਤੀ ਕਰਦਾ ਕਿ ਇਹਨਾਂ ਦੇ ਨਾਲ ਜੁੜੀਏ, ਇਹ ਜੇ ਬੰਦੇ ਬਹੁਤ ਘੱਟ ਮਿਲਦੇ ਹੁੰਦੇ ਐਵੇਂ ਕ੍ਰਿਟੀਸਾਈਜ਼ ਕਰਨਾ, ਉਹ ਤਾਂ ਹਰ ਬੰਦੇ ਨੂੰ ਬੰਦਾ ਕਰੀ ਜਾਂਦਾ, ਪਰ ਜੇ ਕੋਈ ਚੰਗਾ ਬੰਦਾ ਪੋਜ਼ਿਟਿਵ ਰਹਿ ਕੇ ਪਬਲਿਕ ਲਈ ਕੰਮ ਕਰਨਾ ਮੰਗਦਾ ਤਾਂ ਉਹਦੇ ਨਾਲ ਮੋਢੇ ਨਾਲ ਮੋਢਾ ਜ਼ਰੂਰ ਲਾਉਣਾ ਚਾਹੀਦਾ। ਹੁਣ ਤਾਂ ਇਲੈਕਸ਼ਨ ਹੋ ਚੁੱਕੀ ਹੈ ਤੇ ਦੂਜੀਆਂ ਪਾਰਟੀਆਂ ਵਾਲੇ ਵੀ ਕਿਉਂ ਨਾ ਹੋਣ, ਉਹ ਮੁੱਦੇ ਲੈ ਕੇ ਇਹਨਾਂ ਦੇ ਮੂਹਰੇ ਆਪਾਂ ਇਹਨਾਂ ਨੂੰ ਨਾਲ ਲਈਏ, ਕਿਉਂਕਿ ਇਹਨਾਂ ਕੋਲ ਹੁਣ ਪਾਵਰ ਹੈ, ਇਹ ਉੱਥੋਂ ਦਾ ਪਾਰਟ ਹੈ। ਸੋ ਧੰਨਵਾਦ ਤੁਹਾਡਾ ਵੀ ਤੇ ਇਹਨਾਂ ਨੂੰ ਵੀ ਜੀ ਆਇਆਂ ਜੀ, ਥੈਂਕ ਯੂ ਜੀ। ਥੈਂਕ ਯੂ ਬਰਾੜ ਸਾਹਿਬ, ਥੈਂਕ ਯੂ ਸੋ ਮਚ। ਧਾਲੀਵਾਲ ਜੀ ਆਪਾਂ ਇਹਨਾਂ ਦੇ ਗੱਲਾਂ ਦੇ ਉੱਤੇ ਫਿਰ ਗੱਲ ਕਰਦੇ ਹਾਂ। ਇਸ ਤੋਂ ਪਹਿਲਾਂ ਦੱਸਦਾ ਜ਼ਰੂਰ ਮੈਂ ਕਹਿਣਾ ਚਾਹੂੰਗਾ, ਦੇਖੋ ਬਚਰਾ ਜੀ ਹੋਣੀ ਤੁਹਾਨੂੰ ਕੰਗ੍ਰੈਚੁਲੇਸ਼ਨਸ ਲਿਖ ਰਹੇ ਆ, ਕਹਿੰਦੇ ਕੰਗ੍ਰੈਚੁਲੇਸ਼ਨਸ ਵੀਰ ਜੀ, ਫੇਸਬੁੱਕ ਤੇ ਲਿਖਿਆ, ਐਂਡ ਪਰਮਿੰਦਰ ਮਾਨ ਨੇ ਉਹਨਾਂ ਨੇ ਵੀ ਤੁਹਾਨੂੰ ਕੰਗ੍ਰੈਚੁਲੇਸ਼ਨਸ ਕਿਹਾ। ਧੰਨਵਾਦ ਦਵਿੰਦਰ ਉਹਨਾਂ ਦਾ ਵੀ, ਪਰਮਿੰਦਰ ਉਹਨਾਂ ਦਾ, ਔਰ ਮਿਸਟਰ ਬਰਾੜ ਉਹਨਾਂ ਨੇ ਜਿਸ ਤਰ੍ਹਾਂ ਕਿਹਾ ਨਾ ਵੀ ਮੈਂ ਲੋਕਾਂ ਦਾ ਜਿਹੜਾ ਸੀਗਾ ਸਾਡਾ ਕੈਂਪੇਨ ਟੀਮ ਨੇ ਹਰੇਕ ਜਿਹੜਾ ਵੋਟਰ ਆ ਜਿਸ ਤਰ੍ਹਾਂ ਉਹਦੇ ਥਾਂ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ, ਔਰ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਲਾਸਟ ਮਿੰਟ ਮੈਂ ਇਹ ਫਾਰ ਗ੍ਰਾਂਟਡ ਨਹੀਂ ਲੈਂਦਾ ਵੀ ਇੰਨੇ ਲੋਕ ਮੈਨੂੰ ਸਪੋਰਟ ਕਰ ਰਹੇ ਸੀ, ਪਿਆਰ ਕਰਦੇ ਸੀ, ਵੀ ਮੈਂ ਉਹ ਅਖੀਰ 'ਚ ਇਹ ਸੋਚਾਂ ਵੀ ਨਹੀਂ ਜੀ ਅਸੀਂ ਜਿੱਤੇ ਪਏ ਆ, ਅਸੀਂ ਉਹਨੂੰ ਪਿੱਛੇ, ਕਿਉਂਕਿ ਸਾਡਾ ਫਰਜ਼ ਬਣਦਾ ਕਿ ਅਸੀਂ ਹਰੇਕ ਵੋਟਰ ਚਾਹੇ ਉਹ ਵੋਟ ਪਾਉਂਦਾ ਸਾਨੂੰ ਚਾਹੇ ਨਹੀਂ ਪਾਉਂਦਾ, ਸਾਡਾ ਫਰਜ਼ ਬਣਦਾ ਸੀ ਉਹਨਾਂ ਤਾਈਂ ਪਹੁੰਚ ਕਰੀਏ। ਔਰ ਦੂਸਰਾ ਇਹਨਾਂ ਨੇ ਕਿਹਾ ਵੀ
ਪਿਆਰ ਮੈਂ ਕਰਦਾ, ਉਹਦੇ ਵਿੱਚ ਲੋਕ ਵੀ ਪਿਆਰ ਕਰਦੇ ਮੈਨੂੰ। ਐਡਾ ਪਿਆਰ ਦੇਖੋ, 19,000 ਤੋਂ ਵੱਧ ਵੋਟ ਜਿਹੜੀ 19 ਤੋਂ 20 ਦੇ ਵਿੱਚ ਮੇਰੇ ਖਿਆਲ ਵੋਟ ਹੈ, ਮੇਰੇ ਕੋਲ ਐਗਜ਼ੈਕਟ ਨੰਬਰ ਨਹੀਂ, ਮਤਲਬ ਜੇ ਪਰਸੈਂਟੇਜ ਵਾਈਜ਼ ਵੀ ਦੇਖਿਆ ਜਾਵੇ ਦੂਸਰੇ ਕੈਂਡੀਡੇਟ ਨਾਲੋਂ ਦੁੱਗਣੀ ਦਾ ਫਰਕ ਹੈਗਾ। ਉਹ ਤਾਂ ਹੀ ਹੋ ਸਕਿਆ ਕਿ ਲੋਕ ਪਿਆਰ ਕਰਦੇ ਆ, ਔਰ ਲੋਕ ਜਿਹੜੇ ਨੇ ਔਰ ਇਹਦੇ ਵਿੱਚ ਮੈਂ ਫਿਰ ਇਹਦੇ ਵਿੱਚ ਮੈਨੂੰ ਹੌਸਲਾ ਵੀ ਮਿਲਿਆ, ਕਿਉਂਕਿ ਹੁਣ ਮੈਂ ਦੇਖੋ ਜਦੋਂ ਐਡੀ ਵੱਡੀ ਗਿਣਤੀ 'ਚ ਲੋਕ ਤੁਹਾਨੂੰ ਪਿਆਰ ਕਰਦੇ, ਹੁਣ ਜਿੱਦਾਂ ਮਿਸਟਰ ਬਰਾੜ ਨੇ ਕਿਹਾ, ਮੈਂ ਕਦੇ ਅੱਜ ਇਹ ਪਬਲਿਕਲੀ ਕਹਿ ਰਿਹਾ ਵੀ ਸਾਨੂੰ ਇਸ ਤਰ੍ਹਾਂ ਕਰਨਾ, ਮੈਂ ਕਦੇ ਵੀ ਜਿਹੜਾ ਹੈਗਾ ਉਹ ਲੈਟ ਡਾਊਨ ਨਹੀਂ ਕਰੂੰ, ਕਿਉਂਕਿ ਉਦੋਂ ਵੀ ਜ਼ਿਆਦਾ ਔਰ ਮੇਰੇ ਕੋਲ ਟਾਈਮ ਵੀ ਹੈ। ਦੇਖੋ ਇੱਕ ਜੋ ਮਰਜ਼ੀ ਕਹੇ, ਕਿਉਂਕਿ ਦੇਖੋ ਪਰਿਵਾਰ ਦੇ ਤੌਰ ਤੇ ਬੱਚੇ ਮੇਰੇ ਆਪੋ ਆਪਣੀ ਥਾਂ ਤੇ ਚਲੇ ਗਏ ਆ, ਉਹ ਸੈੱਟ ਨੇ। ਹੁਣ ਮੇਰੇ ਕੋਲ ਕੀ ਚੀਜ਼ ਹੈਗੀ ਆ, ਇੱਕੋ ਹੀ ਚੀਜ਼ ਹੈਗੀ ਆ ਕਿ ਜਿਹੜਾ ਮੇਰਾ ਸਮਾਂ ਹੈਗਾ, ਪਹਿਲਾਂ ਮੈਂ ਪਰਿਵਾਰ ਦੇ ਸਮੇਂ 'ਚੋਂ ਬੱਚਿਆਂ ਦੇ ਸਮੇਂ 'ਚੋਂ ਸਮਾਂ ਕੱਢ ਕੇ ਕਰਦਾ ਸੀ, ਹੁਣ ਜਿਹੜਾ ਹੈਗਾ ਹੋਰ ਵੀ ਸਮਾਂ। ਸੋ ਮੇਰਾ ਵਾਅਦਾ ਮਿਸਟਰ ਬਰਾੜ ਨਾਲ ਵੀ ਇਹਨਾਂ ਨੂੰ ਜਿਹੜਾ ਹੈਗਾ ਮੈਂ ਕਦੇ ਵੀ ਨੀਚਾ ਨਹੀਂ ਦਿਖਾਊਂਗਾ ਐਜ਼ ਏ ਕੰਸਟੀਟੂਐਂਟ। ਤੇ ਧੰਨਵਾਦ ਇਹਨਾਂ ਦੇ ਪਿਆਰ ਦਾ ਔਰ ਇਹਨਾਂ ਦੀ ਸਪੋਰਟ ਦਾ। ਜੀ ਹੋਰ ਕਾਲਰ ਵੀ ਆਪਣੇ ਨਾਲ ਜੁੜ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸ਼ੈਰੀ ਜੀ ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ, ਸੱਤਾ ਵਿਵਾਦ ਹੋਣਾ ਨੂੰ ਵੀ ਸਾਡੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਨੇ ਵਧਾਈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਭੈਣ। ਹਾਂਜੀ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਰਿਬੇ ਸਰਕਾਰ ਦਾ, ਇਹਨਾਂ ਦੇ ਹੁੰਦਿਆਂ ਸਾਨੂੰ ਸਿਟੀਜ਼ਨਸ਼ਿਪ ਮਿਲੀ ਆ, ਅਸੀਂ ਪਹਿਲੀ ਵਾਰ ਵੋਟ ਦਾ ਉਪਯੋਗ ਕੀਤਾ। ਜੀ ਜੀ ਓਕੇ। ਤੇ ਬਾਕੀ ਜਿਹੜਾ ਬਹੁਤ ਵਧੀਆ ਮੁੱਦੇ ਚੱਲ ਰਹੇ ਨੇ, ਤੇ ਇੱਕ ਮੈਂ ਹੋਰ ਕਹਿਣਾ ਚਾਹੁੰਦੀ ਕਿ ਜਿਹੜੀਆਂ ਸਿੰਗਲ ਮਾਵਾਂ ਆ, ਹਾਂਜੀ, ਔਰ ਦੋ ਬੱਚੇ ਪਾ ਰਹੀਆਂ ਆ, ਉਹਨਾਂ ਨੂੰ ਘਰ ਲੈਣ ਵਿੱਚ ਕੁਛ ਨਾ ਕੁਛ ਲਿਬਰਲ ਵੱਲੋਂ ਕੁਛ ਨਾ ਕੁਛ ਜ਼ਰੂਰ ਹੈਲਪ ਕਰਨੀ ਚਾਹੀਦੀ ਆ। ਬਹੁਤ ਸਟਰਗਲ ਕਰਨੀ ਪੈ ਰਹੀ ਹੈ ਉਹਨਾਂ ਨੂੰ। ਜੀ ਠੀਕ ਹੈ ਜੀ। ਇਹ ਜ਼ਰੂਰ ਥੋੜਾ ਜਿਹਾ ਉਹਨਾਂ ਦੇ ਨਾਲ ਕੰਮ ਕਰਨ ਦੀ ਹੈਗੀ ਆ ਕਿ ਉਹ ਇਹੋ ਜਿਹੇ ਜਿਹੜੇ ਖਾਸ ਕਰਕੇ ਜਿਹੜੇ ਟਰਸਟੀ ਪੀਪਲ ਆ, ਉਹਨਾਂ ਦੇ ਉੱਤੇ ਥੋੜਾ ਜਿਹਾ ਕੰਮ ਕਰਨਾ ਪੈਣਾ ਉਹਨਾਂ ਨੂੰ। ਜੀ ਬਿਲਕੁਲ ਠੀਕ ਹੈ ਜੀ, ਕਰਦੇ ਹਾਂ ਇਸ ਤੇ ਗੱਲ। ਥੈਂਕ ਯੂ ਸੋ ਮਚ। ਓਕੇ, ਥੈਂਕ ਯੂ। ਥੈਂਕ ਯੂ ਜੀ। ਧਾਲੀਵਾਲ ਜੀ, ਦੇਖੋ ਸਿੰਗਲ ਮੌਮ ਜਿਹੜੀਆਂ ਨੇ ਇਸ ਦੇਸ਼ 'ਚ, ਉਹਨਾਂ ਦੀ ਮੈਂ ਦੇਖਦਾ ਹੈਗਾ ਕਿ ਬੜੀ ਵੱਡੀ ਘਾਲਣਾ ਹੈਗੀ, ਔਰ ਬਹੁਤ ਸਾਰੀ ਮੈਂ ਐਗਜ਼ਾਮਪਲ ਦੇਖੀਆਂ ਨੇ ਸਿੰਗਲ ਮੌਮ ਦੀਆਂ। ਉਹ ਆਪਦੇ ਬੱਚਿਆਂ ਨੂੰ ਜਦੋਂ ਪੜ੍ਹਾਈ ਕਰਾਉਂਦੇ, ਕਈਆਂ ਦੀ ਮੈਨੂੰ ਕਾਲਜ ਵੀ ਆਉਂਦੀਆਂ ਰਹਿੰਦੀਆਂ ਨੇ। ਆਪ ਇੱਕ ਐਪਸਪੋਰਟ ਤੋਂ ਲੜਕੀ ਆ, ਉਹਦਾ ਮੈਨੂੰ ਹਮੇਸ਼ਾ ਆਉਂਦਾ, ਉਹ ਸਿੰਗਲ ਮੌਮ ਹੋਣ ਦੇ ਨਾਤੇ ਬੱਚੀ ਆ, ਹੁਣ ਉਹਦੀ ਮੇਰੇ ਖਿਆਲ ਮੈਡੀਸਨ 'ਚ ਗਈ ਹੈਗੀ ਆ। ਹੋਰ ਵੀ ਮੈਂ ਕਈ ਬੱਚੇ ਦੇਖੇ ਜਿਹੜੇ, ਔਰ ਕਿਉਂਕਿ ਕੋਸ਼ਿਸ਼ ਜਿਹੜੀ ਉਹਨਾਂ ਦੀ ਹੈਗੀ ਹੈ ਕਿ ਉਹਨਾਂ ਦੇ ਬੱਚੇ ਤਾਂ ਐਟਲੀਸਟ ਅੱਗੇ ਨਿਕਲਣ, ਉਹਦੇ ਲਈ ਜਿਹੜੀ ਗਵਰਨਮੈਂਟ ਦੀਆਂ ਬਣਦੀਆਂ ਸੇਵਾਵਾਂ ਹੈਗੀਆਂ, ਜਿੱਥੇ ਵੀ ਅਫੋਰਡੇਬਿਲਟੀ ਦਾ ਇਸ਼ੂ ਆਉਂਦਾ ਹੈਗਾ, ਉੱਥੇ ਹਮੇਸ਼ਾ ਜਿਹੜੀ ਆ ਉਹ ਪਿੱਛੇ ਵੀ ਹੈਲਪ ਕੀਤੀ। ਜੇ ਫਿਊਚਰ 'ਚ ਵੀ ਐਸੀ ਜੇ ਕੋਈ ਪਾਲਿਸੀ ਬਣਦੀ ਹੈਗੀ ਆ, ਸਰਟਨਲੀ ਇਹ ਦਿਮਾਗ 'ਚ ਹੈਗਾ, ਕਿਉਂਕਿ ਪਰਟੀਕੂਲਰਲੀ ਉਹਨਾਂ ਦੇ ਜਦੋਂ ਬੱਚੇ ਉਹਨਾਂ ਨੇ ਪੜ੍ਹਾਉਣੇ ਆ ਸਿੰਗਲ ਮਾਮ ਨੇ, ਉਹ ਬੜੀ ਜ਼ਰੂਰਤ ਹੈਗੀ। ਉਹਦੇ ਵਿੱਚ ਪ੍ਰੋਵਿੰਸ਼ੀਅਲ ਗਵਰਨਮੈਂਟ ਕੀ ਮਦਦ ਕਰ ਸਕਦੀ ਆ, ਅਸੀਂ ਐਜ਼ ਏ ਫੈਡਰਲ ਗਵਰਨਮੈਂਟ ਜਿਹੜੇ ਆ ਉਹ ਕੀ ਮਦਦ ਕਰ ਸਕਦੇ ਆ, ਇਹਦੇ ਵਿੱਚ ਅਸੀਂ ਇਸ ਨੂੰ ਮੱਦੇਨਜ਼ਰ ਇਹਨਾਂ ਦਾ ਸਵਾਲ ਰੱਖਾਂਗੇ, ਕਿਉਂਕਿ ਇਸ਼ੂ ਤਾਂ ਥੱਲੇ ਹੀ ਆਉਣੇ ਨਾ। ਜਦੋਂ ਇਸ਼ੂ ਸਾਨੂੰ ਆਉਂਦੇ ਹੈਗੇ ਆ, ਜਦੋਂ ਕੋਈ ਪਾਲਿਸੀ ਬਣਦੀ ਹੈਗੀ ਆ, ਉਹਦੇ ਵਿੱਚ ਸਰਟਨਲੀ ਜਿਹੜੀ ਆ ਮੈਂ ਤਵੱਜੋ ਜਿਹੜੀ ਹੈਗੀ ਆ ਉਹ ਦਊਂਗਾ ਕਿ ਸਿੰਗਲ ਮਾਮ ਜਿਹੜੀਆਂ ਪਰਟੀਕੂਲਰਲੀ ਉਹਨਾਂ ਦੀ ਕਿਸੇ ਤਰੀਕੇ ਦੇ ਨਾਲ ਵੀ ਜਿਹੜੀ ਹੈ ਡਾਇਰੈਕਟਲੀ ਔਰ ਇਨਡਾਇਰੈਕਟਲੀ ਜਿਹੜੀ ਅਫੋਰਡੇਬਿਲਟੀ 'ਚ ਮਦਦ ਕੀਤੀ ਜਾ ਸਕਦੀ, ਤਾਂ ਕਿ ਉਹ ਆਪਣਾ ਜੀਵਨ ਵੀ ਵਧੀਆ ਬਿਤਾਉਣ ਅਤੇ ਆਪਦੇ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਵੀ ਜਿਹੜੀ ਬਣਦੀ ਐਜੂਕੇਸ਼ਨ, ਕਿਉਂਕਿ ਅੱਜ ਕੱਲ੍ਹ ਇਹ ਬਹੁਤ ਜ਼ਰੂਰੀ ਆ। ਜਿਹਦੇ ਬੱਚੇ ਪੜ੍ਹ ਗਏ ਰਾਈਟ, ਉਹ ਮਾਂ ਨੂੰ ਹੌਸਲਾ ਹੀ ਬਹੁਤ ਹੁੰਦਾ ਕਿ ਮੇਰਾ ਐਟਲੀਸਟ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਗਏ। ਫਿਰ ਚਾਹੇ ਔਖਾ ਟਾਈਮ ਜਿਹੜਾ ਕੱਢਿਆ ਵੀ ਹੁੰਦਾ, ਉਹ ਜਿਹੜਾ ਹੈਗਾ ਉਹ ਉਹਨਾਂ ਮਹਿਸੂਸ ਜਿਹੜਾ ਵਾ ਉਹ ਨਹੀਂ ਹੁੰਦਾ। ਐਂਡ ਆਈ ਵਾਂਟ ਟੂ ਥੈਂਕ ਹਰ ਕਿ ਵੀ, ਔਰ ਸਾਰੀਆਂ ਜਿੰਨੀਆਂ ਵੀ ਸਿੰਗਲ ਮੌਮਸ ਨੇ ਆਪਣੇ ਬੱਚੇ ਰੇਜ਼ ਕਰ ਰਹੀਆਂ, ਮੈਂ ਉਹਨਾਂ ਨੂੰ ਵੀ ਕਹਿਣਾ ਕਿ ਇਹ ਬਹੁਤ ਬਰੇਵ ਨੇ, ਔਰ ਇਸ ਦੇ ਵਿੱਚ ਸਾਨੂੰ ਡਿਗਨਿਟੀ ਦੇ ਨਾਲ ਜਿਹੜੀ ਹੈਗੀ ਆ, ਕਰੇਜ ਦੇ ਨਾਲ ਜਿਹੜਾ ਹੈਗਾ ਕਰਨਾ ਚਾਹੀਦਾ। ਐਜ਼ ਏ ਗਵਰਨਮੈਂਟ ਜਿਹੜੀ ਪਾਲਿਸੀ ਕੋਈ ਵੀ ਬਣੂਗੀ, ਆਈ ਪ੍ਰੋਮਿਸ ਕਿ ਅਸੀਂ ਪੂਰਾ ਧਿਆਨ ਜਿਹੜਾ ਉਹ 'ਚ ਰੱਖਾਂਗੇ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗਿੱਲ ਜੀ, ਤੁਸੀਂ ਆਪਣੇ ਟੀਵੀ ਦੀ ਵੋਲਿਊਮ ਘਟਾ ਦਿਓ ਥੋੜੀ ਜੀ। ਹੈਲੋ, ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੈਲਗਰੀ ਤੋਂ ਬੋਲਦਾ ਜੀ। ਜੀ ਦੱਸੋ ਜੀ। ਤੇ ਮੈਂ ਉੱਥੇ ਸੁਖ ਧਾਲੀਵਾਲ ਦੇ ਨਾਲ ਸੀ। ਹਾਂਜੀ ਹਾਂਜੀ ਠੀਕ ਹੈ ਜੀ, ਦੱਸੋ ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਬਸ ਆਹ ਮੁਬਾਰਕਬਾਦ ਹੀ ਦੇਣਾ ਚਾਹੁੰਦਾ, ਕਿਉਂਕਿ ਪਹਿਲਾਂ ਕੈਲਗਰੀ ਦੇ ਵਿੱਚ ਰਹੇ ਆ, ਬੜੇ ਸਾਡੇ ਹਰਮਨ ਪਿਆਰੇ ਆ ਜੀ ਉਹ। ਅੱਛਾ ਜੀ, ਠੀਕ ਹੈ ਜੀ, ਧੰਨਵਾਦ ਜੀ। ਪਹਿਲਾਂ ਦੱਸੋ। ਹਾਂਜੀ ਬਿਲਕੁਲ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ? ਆਪਣਾ ਪੂਰਾ ਨਾਮ ਦੱਸੋਗੇ ਜੀ? ਹਾਂਜੀ, ਤੁਸੀਂ ਆਪਣਾ ਪੂਰਾ ਨਾਮ ਦੱਸੋਗੇ? ਮੇਰਾ ਪੂਰਾ ਨਾਮ ਜਗਤਾਰ ਗਿੱਲ ਹੈ ਜੀ। ਜਗਤਾਰ, ਠੀਕ ਹੈ ਜੀ ਜਗਤਾਰ ਜੀ। ਥੈਂਕ ਯੂ ਮਿਸਟਰ ਗਿੱਲ।
ਔਰ ਬੜਾ ਸਰੀ ਕੈਲਗਰੀ ਦੇ ਵਿੱਚ ਹੀ ਮੈਂ ਪਹਿਲਾਂ ਆਇਆ ਸੀਗਾ ਜਦੋਂ ਕੈਨੇਡਾ 'ਚ ਆਇਆ, ਔਰ ਕੈਲਗਰੀ 'ਚ ਕਾਫੀ ਸਮਾਂ ਰਿਹਾ, ਯੂਨੀਵਰਸਿਟੀ ਕੈਲਗਰੀ ਵੀ ਉੱਥੇ ਮੈਂ ਗਿਆ ਔਰ ਬਹੁਤ ਪਿਆਰ ਉੱਥੇ ਦਿੱਤਾ। ਉੱਥੋਂ ਹੀ ਇਨਫੈਕਟ ਜਿਹੜਾ ਸੀ ਇਹ ਜਿਹੜਾ ਸੀ ਜਾਗ ਲੱਗੀ ਪੋਲੀਟੀਕਲੀ, ਔਰ ਉੱਥੋਂ ਦੇ ਲੋਕਾਂ ਨੇ ਚਾਲ ਨੂੰ ਚੁਣ ਕੇ ਭੇਜਿਆ, ਜੋਰਜ ਚਾਲ ਨੂੰ ਆਪਦਾ ਨੁਮਾਇੰਦਾ ਲਿਬਰਲ ਦਾ, ਤੇ ਬੜੇ ਧੰਨਵਾਦੀ ਹਾਂ ਅਸੀਂ ਕੈਲਗਰੀ ਦੇ ਸਕਾਈ ਵਿਊ ਦੇ ਔਰ ਕੈਲਗਰੀ ਦੇ ਹੋਰ ਸਪੋਰਟਰ ਜਿਨ੍ਹਾਂ ਨੇ ਲਿਬਰਲ ਦੀ ਜਿਹੜੀ ਉੱਥੇ ਸਪੋਰਟ ਕੀਤੀ। ਜੀ ਬਿਲਕੁਲ। ਤੋਂ ਮੈਨੂੰ ਵੀ ਮੌਕਾ ਮਿਲਿਆ, ਮੈਂ ਕੈਲਗਰੀ ਗਿਆ ਸੀ ਜੋ ਚਾਲ ਦੀ ਕੈਂਪੇਨ ਦੇ ਵਿੱਚ, ਔਰ ਇਸੇ ਤਰ੍ਹਾਂ ਐਡਮਿੰਟਨ ਵੀ ਗਏ ਸੀ। ਐਡਮਿੰਟਨ ਤੋਂ ਵੀ ਜਿਹੜੇ ਹੈਗੇ ਨੇ ਰੈਂਡੀ ਬੌਸ਼ ਉਹ ਵੀ ਜਿਹੜੇ ਚੁਣੇ ਗਏ ਨੇ। ਸੋ ਧੰਨਵਾਦ ਅਲਬਰਟਾ ਦੀਆਂ ਸੰਗਤਾਂ ਦਾ, ਕਿਉਂਕਿ ਉਹਨਾਂ ਦੀ ਹੁਣ ਰਿਪਰੈਜ਼ੈਂਟੇਸ਼ਨ ਤਾਂ ਐਟਲੀਸਟ ਹੋਏਗੀ ਨਾ ਸਰਕਾਰ ਦੇ ਵਿੱਚ। ਜੀ ਸੋ ਸੁਖ ਧਾਲੀਵਾਲ ਜੀ, ਫੇਸਬੁੱਕ ਤੇ ਕਮਲ ਔਜਲਾ ਨੇ ਵੀ ਤੁਹਾਨੂੰ ਕੰਗ੍ਰੈਚੁਲੇਸ਼ਨਸ ਲਿਖਿਆ ਹੈ। ਸੋ ਸਾਰੇ ਇਸ ਵੇਲੇ ਤੁਹਾਨੂੰ ਵਧਾਈਆਂ ਫੇਸਬੁੱਕ ਤੇ ਵੀ ਦੇ ਰਹੇ ਨੇ, ਫੋਨ ਕਾਲਸ ਤੇ ਵੀ ਦੇ ਰਹੇ ਨੇ। ਸੁਖ ਧਾਲੀਵਾਲ ਜੀ, ਬਹੁਤ ਛੋਟੀਆਂ ਚੀਜ਼ਾਂ ਜਿਵੇਂ ਕਿ ਮੈਡੀਕਲ ਸਕੂਲ ਦੀ ਗੱਲ ਆ ਜਾਂ ਇੱਦਾਂ ਦੇ ਹੋਰ ਟੌਪਿਕ, ਡੈਂਟਲ ਫੈਸਿਲਿਟੀਜ਼ ਹੈਗੀਆਂ ਨੇ, ਇਹ ਛੋਟੀਆਂ ਉਹ ਚੀਜ਼ਾਂ ਨੇ ਜਿਹੜੀਆਂ ਲੋਕਾਂ ਦੀ ਡਿਮਾਂਡ ਹੈਗੀਆਂ, ਆਮ ਲੋਕਾਂ ਦੇ ਨਾਲ ਜੁੜੀਆਂ ਛੋਟੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਚਾਹੁੰਦੇ ਨੇ ਕਿ ਪੂਰੀਆਂ ਹੋ ਜਾਣ। ਤੁਸੀਂ ਦੱਸਿਆ ਕਿਉਂਕਿ 36 ਦਿਨ ਦੀ ਕੈਂਪੇਨ, ਬਹੁਤ ਥੋੜਾ ਸਮਾਂ ਹੀ ਤੁਹਾਨੂੰ ਜਿਹੜਾ ਮਿਲਿਆ ਸੀਗਾ ਕੈਂਪੇਨ ਦਾ, ਬਟ ਇਹ ਚੰਗੀ ਗੱਲ ਹੁੰਦੀ ਹੈ ਕਿ ਇੰਨੇ ਘੱਟ ਸਮੇਂ ਦੇ ਵਿੱਚ ਵੀ ਲੋਕ ਇੰਨੀ ਵੱਧ ਗਿਣਤੀ ਦੇ ਵਿੱਚ ਤੁਹਾਨੂੰ ਵੋਟਾਂ ਪਾਉਣ ਲਈ ਪਹੁੰਚ ਗਏ। ਇਹ ਉਹੀ ਚੀਜ਼ ਹੁੰਦੀ ਹੈ ਗਰਾਊਂਡ ਲੈਵਲ ਦੇ ਉੱਤੇ ਕਿ ਜਦੋਂ ਤੁਸੀਂ ਸਿਰਫ 36 ਦਿਨਾਂ 'ਚ ਲੋਕਾਂ ਦੇ ਮੁਖਾਤਿਬ ਨਹੀਂ ਹੋਏ ਹੋ, ਸਿਰਫ 36 ਦਿਨਾਂ ਦੇ ਵਿੱਚ ਕੰਮ ਕਰਨ ਦੇ ਵਾਅਦੇ ਨਹੀਂ ਕੀਤੇ, ਤੁਸੀਂ ਪਹਿਲਾਂ ਤੋਂ ਵਿਚਰਦੇ ਰਹੇ ਹੋ, ਪਹਿਲਾਂ ਤੋਂ ਉਹਨਾਂ ਲਈ ਕੰਮ ਕਰਦੇ ਰਹੇ ਹੋ। ਇਸੇ ਲਈ 36 ਦਿਨਾਂ ਦੀ ਛੋਟੀ ਜਿਹੀ ਕੈਂਪੇਨ ਦੇ ਵਿੱਚ ਲੋਕਾਂ ਨੂੰ ਤੁਹਾਡੇ ਬਾਰੇ ਪਹਿਲਾਂ ਤੋਂ ਪਤਾ ਸੀ, ਜ਼ਿਆਦਾ ਫਰਕ ਨਹੀਂ ਪਿਆ ਹੈਗਾ। ਪਰ ਉਹ ਐਂਡੋਰਸਮੈਂਟ ਤਾਂ ਬਹੁਤ ਵੱਡੀ ਹੈ ਨਾ। ਬਿਲਕੁਲ। ਦੇਖੋ ਚਾਹੇ ਉਹ 36 ਦਿਨ ਦਾ ਕੈਂਪੇਨ ਸੀ, ਪਰ ਜਿਹੜੀ ਵੱਡਾ ਹੌਸਲਾ ਇਹ ਵੀ ਹੈ ਨਾ ਕਿ ਜਿਹੜਾ ਮੈਂ ਪਿਛਲੇ ਸਮੇਂ ਤੋਂ ਲੋਕਾਂ 'ਚ ਵਿਚਰਿਆ, ਉਹਦੀ ਵੱਡੀ ਐਂਡੋਰਸਮੈਂਟ ਜਿਹੜੀ ਆ ਉਹਨਾਂ ਨੇ ਮੈਨੂੰ, ਐਂਡੋਰਸਮੈਂਟ ਦੀ ਪੰਜਾਬੀ ਹੁਣ ਆਈਮ ਸੌਰੀ ਚਾਹੇ ਮੈਂ ਪੰਜਾਬੀ ਮੇਰੀ ਪਹਿਲੀ ਲੈਂਗੁਏਜ ਆ, ਵੀ ਜਿਹੜਾ ਉਹਨਾਂ ਨੇ ਮੈਨੂੰ ਉਹ ਐਂਡੋਰਸਮੈਂਟ ਦਿੱਤੀ ਹੈਗੀ, ਕਿਹਾ ਵੀ ਹਾਂ ਇਹ ਅਸੀਂ ਤੇਰੇ 'ਚ ਵਿਸ਼ਵਾਸ ਰੱਖਦੇ, ਇੱਕ ਬਹੁਤ ਵੱਡੀ ਗੱਲ ਆ ਔਰ ਮੇਰੇ ਲਈ ਮਾਣ ਦੀ ਗੱਲ ਆ। ਔਰ ਮੇਰੇ ਲਈ ਇਹ ਮੈਨੂੰ ਹੋਰ ਵੀ ਨਿਮਰਤਾ ਜਿਹੜੀ ਆ ਉਹ ਦਿੰਦੀ, ਹੰਬਲ ਬਣਾਉਂਦੀ ਆ ਕਿ ਦੇਖੋ ਲੋਕ ਕਿੰਨਾ ਪਿਆਰ ਕਰਦੇ ਨੇ। ਲੱਗਦਾ ਨਹੀਂ ਸੀ, ਸਹੀ ਗੱਲ ਤੁਸੀਂ ਪੁੱਛੋ ਮੈਨੂੰ, ਵੀ ਇੰਨੀ ਵੋਟਰ ਟਰਨ ਆਊਟ, ਕਿਉਂਕਿ ਜਦੋਂ ਪਹਿਲਾਂ ਕਿਹਾ ਗਿਆ ਕਿ ਜਾਂ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਇੱਕ ਜਦੋਂ ਖਬਰ ਆਈ ਪਹਿਲਾਂ ਵੀ ਐਡਵਾਂਸ ਪੋਲ ਦੇ ਵਿੱਚ ਸਰੀ ਨਿਊਟਨ 'ਚ ਸਾਰਿਆਂ ਨਾਲੋਂ ਘੱਟ ਵੋਟਿੰਗ ਜਿਹੜੀ ਆ ਉਹ ਹੋਈ ਸੀ, ਇਹ ਤੁਹਾਨੂੰ ਪਤਾ ਹੀ ਆ। ਬਿਲਕੁਲ, ਔਰ ਕਾਊਂਟਿੰਗ ਲੇਟ ਹੀ ਸ਼ੁਰੂ ਹੋਈ ਸੀਗੀ ਤੁਹਾਡੀ ਰਾਈਡਿੰਗ ਦੀ। ਜਿਹੜੀ ਵੋਟਿੰਗ ਹੀ ਸੀਗੀ ਐਡਵਾਂਸ ਪੋਲਿੰਗ ਦੇ ਜਦੋਂ ਰਿਜ਼ਲਟ ਆਏ ਨਾ ਵੀ ਕਿੰਨੀ ਵੋਟਿੰਗ ਹੋਈ, ਉਹਦੇ ਵਿੱਚ ਸਰੀ ਨਿਊਟਨ ਦੇ ਵਿੱਚ ਸਾਰਿਆਂ ਨਾਲੋਂ ਘੱਟ ਵੋਟਿੰਗ ਹੋਈ। ਸੋ ਇਹਦਾ ਮਤਲਬ ਇਲੈਕਸ਼ਨ ਡੇ ਦੇ ਉੱਤੇ ਵੀ ਜਿਹੜਾ ਪਹਿਲਾਂ ਵੋਟਾਂ ਤਾਂ ਪਾਈਆਂ ਪਰ ਇਲੈਕਸ਼ਨ ਡੇ ਤੇ ਵੀ ਜਿਹੜੀ ਆ ਉਹ ਤਹਿ ਤੋੜ ਜਿਹੜੀ ਲੋਕਾਂ ਨੇ ਆਪਦੇ ਕੰਮ ਤੋਂ ਛੱਡ ਜਾਂ ਜਿਸ ਤਰੀਕੇ ਨਾਲ ਵੀ ਉਹਨਾਂ ਨੇ ਆਪਦੇ ਟਾਈਮ ਨੂੰ ਮੈਨੇਜਮੈਂਟ ਕੀਤਾ, ਐਡੀ ਵੱਡੀ ਗਿਣਤੀ 'ਚ ਇੱਕੋ ਦਿਨ 'ਚ ਜਿਹੜੀ ਵੋਟ ਪਾ ਕੇ ਉਹ ਕੀਤਾ। ਸੋ ਮੈਂ ਇਹ ਮੈਨੂੰ ਦੱਸਦਾ ਹੈਗਾ ਕਿ ਲੋਕਾਂ ਨੇ ਜਿਹੜਾ ਇਹ ਮੈਨੂੰ ਪਿਆਰ ਦਿੱਤਾ ਹੈਗਾ। ਹੁਣ ਮੇਰਾ ਫਰਜ਼ ਬਣਦਾ ਕਿ ਅਗਲੇ ਜਿਹੜੇ ਸਾਲਾਂ ਲਈ, ਜਿੰਨੇ ਵੀ ਸਾਲਾਂ ਤਾਈਂ ਨੈਕਸਟ ਇਲੈਕਸ਼ਨ ਨਹੀਂ ਹੁੰਦਾ, ਉਦੋਂ ਤੱਕ ਮੈਂ ਉਹਨਾਂ ਦੇ ਲਈ ਜਿਹੜੀ ਹੈਗੀ ਆ ਉਹ ਯਤਨ ਕਰਾਂ, ਲੜਾਈ ਕਰਾਂ, ਉਹਨਾਂ ਦੇ ਹੱਕ ਨੇ ਜਿਹੜੇ, ਉਹਨਾਂ ਦੀ ਆਵਾਜ਼ ਹੈ ਜਿਹੜੀ, ਔਰ ਉਹਨਾਂ ਦੇ ਜਿਹੜੇ ਕੰਮ ਨੇ। ਕਿਉਂਕਿ ਦੇਖੋ ਹਰੇਕ ਬੰਦੇ ਨੂੰ ਕੰਮ ਨਹੀਂ ਪੈਂਦਾ, ਪਰ ਇਹ ਜਿਹੜੀ ਕੰਸਟੀਟੂਐਂਸੀ ਹੈਗੀ ਨਾ ਸਰੀ ਨਿਊਟਨ, ਇਹਦਾ ਇੱਕ ਜ਼ਰੂਰੀ ਆ, ਇਹਦੇ ਵਿੱਚ ਕੰਸਟੀਟੂਐਂਸੀ ਐਮਪੀ ਹੋਣਾ ਬਹੁਤ ਜ਼ਰੂਰੀ ਆ। ਕੰਸਟੀਟੂਐਂਸੀ ਐਮਪੀ ਦਾ ਮਤਲਬ ਹੈਗਾ ਕਿ ਉਹ ਆਮ ਸਧਾਰਨ ਇਨਸਾਨ ਤੱਕ, ਉਹ ਇਹ ਨਹੀਂ ਵੀ ਇੱਥੋਂ ਚੁਣ ਕੇ ਭੇਜਿਆ ਆਟਵਾ ਇਕੱਲੀ ਪਾਲਿਸੀ ਬਣਾਈ ਜਾਵੇ ਤੇ ਮੁੜ ਕੇ ਨਜ਼ਰ ਨਾ ਆਏ ਇੱਥੇ, ਠੀਕ ਹੈ ਨਾ। ਉਹ ਬੜਾ ਸੌਖਾ ਕੰਮ ਆ, ਇਹ ਨਹੀਂ ਵੀ ਤੁਸੀਂ ਆਟਵਾ ਭੇਜ ਦਿਓ, ਪਰ ਜਦੋਂ ਤੁਸੀਂ ਇਹ ਕੰਮ ਕਿ ਹਰੇਕ ਵੀਕਐਂਡ ਵਾਪਸ ਆ ਕੇ ਓਪਨ ਹਾਊਸ ਰੱਖਣੇ, ਲੋਕਾਂ ਨੂੰ ਮਿਲਣਾ, ਉਸ ਤੋਂ ਬਾਅਦ ਤੁਸੀਂ ਲੋਕਾਂ ਕੋਲ ਅਪਰੋਚ ਕਰਨ ਜਾਣਾ। ਸੋ ਇਹ ਜਿਹੜੀ ਚੀਜ਼ ਹੈ ਇਹ ਬੜੀ ਜ਼ਰੂਰੀ ਹੈ ਇਸ ਕੰਸਟੀਟੂਐਂਸੀ। ਕਿਉਂਕਿ ਬਹੁਤ ਸਾਰੇ ਨਵੇਂ ਇਮੀਗ੍ਰੈਂਟਸ ਨੇ, ਉਹਨਾਂ ਨੂੰ ਪਰਸਨਲ ਇਸ਼ੂਜ਼ ਵੀ ਜਿਹੜੇ ਨੇ ਉਹ ਆਉਂਦੇ ਹੈਗੇ, ਸੋ ਉਹਨਾਂ ਦਾ ਹੱਲ ਲੱਭਣਾ। ਸੋ ਮੈਂ ਇਹਦੇ ਵਿੱਚ ਇੱਕ ਸਮਝਦਾ ਕਿ ਮੈਂ ਕਈ ਵਾਰ ਤਾਂ ਮੈਨੂੰ ਸੀਸਾਂ ਹੀ ਬਹੁਤ ਮਿਲਦੀਆਂ, ਮੈਂ ਕਈ ਵਾਰ ਇਹ ਦੇਖ, ਕਿਉਂਕਿ ਹਰੇਕ ਬੰਦੇ ਨੂੰ ਤਾਂ ਪਤਾ ਨਹੀਂ ਵੀ ਮੈਂ ਪ੍ਰਾਈਵੇਸੀ ਮੈਂ ਦੱਸ ਨਹੀਂ ਸਕਦਾ ਮੈਂ ਕੀ ਕੰਮ ਕਰਦਾ, ਪਰ ਕਈ ਵਾਰ ਇੰਨੇ ਲੋਕ ਵਿੱਚ ਫਸੇ ਹੁੰਦੇ, ਉਹਦਾ ਦਾ ਕੰਮ ਹੁੰਦਾ, ਤਾਂ ਇੰਨੀ ਵੱਡੀਆਂ ਸੀਸਾਂ ਇਕੱਲੇ ਮੈਨੂੰ ਨਹੀਂ, ਮੇਰੇ ਬੱਚਿਆਂ ਨੂੰ ਵੀ ਸੀਸਾਂ ਦਿੰਦੇ। ਸੋ ਦੈਟ ਜਿਹੜਾ ਵਾ ਇੱਕ ਮੀਨਸ ਅ ਲੋਟ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ੈਰੀ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਕੈਲਗਰੀ ਤੋਂ ਸੁਜੀਤ ਨੂੰ ਬੋਲਦੀ ਹਾਂ। ਜੀ ਢਿੱਲੋਂ ਜੀ ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੁੰਦੇ ਹੋ ਢਿੱਲੋਂ ਜੀ? ਹਾਂਜੀ, ਮੈਂ ਸੁਖ ਧਾਲੀਵਾਲ ਜੀ ਆਏ ਨੇ, ਇਹਨਾਂ ਨੂੰ ਬਹੁਤ ਬਹੁਤ ਵਧਾਈਆਂ। ਮਿਹਰਬਾਨੀ। ਅਸੀਂ ਵੀ ਇਹਨਾਂ ਨੂੰ ਵੋਟ ਪਾਈ ਹੈ ਤੇ ਅਸੀਂ ਹੋਪ ਕਰਦੇ ਹਾਂ ਕਿ ਸਾਡੇ ਲਈ ਹੋਰ ਵੀ ਚੰਗੇ ਸੀਨੀਅਰਸ ਵਾਸਤੇ ਕੁਝ ਨਾ ਕੁਝ ਚੰਗਾ ਲੈ ਕੇ ਆਉਣਗੇ। ਸੋ ਥੈਂਕ ਯੂ। ਓਕੇ ਢਿੱਲੋਂ ਜੀ, ਥੈਂਕ ਯੂ ਸੋ ਮਚ। ਥੈਂਕ ਯੂ। ਮੇਰੇ ਵਿੱਚ ਜਿਹੜਾ ਮਿਸ ਢਿੱਲੋਂ ਦਾ ਤੇ ਸਾਰੇ ਪਰਿਵਾਰ ਦਾ ਵੀ, ਇਨਫੈਕਟ ਜਿਹੜੇ ਉਹਨਾਂ ਦੇ ਫਰੈਂਡਸ ਨੇ ਉਹਨਾਂ ਨੇ ਸਪੋਰਟ ਕੀਤੀ, ਤੇ
ਨਾਲੇ ਇਸ਼ੂ ਦੱਸੀ ਜਾਂਦੇ ਨੇ ਕਿਉਂਕਿ ਪਤਾ ਵੀ ਲੱਗੀ ਜਾਂਦਾ ਵੀ ਆਹ ਵੀ ਇਸ਼ੂ ਮੇਰੀ ਕੰਸਟੀਟੂਐਂਸੀ 'ਚ ਇੰਪੋਰਟੈਂਟ ਹੈਗਾ, ਠੀਕ ਹੈ ਨਾ। ਸੀਨੀਅਰਸ ਨੇ ਮੇਰੀ ਬੜੀ ਮਦਦ ਕੀਤੀ, ਐਵੇਂ ਆਪਾਂ ਜੋ ਮਰਜ਼ੀ, ਮੈਨੂੰ ਜਿੱਥੇ ਵੀ ਮੈਂ ਗਿਆ ਸੀਨੀਅਰਸ ਨੂੰ ਮਿਲਿਆ, ਮੈਨੂੰ ਲੱਗਦਾ ਵੀ ਯੂਨੈਨਿਮਸਲੀ ਉਹਨਾਂ ਨੇ ਜਿਹੜੀ ਸੀਗੀ ਇਹਦੇ ਵਿੱਚ ਦੋ ਰਾਇ ਨਹੀਂ ਰੱਖੀਆਂ, ਉਹਨਾਂ ਨੇ ਮੈਨੂੰ ਸਪੋਰਟ ਜਿਹੜੀ ਆ ਉਹ ਕੀਤੀ ਆ, ਕਿਉਂਕਿ ਬਹੁਤ ਸਾਰੇ ਸੀਨੀਅਰਸ ਨੂੰ ਮੈਂ ਮਿਲਿਆ ਵੀ ਆ। ਇਸ ਤਰ੍ਹਾਂ ਸੀਨੀਅਰਸ ਵੀ ਇਸ ਗੱਲ ਨਾਲ ਸਹਿਮਤ ਹੋਣਗੇ, ਚਾਹੇ ਉਹ ਸੀਨੀਅਰ ਸੈਂਟਰ ਦੀ ਗੱਲ ਕਰ ਲਓ, ਚਾਹੇ ਡਿਫਰੈਂਟ ਪਲੇਸਿਸ ਦੇ ਉੱਤੇ ਜਿੱਥੇ ਜਿੱਥੇ ਵੀ ਸੀਨੀਅਰ ਜਿਹੜੇ ਨੇ ਉਹ ਇਕੱਠੇ ਹੋ ਕੇ ਬਹਿੰਦੇ ਨੇ, ਤੇ ਮੈਂ ਉਹਨਾਂ ਨੂੰ ਵੀ ਮਿਲਿਆ ਜਾ ਕੇ। ਜੀ ਸਤਿ ਸ਼੍ਰੀ ਅਕਾਲ ਨਾਹਲ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਨਾਹਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ ਮੈਂ ਕਹਿਣਾ ਚਾਹੁੰਦੀ ਹਾਂ ਵੀ ਬਹੁਤ ਬਹੁਤ ਵਧਾਈਆਂ ਜੀ ਸੁੱਖ ਢਾਲੀਵਾਲ ਨੂੰ, ਤੇ ਅਸੀਂ ਬਹੁਤ ਇਹਨਾਂ ਨੇ ਕੰਮ ਕੀਤੇ। ਅਸੀਂ ਇਹ ਕਹਿਣਾ ਚਾਹੁੰਦੇ ਇਹਨਾਂ ਨੂੰ ਵੀ ਹੁਣ ਤੁਸੀਂ ਆ ਜਿਹੜਾ ਹਸਪੀਟਲ 'ਚ ਮੈਡੀਸਲ ਕਾ ਲਿਆ, ਇਹ ਬਹੁਤ ਜ਼ਿਆਦਾ ਜਿੱਦਾਂ ਹੁਣ ਕੰਮ ਖਰਾਬ ਹੋਇਆ, ਇਹਦੇ ਬਾਰੇ ਕੁਝ ਸੋਚੋ। ਹਾਂਜੀ ਜੀ ਮੈਡੀਕਲ, ਹੈਲੋ ਤੁਸੀਂ ਮੈਡੀਕਲ ਕਾਲਜ ਦੀ ਗੱਲ ਕਰ ਰਹੇ ਹੋ ਜੀ ਨਾਹਲ ਜੀ? ਨਹੀਂ, ਮੈਂ ਗੱਲ ਕਰਦੀ ਹਾਂ ਜਿੱਦਾਂ ਹਸਪੀਟਲਾਂ 'ਚ ਜਿਹੜੇ ਮੈਡੀਕਲ ਹੈਗੇ ਆ ਡਾਕਟਰ ਆ, ਉਹ ਉੱਥੇ ਇੰਨੇ ਬਿਜ਼ੀ ਆ, ਜਿੱਦਾਂ ਹੁਣ ਪ੍ਰਾਈਵੇਟ ਸਾਰਾ ਕੁਝ ਹੋ ਹੀ ਜਾਂਦਾ। ਪਰ ਇਹ ਤੁਸੀਂ ਇਹਦੇ ਬਾਰੇ ਕੋਈ ਬੰਦੋਬਸਤ ਸੋਚੋ। ਉੱਥੇ ਹੁਣ ਕੋਈ ਇੰਨੀ ਇਲਾਜ ਲੂਜ ਹੈ ਨਹੀਂ ਹਸਪੀਟਲਾਂ 'ਚ ਇੰਨੇ ਜ਼ਿਆਦਾ। ਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਭਾਜੀ। ਥੈਂਕ ਯੂ ਭੈਣ, ਤੁਹਾਡਾ ਬਹੁਤ ਬਹੁਤ ਮਿਹਰਬਾਨੀ। ਮੈਂ ਦਲਵੀਰ ਦੀ ਮੰਮੀ ਬੋਲਦੀ ਹਾਂ। ਅੱਛਾ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੇ ਧੰਨਵਾਦ ਤੁਹਾਡਾ। ਤੇ ਬਸ ਇਹੀ ਹੈਗਾ ਕਿ ਜਿਹੜਾ ਉਹਨਾਂ ਨੇ ਗੱਲ ਕਿਸ ਤਰ੍ਹਾਂ ਕਹੀ ਹੈਗੀ ਵੀ ਉਹ ਅਸੀਂ 7500 ਮੋਰ ਜਿਹੜੇ ਹੈਲਥ ਪ੍ਰੋਫੈਸ਼ਨਲ ਲੈ ਕੇ ਆਉਣੇ, ਔਰ $6 ਬਿਲੀਅਨ ਅਸੀਂ ਇਨਵੈਸਟ ਕਰਨਾ, ਜਿਹੜੀਆਂ ਕਹਿੰਦੇ ਨੇ ਵੇਟ ਲਿਸਟ ਹੈਗੀਆਂ ਇਸ ਵੇਲੇ, ਕਿਉਂਕਿ ਉਹ ਵੇਟ ਲਿਸਟ ਬਣੀਆਂ ਪਈਆਂ ਨਾ, ਉਹਨਾਂ ਨੂੰ ਘਟਾਉਣ, ਕਿਉਂਕਿ 4 ਬਿਲੀਅਨ ਅਸੀਂ ਆਲਰੇਡੀ ਇਨਵੈਸਟ ਕੀਤੇ ਸੀ, $6 ਬਿਲੀਅਨ ਅਸੀਂ ਹੋਰ ਇਨਵੈਸਟ ਕਰਨੇ ਤਾਂ ਕਿ ਜਿਹੜੀਆਂ ਵੇਟ ਲਿਸਟ ਹੋਈਆਂ। ਅਸੀਂ ਤੁਹਾਨੂੰ ਜਿੱਦਾਂ ਅਸੀਂ ਤੁਹਾਨੂੰ ਪਤਾ ਹੀ ਆ, ਅਸੀਂ ਦਲਵੀਰ ਤੁਹਾਨੂੰ ਸਪੋਰਟ ਕਰਦੀ ਸੀ, ਅਸੀਂ ਸਾਰੀ ਫੈਮਿਲੀ ਨੇ ਤੁਹਾਨੂੰ ਸਪੋਰਟ। ਦੇਖੋ ਦਲਵੀਰ ਜਿਹੜੀ ਸੀਗੀ ਬੱਚੀ, ਉਹਦੀ ਬੜੀ ਵੱਡੀ ਦੇਣ ਸੀ ਸਾਰੀ ਕਮਿਊਨਿਟੀ। ਧੰਨਵਾਦ ਕਰਦੇ ਆ, ਸਾਨੂੰ ਬੜਾ ਚੰਗਾ ਲੱਗਦਾ ਤੁਹਾਡੇ ਨਾਲ ਗੱਲ ਕਰਕੇ। ਇਸ ਕਰਕੇ ਹੁਣ ਸਾਡਾ ਹਸਪੀਟਲ ਨਾਲ ਬਾਹ ਪੈਂਦਾ ਰਹਿੰਦਾ। ਹੁਣ ਉਹਨਾਂ ਦਾ ਇਹ ਪ੍ਰਾਈਵੇਟ ਕਰੀ ਜਾਂਦੇ, ਨਰਸਾਂ ਦੀਆਂ 12-12 ਘੰਟੇ ਸ਼ਿਫਟ ਆ, ਉਹਨਾਂ ਦਾ ਵੀ ਨਹੀਂ ਬੱਸ ਹੈਗਾ। ਇਹ ਤੁਸੀਂ ਇਹਦੇ ਬਾਰੇ ਕੁਝ ਨਾ ਹੁਣ ਸੋਚੋ। ਚੰਗਾ ਜੀ, ਠੀਕ ਹੈ ਨਾਹਲ ਜੀ, ਥੈਂਕ ਯੂ ਜੀ। ਥੈਂਕ ਯੂ। ਪਹਿਲੀ ਗੱਲ ਤਾਂ ਇਹ ਸੀ ਵੀ ਦਲਵੀਰ ਬੱਚੀ ਜਿਹੜੀ ਸੀਗੀ ਉਹ ਬੜੀ ਕਰਜੀਅਸ ਬੱਚੀ ਸੀ। ਪਤਾ ਨਹੀਂ ਸ਼ਾਇਦ ਤੁਹਾਨੂੰ ਉਹਦੀ ਹਿਸਟਰੀ ਨਹੀਂ ਪਤਾ ਹੋਣਾ। ਉਹ ਇੰਟੀਰੀਅਰ ਸੀਗੀ ਬੱਚੀ, ਕਾਉਂਸਲਰ ਸੀਗੀ ਚੁਣੀ ਹੋਈ, ਜਿਹੜੀ ਸੀ ਸਿਟੀ ਕਾਉਂਸਲਰ ਸੀਗੀ। ਉਹਨੂੰ ਕੈਂਸਰ ਦੇ ਕਰਕੇ ਉਹਦੀ ਡੈਥ ਜਿਹੜੀ ਆ ਉਹ ਇਲੈਕਸ਼ਨ ਦੇ ਵਿੱਚ ਹੀ ਹੋਈ ਆ ਹੁਣੇ। ਆਈ ਐਮ ਵੈਰੀ ਸੌਰੀ ਕਿ ਉਹ ਬੱਚੀ ਨੇ ਅਖੀਰਲੇ ਦਿਨ ਮੇਰੇ ਕੋਲ ਆਟਵਾ ਜਾ ਕੇ ਰਹਿ ਕੇ ਵੀ ਆਈ ਸੀ, ਕਿਉਂਕਿ ਜਿਹੜੀ ਸੀ ਜਦੋਂ ਮੈਂ ਉਹਨੂੰ ਦੇਖਦਾ ਹੈਗਾ ਉਹ ਮਤਲਬ ਇਹ ਚੀਜ਼ਾਂ ਨੇ ਹੌਲੀ ਹੌਲੀ ਜਿਹੜਾ ਹੈਗਾ ਸਾਰਾ ਸਿਸਟਮ ਹੈਗਾ ਉਹਦੇ ਵਿੱਚ ਸਾਨੂੰ ਬਿਲਕੁਲ ਤਬਦੀਲੀ ਵਾਕਈ ਹੋ ਚ ਲਿਆਉਣੀ ਚਾਹੀਦੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਟੀਵੀ ਦੀ ਵੋਲਿਊਮ ਘਟਾਇਓ ਜੀ। ਹੈਲੋ ਹਾਂਜੀ, ਟੀਵੀ ਦੀ ਆਵਾਜ਼ ਘਟਾ ਦਿਓ, ਤੁਸੀਂ ਫੋਨ ਤੇ ਮੇਰੇ ਨਾਲ ਗੱਲ ਕਰੋ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ, ਤੁਸੀਂ ਕਿੱਥੋਂ ਬੋਲਦੇ? ਜੀ ਸ਼ੋਅ 'ਚ ਤੁਸੀਂ ਕਾਲ ਕੀਤੀ ਹੈ ਨਾ, ਸੁਖ ਧਾਲੀਵਾਲ ਜੀ ਮੇਰੇ ਨਾਲ ਜੁੜੇ ਹੋਏ। ਹਾਂਜੀ 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 ਹਾਂਜੀ, ਕੀ ਕਹਿਣਾ ਚਾਹੋਗੇ ਜੀ, ਦੱਸੋ। ਮੈਂ ਵਧਾਈ ਦਿੰਦੀ ਆ ਜੀ ਆਪਣੇ ਇਹਨਾਂ ਨੂੰ, ਢਾਲੀ ਸਾਹਿਬ ਨੂੰ ਜੀ। 4 ਵੋਟਾਂ ਪਾਈਆਂ ਇਹਨਾਂ ਨੂੰ। ਅੱਛਾ ਜੀ, ਠੀਕ ਹੈ। ਮੈਂ ਵੋਟ ਬੋਲਦੀ ਸੀ। ਐਬਸਫੋਰਡ ਤੋਂ, ਠੀਕ ਹੈ ਜੀ, ਠੀਕ ਹੈ। ਹਾਂਜੀ, ਐਬਸਫੋਰਡ ਤੋਂ ਬਹੁਤ ਬਹੁਤ ਖੁਸ਼ੀ ਹੋਈ ਜੀ। ਥੈਂਕ ਯੂ ਜੀ। ਪਰਮਾਤਮਾ ਇਹਨਾਂ ਨੂੰ ਅੱਗੇ ਵਧਾਵੇ ਹੋਰ ਜੀ। ਓਕੇ ਜੀ, ਸ਼ੁਕਰੀਆ ਜੀ। ਜੀ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ ਸੁਖ ਧਾਲੀਵਾਲ ਜੀ, ਹੋਰ ਕਾਲ ਨਾਲ ਦੀ ਨਾਲ ਮੈਨੂੰ ਪਿਕ ਕਰਨੀਆਂ ਪੈਣੀਆਂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ। ਸ਼ੈਰੀ ਬੋਲਦੇ ਜੀ? ਜੀ ਸ਼ੈਰੀ ਬੋਲ ਰਹੀ ਹਾਂ ਜੀ, ਕੀ ਕਹਿਣਾ ਚਾਹੋਗੇ? ਹਾਂ, ਧਾਲੀਵਾਲ ਸਾਹਿਬ ਨੂੰ ਲੱਖ ਲੱਖ ਵਧਾਈ ਹੋਵੇ। ਥੈਂਕ ਯੂ ਜੀ, ਮਿਹਰਬਾਨੀ। ਮੈਂ ਵਿਕਟੋਰੀਆ ਤੋਂ ਬੋਲਦਾ, ਕਰਤਾਰ ਸਿੱਧੂ ਜੀ। ਅੱਛਾ ਜੀ, ਕਰਤਾਰ ਜੀ। ਹਾਂਜੀ ਸਰ, ਹੋਰ ਕੀ ਕਹਿਣਾ ਚਾਹੋਗੇ ਜੀ? ਹਾਂਜੀ, ਇੱਕ ਤੇ ਵਧਾਈ ਦਿਓ ਸਾਡੇ ਵੱਲੋਂ ਧਾਲੀਵਾਲ ਸਾਹਿਬ ਨੂੰ, ਅਸੀਂ ਤੇ ਬਹੁਤ ਵੈਲੂਏਸ਼ਨ ਹੈ ਇਹਨਾਂ ਦੇ। ਤੇ ਦੂਜੀ ਮੈਂ ਗੱਲ ਕਰਨੀ ਸੀ ਕਿ ਜਦੋਂ ਪਤਾ ਜੰਗ ਵਿੱਚ ਹੁੰਦਾ ਜਾਂ ਅਡਲਟ ਹੁੰਦਾ, ਉਹ ਕੰਮ ਕਰਦਾ ਤੇ ਉਹਦੇ ਕੋਲ ਕਾਫੀ ਪੈਸੇ ਹੁੰਦੇ ਸੀ। ਤੇ ਜਦੋਂ ਬੰਦਾ ਸੀਨੀਅਰ ਹੋ ਜਾਂਦਾ, ਮੈਂ ਸੀਨੀਅਰ ਐ ਇਸ ਵੇਲੇ, ਸੀਨੀਅਰ ਹੋ ਜਾਂਦਾ ਤੇ ਦੰਦਾਂ ਦੀ ਪ੍ਰੋਬਲਮ ਉਦੋਂ ਹੀ ਆਉਂਦੀ ਆ। ਪਰ ਇਸ ਮੈਂ ਰਿਕੁਐਸਟ ਕਰਦਾ ਧਾਲੀਵਾਲ ਸਾਹਿਬ ਨੂੰ ਤੇ ਬਿੱਲ ਲਿਆਉਣ, ਕਮ ਸੇ ਕਮ ਸੀਨੀਅਰ ਨੂੰ ਤੇ ਕੋਈ ਰਿਬੇਟ ਦੇਣ ਜੀ। ਦੰਦਾਂ ਵਾਸਤੇ ਬਹੁਤ ਪ੍ਰੋਬਲਮ ਹੈ। ਬਹੁਤੇ ਲੋਕੀ ਜੇ ਇੱਕ ਸਾਡੀ ਜਿੰਨੀ ਇੱਕ ਪੈਨਸ਼ਨ ਆਉਂਦੀ ਹੈ, ਇੱਕ ਦੰਦ ਤੇ ਲੱਗ ਜਾਂਦੀ ਆ ਜੀ। ਤੇ ਮੇਰੀ ਇਹ ਰਿਕੁਐਸਟ ਹੈ, ਹੰਬਲ ਰਿਕੁਐਸਟ ਹੈ, ਜੇ
ਕੋਈ ਗੁਰਦੁਆਰੇ ਵੱਲੋਂ ਜਾਂ ਸੀਨੀਅਰ ਸੁਸਾਇਟੀ ਵੀ ਸਾਡੇ ਇੱਥੇ ਹੈਗੀ, ਜੇ ਉਹਨਾਂ ਵੱਲੋਂ ਕੋਈ ਰੈਜੂਲੇਸ਼ਨ ਚਾਹੀਦਾ ਤੇ ਵੀ ਕੈਨ ਸੈਂਡ ਟੂ ਆਨਰੇਬਲ ਸੁਖ ਧਾਲੀਵਾਲ ਜੀ। ਠੀਕ ਹੈ ਜੀ, ਕਰਦੇ ਹਾਂ ਇਸ ਤੇ ਗੱਲ। ਥੈਂਕ ਯੂ ਸੋ ਮਚ ਸੁਖ ਧਾਲੀਵਾਲ ਜੀ। ਇਹ ਇਸ਼ੂ ਤਾਂ ਇਲੈਕਸ਼ਨਸ ਦੇ ਦੌਰਾਨ ਵੀ ਕਾਫੀ ਡੈਂਟਲ ਇਸ਼ੂ ਦੇਖੋ ਸਾਨੂੰ ਪਹਿਲਾਂ ਜਿਵੇਂ ਉਹ ਮੈਨੂੰ ਐਫ4 ਤੋਂ ਸੀਗੇ, ਉਹਨਾਂ ਦਾ ਧੰਨਵਾਦ ਕਰਦਾ। ਮੈਨੂੰ ਨਵਰੀਨ ਗਿੱਲ ਜਿਹੜੇ ਡਾਕਟਰ ਗਿੱਲ ਐਫ4 ਤੋਂ ਇਲੈਕਸ਼ਨ ਲੜੇ ਸੀ, ਕਿਉਂਕਿ ਐਡਫਾਸਟ ਦੇ ਖਿਲਾਫ ਇਲੈਕਸ਼ਨ ਲੜਨਾ ਕੋਈ ਸੌਖੀ ਨਹੀਂ ਸੀ, ਬੜੀ ਵੱਡੀ ਵੋਟ ਉਹਨਾਂ ਨੂੰ ਹਾਸਲ ਹੋਈ ਆ। ਔਰ ਉਹ ਮੈਨੂੰ ਦੱਸਦੇ ਸੀਗੇ ਜਦੋਂ ਪਿੱਛੇ ਜੇ ਜਿਸ ਦਿਨ ਜਸਟਿਨ ਟਰੂਡੋ ਆ ਕੇ ਗਏ ਆ, ਉਹ ਕਹਿੰਦੇ ਸੀ ਵੀ ਮੈਂ ਐਵਰੀ ਤੀਜੇ ਚੌਥੇ ਘਰੇ ਜਦੋਂ ਐਪਸਪੋਰਟ ਵੀ ਜਾਂਦੀ ਆ, ਉਹ ਕਹਿੰਦੇ ਜੀ ਇਸ ਤੇ ਸੁੱਖ ਨੂੰ ਵੋਟ ਪਾਉਣੀ ਹੈਗੀ। ਉਹਦਾ ਕਾਰਨ ਇਹ ਸੀ ਵੀ ਜਿਹੜੇ ਐਪਸਪੋਰਟ ਤੋਂ ਲੋਕ ਹੈਗੇ ਆ ਉਹ ਵੀ ਮੇਰੇ ਕੋਲ ਜਦੋਂ ਕੰਮ ਲਈ ਆਏ ਤਾਂ ਕਦੇ ਵਾਪਸ ਨਹੀਂ ਘੱਲੇ, ਤੇ ਉਹ ਕਹਿੰਦੀ ਸੀ ਵੀ ਮੈਂ ਇਹੋ ਜਿਹਾ ਪੋਲੀਟੀਸ਼ੀਅਨ ਬਣਨਾ ਚਾਹੁੰਦੀ। ਦੇਖੋ ਕੁੜੀ ਇੱਕ ਬੱਚੀ ਜਿਹੜੀ ਸਾਡੀ ਉਹ ਡਾਕਟਰ ਵਾ ਬਾਈ ਪ੍ਰੋਫੈਸ਼ਨ, ਤੇ ਉਹ ਕਹਿ ਰਹੀ ਸੀ ਵੀ ਐਵਰੀ ਤੀਜੇ ਚੌਥੇ, ਉਹ ਜੌਨ ਐਲਡੈਗ ਨੂੰ ਦੱਸ ਰਹੀ ਸੀ ਜਿਹੜੇ ਅਸੀਂ ਤਿੰਨੇ ਜਾਣੇ ਗੱਲਬਾਤ ਕਰ ਰਹੇ ਸੀ, ਉਹਦੇ ਵਿੱਚ ਮੈਂ ਧੰਨਵਾਦ ਕਰਦਾ ਕਿ ਇਕੱਲੀ ਕੰਸਟੀਟੂਐਂਸੀ, ਤਾਂ ਹੀ ਕਹਿੰਦਾ ਜਿਹੜੀ ਮੇਰੀ ਕੰਸਟੀਟੂਐਂਸੀ ਉਹ ਇਕੱਲੀ ਸਰੀ ਨਿਊਟਨ ਨਹੀਂ, ਵੀ ਸਕਾਟ ਰੋਡ ਤੋਂ 144 ਹਾਈਵੇ 10 ਤੋਂ 88 ਤੇ ਇਹ ਤਾਂ ਚਲੋ ਲੋਕ ਮੈਨੂੰ ਚੁਣ ਕੇ ਭੇਜਦੇ ਆ, ਪਰ ਜਿਹੜਾ ਬਾਹਰ ਵੀ ਬਹੁਤ ਸਾਰਾ ਪਿਆਰ ਜਿਹੜਾ ਸਪੋਰਟ ਮਿਲਦੀ ਹੈਗੀ ਆ। ਔਰ ਅਸੀਂ ਵੀ ਕਦੇ, ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਮੈਂ ਕਦੇ ਕਿਸੇ ਨੂੰ ਨਾ ਨਹੀਂ ਕੀਤੀ, ਚਾਹੇ ਉਹ ਕਿਤੋਂ ਚੱਲ ਕੇ ਆ ਜੇ। ਤੇ ਇਹ ਨਵਰੀਨ ਨੇ ਵੀ ਇਸ, ਜਿਸ ਤਰ੍ਹਾਂ ਹੁਣ ਕਹਿੰਦੇ ਨਾ ਅਸੀਂ ਇਹਨਾਂ ਨੂੰ ਵੋਟ ਪਾਈ, ਉਹ ਕਹਿਣ ਦਾ ਭਾਵ ਉਹ ਸਾਡੀ ਜਦੋਂ ਪਾਰਟੀ ਨੂੰ ਵੋਟ ਪਾਉਂਦੇ ਹੈਗੇ ਆ, ਸੋ ਮੈਨੂੰ ਵੀ ਮਾਣ ਹੁੰਦਾ ਕਿ ਜੇ ਮੈਂ ਚੰਗੇ ਕੰਮ ਕਰਦਾ ਤਾਂ ਜਿਹੜੀ ਸਾਡੀ ਪਾਰਟੀ ਆ ਉਹਦਾ ਵੀ ਇਮੇਜ ਜਿਹੜਾ ਹੈਗਾ ਇਸ ਇਲਾਕੇ ਦੇ ਵਿੱਚ ਜਿਹੜਾ ਹੈਗਾ ਉਹ ਚੰਗਾ ਬਣਦਾ ਹੈਗਾ। ਬਿਲਕੁਲ। ਸੋ ਇਸ ਲਈ ਸ਼ਾਇਦ ਸ਼ੋਅ ਦੇ ਵਿੱਚ ਕਾਲਸ ਵੀ ਵਿਕਟੋਰੀਆ, ਐਬਰਸਫੋਰਡ, ਕੈਲਗਰੀ, ਹਰ ਥਾਂ ਤੇ ਉੱਤੋਂ ਤੁਹਾਨੂੰ ਵਧਾਈਆਂ ਦੀਆਂ ਕਾਲਸ ਆ ਰਹੀਆਂ ਨੇ। ਬਹੁਤ ਚੰਗਾ ਲੱਗਦਾ ਹੈ। ਬਾਕੀ ਦੇਖੋ ਸੀਨੀਅਰ ਦੇ ਇਸ਼ੂ ਜਿਹੜੇ ਨੇ ਬਾਰ-ਬਾਰ ਅਸੀਂ ਰੇਜ਼ ਕਰ ਰਹੇ ਹਾਂ, ਕਿਉਂਕਿ ਮੈਡੀਕਲ ਸਾਡੇ ਲਈ ਜਿਹੜਾ ਹੈਗਾ ਇਸ ਵੇਲੇ ਫਾਰਮਾ ਕੇਅਰ ਜਿਹੜਾ ਵਾ ਉਹ ਪਹਿਲੀ ਪ੍ਰਾਇੋਰਟੀ ਹੈਗੀ। ਮੈਂ ਅੱਗੇ ਵੀ ਤੁਹਾਨੂੰ ਪਹਿਲਾਂ ਵੀ, ਕਿਉਂਕਿ ਇਹ ਨਹੀਂ ਵੀ ਮੈਂ ਇਲੈਕਸ਼ਨ ਦੌਰਾਨ ਕੁਛ ਹੋਰ ਕਹਿੰਦਾ ਸੀਗਾ। ਦੇਖੋ ਮੈਂ ਡੈਂਟਲ ਕੇਅਰ ਤੇ ਜਿਹੜਾ ਸੀਗਾ ਫਾਰਮਾ ਕੇਅਰ, ਦੋ ਅੱਡੋ ਅੱਡ ਇਸ਼ੂਜ਼ ਹੈਗੇ। ਸਾਡੀ ਜਿਹੜੀ ਪਹਿਲੀ ਪ੍ਰਾਇੋਰਟੀ, ਮੈਂ ਤੁਹਾਨੂੰ ਉੱਤੇ ਵੀ ਕਿਹਾ ਸੀ ਵੀ ਸਾਡੀ ਫਸਟ ਪ੍ਰਾਇੋਰਟੀ ਜਿਹੜੀ ਹੈਗੀ ਆ ਉਹ ਫਾਰਮਾ ਕੇਅਰ ਨਾਲ ਡੀਲ ਕਰਨ ਦੀ ਹੈਗੀ ਆ। ਬਿਲਕੁਲ। ਸੁਖ ਧਾਲੀਵਾਲ ਜੀ, ਇੱਥੇ ਤੁਹਾਨੂੰ ਵਧਾਈਆਂ ਹੋਰ ਬਹੁਤ ਸਾਰੀਆਂ ਆ ਚੁੱਕੀਆਂ ਨੇ, ਮੈਂ ਸਾਰੇ ਦੇ ਨਾਮ ਲੈਦਾ। ਵਿਪਿਨ ਸ਼ਰਮਾ ਜੀ ਤੁਹਾਨੂੰ ਕੰਗ੍ਰੈਚੁਲੇਸ਼ਨਸ ਕਹਿ ਰਹੇ ਨੇ। ਗੁਰਮੇਲ ਜੋਹਲ ਜਿਹੜੇ ਨੇ ਉਹਨਾਂ ਵੱਲੋਂ ਕੰਗ੍ਰੈਚੁਲੇਸ਼ਨਸ ਆ ਰਹੀ ਹੈ। ਜਸਬੀਰ ਸਿੰਘ ਬਾਵਾ ਵਿੱਕੀ ਕੰਗ੍ਰੈਚੁਲੇਸ਼ਨਸ ਲਿਖ ਰਹੇ ਨੇ। ਪੌਲ ਛਾਬੜਾ ਨੇ ਤੁਹਾਨੂੰ ਕੰਗ੍ਰੈਚੁਲੇਸ਼ਨਸ ਲਿਖੀ ਹੈ। ਰਾਜਿੰਦਰ ਕੌਰ ਵੱਲੋਂ ਕੰਗ੍ਰੈਚੁਲੇਸ਼ਨਸ ਐਂਡ ਜਗ ਜੀਵਨ ਜਿਹੜੇ ਨੇ ਉਹਨਾਂ ਨੇ ਤੁਹਾਨੂੰ ਕੰਗ੍ਰੈਚੁਲੇਸ਼ਨਸ ਫੇਸਬੁੱਕ ਤੇ ਕਹੀ ਹੈ। ਬਹੁਤ ਬਹੁਤ ਮਿਹਰਬਾਨੀ, ਕਿਉਂਕਿ ਫੇਸਬੁੱਕ ਦੇ ਵੀ ਦੇਖੋ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈਗਾ, ਉਹਦੇ ਵਿੱਚ ਮੈਂ ਵੀ ਕੋਸ਼ਿਸ਼ ਕੀਤੀ ਵੀ ਆਪਦਾ ਜਿੰਨਾ ਕੁ ਐਕਟਿਵ ਰਹਿ ਸਕਾਂ ਉਹ ਰਹਾਂ। ਆਈ ਵਿਸ਼ ਕਿ ਮੈਂ ਹੋਰ ਮਨੀ ਉਧਰਲੇ ਪਾਸੇ ਜਿਹੜੀ ਸੀ, ਕਿਉਂਕਿ ਮੈਂ ਐਡਵਰਟਾਈਜ਼ ਤੇ ਸਪੈਂਡ ਕਰਦਾ, ਕਿਉਂਕਿ ਹੁਣ ਮੈਂ ਨੰਬਰ ਆਏ ਸੀ ਅੰਕੜੇ ਵੀ ਕਿਹਨੇ ਸਾਰਿਆਂ ਨਾਲੋਂ ਸੋਸ਼ਲ ਮੀਡੀਆ ਐਡਵਰਟਾਈਜ਼ ਤੇ ਜਿਹੜੇ ਸੀ ਉਹ ਸਪੈਂਡ ਕੀਤੇ। ਮੈਨੂੰ ਲੱਗਦਾ ਸਾਰਿਆਂ ਨਾਲੋਂ ਘੱਟ ਪੈਸੇ ਮੈਂ ਜਿਹੜੇ ਸੀਗੇ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਸੀ ਸਪੈਂਡ ਕੀਤੇ, ਕਿਉਂਕਿ ਮੇਰਾ ਜਿਹੜਾ ਬਣਾਇਆ ਹੋਇਆ ਸੀ ਉਹ ਇਹ ਸੀ ਵੀ ਇੰਡੀਵਿਜੂਅਲ ਵੋਟਰ ਦੇ ਕੋਲ ਜੇ ਮੈਂ ਆਪ ਹੀ ਪਹੁੰਚ ਸਕਾਂ ਜਾਂ ਸਾਡੇ ਵਲੰਟੀਅਰ ਪਹੁੰਚ ਸਕਣ। ਜਿੱਦਾਂ ਮਿਸਟਰ ਬਰਾੜ ਨੇ ਪਹਿਲਾਂ ਦੱਸਿਆ ਸੀ ਵੀ ਜਿਹੜੀ ਉਹ ਵਲੰਟੀਅਰਸ ਦੀ ਟੀਮ ਹੈਗੀ ਉਹ ਕੋਸ਼ਿਸ਼ ਕਰਦੀ ਸੀ ਵੀ ਅਸੀਂ, ਪਰ ਇਹ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਵੀ ਅੱਜ ਕੱਲ੍ਹ ਬੜਾ ਵਧੀਆ ਯੁੱਗ ਹੈਗਾ। ਔਰ ਉਹਦੇ ਵਿੱਚ ਮੈਂ ਕਹਿੰਦਾ ਵੀ ਇੱਕ ਸਾਡਾ ਪੇਜ ਵੀ ਹੈਗਾ ਮੇਰਾ ਸੁਖ ਧਾਲੀਵਾਲ ਜਿਹੜਾ MP ਪੇਜ ਹੈਗਾ, ਉਹਨੂੰ ਜਾ ਕੇ ਉਹ ਲਾਈਕ ਕਰ ਸਕਦੇ ਆ, ਕਿਉਂਕਿ ਉਹਦੇ ਤੋਂ ਮੈਨੂੰ ਵੀ ਸੌਖਾ ਰਹੇਗਾ ਜੇ ਉਹਨਾਂ ਨਾਲ ਕਮਿਊਨੀਕੇਟ ਕਰਨਾ, ਰਾਬਤਾ ਪੈਦਾ ਕਰਨਾ। ਸਪੈਸ਼ਲੀ ਕੋਈ ਅਨਾਉਂਸਮੈਂਟ ਹੁੰਦੀ ਹੈ ਤੇ ਉਹਦੇ ਤੇ ਜਾਂਦੀਆਂ ਹੈਗੀਆਂ। ਇੱਕ ਮੇਰਾ ਪਰਸਨਲ ਪੇਜ ਆ, ਜਿਹੜਾ ਪਰਸਨਲ ਪੇਜ ਆ ਉਹ ਤੇ 5000 ਹੀ ਅਲਾਊਡ ਹੈਗਾ, ਉਹ ਆਲਰੇਡੀ ਭਰ ਚੁੱਕੇ ਹੈਗੇ ਆ। ਪਰ ਇੱਕ ਮੇਰਾ ਜਿਹੜਾ ਪੋਲੀਟੀਕਲ ਜਾਂ ਪਬਲਿਕ ਪੇਜ ਹੈਗਾ ਸੁਖ ਧਾਲੀਵਾਲ, ਉਹ ਤੇ ਜ਼ਰੂਰ ਇਹ ਸਾਰੇ ਜਿਹੜੇ ਸਪੋਰਟਰ ਮੈਨੂੰ ਵਧਾਈ ਭੇਜ ਰਹੇ ਆ ਉਹ ਜ਼ਰੂਰ ਉਹਨੂੰ ਪੇਜ ਨੂੰ ਲਾਈਕ ਕਰੋ, ਤਾਂ ਕਿ ਮੈਂ ਉਹਨਾਂ ਨਾਲ ਜਿਹੜਾ ਰਾਬਤਾ ਪੈਦਾ ਕਰਾਂ ਤੇ ਅੱਗੇ ਤੋਂ ਹੋਰ ਵੀ ਜਿਹੜਾ ਵਾ ਸੋਸ਼ਲ ਮੀਡੀਆ 'ਚ ਵੀ ਕਾਫੀ ਐਕਟਿਵ ਜਿਹੜਾ ਆਪਣਾ ਰੋਲ ਉਹ ਅਦਾ ਕਰਾਂ। ਬਿਲਕੁਲ। ਸੁਖ ਧਾਲੀਵਾਲ ਜੀ, ਪੋਲੀਟੀਕਲ ਗੱਲਾਂ ਹੋਰ ਵੀ ਤੁਹਾਡਾ ਬਹੁਤ ਸਾਰੀਆਂ ਕਰਨੀਆਂ ਨੇ, ਪਰ ਉਸ ਤੋਂ ਪਹਿਲਾਂ ਇੱਕ ਅਹਿਮ ਜਿਹੜੀ ਅਨਾਉਂਸਮੈਂਟ ਹੋਈ ਹੈ ਉਹਦੇ ਰਿਗਾਰਡਿੰਗ ਲੋਕਾਂ ਨੂੰ ਥੋੜੀ ਕਨਫਿਊਜ਼ਨ ਹੈ, ਲੋਕ ਉਹਦਾ ਇੰਤਜ਼ਾਰ ਵੀ ਕਰ ਰਹੇ ਨੇ। ਫਲਾਈਟ ਜਿਹੜੀਆਂ ਨੇ ਉਹ ਖੁੱਲ੍ਹਣ ਜਾ ਰਹੀਆਂ ਨੇ, ਡਾਇਰੈਕਟ ਫਲਾਈਟਸ ਦਾ ਇਸ਼ੂ ਪੂਰੇ ਇਲੈਕਸ਼ਨਸ ਦੌਰਾਨ ਵੀ ਜਿਹੜਾ ਉੱਠਦਾ ਰਿਹਾ। ਹੁਣ ਅਨਾਉਂਸਮੈਂਟ ਹੋਈ ਹੈ, ਇੰਪਲੀਮੈਂਟ ਜਿਹੜੀ ਹੈ ਉਹ ਕਦੋਂ ਤੋਂ ਕਰਨ ਜਾ ਰਹੀ ਹੈ, ਕਿਵੇਂ ਸਾਰਾ ਪ੍ਰੋਸੈਸ ਇਹਦਾ ਚੱਲ ਰਿਹਾ ਹੈਗਾ? ਦੇਖੋ ਸਾਰਾ ਪਹਿਲਾਂ ਤਾਂ ਇਹ ਸੀ ਵੀ ਅਸੀਂ 21 ਤਰੀਕ ਤੱਕ ਫਲਾਈਟ ਜਿਹੜੀਆਂ ਸੀ ਪਹਿਲਾਂ ਉਹ ਬੈਨ ਕੀਤੀਆਂ ਸੀ। ਇਹਦਾ ਮਤਲਬ ਅੱਗੋਂ ਜੇ ਬੈਨ ਨਹੀਂ ਕੀਤੀਆਂ ਤਾਂ ਉਹ ਖੁੱਲ੍ਹ ਗਈਆਂ। ਪਰ ਉਹਦੇ ਵਿੱਚ ਜਦੋਂ ਅਸੀਂ ਖੋਲ ਰਹੇ ਸੀਗੇ ਉਹਦੇ ਵਿੱਚ ਲੌਜਿਸਟਿਕਸ ਇਸ਼ੂ ਆਉਂਦੇ ਹੁੰਦੇ, ਉਹਦੇ ਵਿੱਚ ਉਸ ਲੌਜਿਸਟਿਕਸ ਇਸ਼ੂ ਨੂੰ ਡੀਲ ਕਰਨ ਵਾਸਤੇ ਇਹ ਜਿਹੜਾ ਸਮਾਂ ਹੈਗਾ ਸੀ ਉਹ ਸਿਰਫ 26 ਤਰੀਕ ਤਾਈਂ ਵਧਾਇਆ ਗਿਆ। 26 ਤੋਂ ਬਾਅਦ ਅਸੀਂ ਜਿਹੜਾ ਹਜੇ ਹੋਰ ਸਾਡੀ ਕੋਈ ਇੰਟੈਂਸ਼ਨ ਨਹੀਂ ਗੀ ਅੱਗੇ ਵਧਾਉਣ ਦੀ, ਤੇ ਹੋਪਫੁਲੀ ਜਿਹੜਾ ਹੈਗਾ ਉਹ 26 ਤਰੀਕ ਤੋਂ ਬਾਅਦ ਜਿਹੜਾ ਲੌਜਿਸਟਿਕਸ ਸਾਰੇ ਫਾਈਨਲਾਈਜ਼ ਹੋ ਜਾਣਗੇ ਤੇ ਲੋਕ ਜਿਹੜੇ ਫੁੱਲੀ ਵੈਕਸੀਨੇਟਡ ਹੋਣਗੇ
ਉਹ ਜਿਹੜਾ ਨੇ ਇੱਥੇ ਸਾਡੇ ਆ ਸਕਣਗੇ ਜਿੰਨਾ ਕੋ ਪ੍ਰੋਪਰ ਡਾਕੂਮੈਂਟੇਸ਼ਨ ਹੋਊਗੀ ਕੈਨੇਡਾ 'ਚ ਐਂਟਰ ਕਰਨ ਦੀ। ਤਾਂ ਫਿਰ ਧਾਰੀਵਾਲ ਜੀ ਉਹਨਾਂ ਨੂੰ ਫੇਰ ਆ ਕੇ ਇੱਥੇ ਕੁਆਰੰਟਾਈਨ ਕਰਨਾ ਪਏਗਾ? ਜਿਹਦੇ ਦੇਖੋ 2 ਵੈਕਸੀਨੇਸ਼ਨ ਜਿਹੜੀਆਂ 4 ਵੈਕਸੀਨੇਸ਼ਨ ਜਿਹੜੀਆਂ ਕੈਨੇਡਾ ਵੱਲੋਂ ਅਪਰੂਵਡ ਨੇ, ਜੇ ਉਹ ਉਹਨਾਂ ਦੇ ਵਿੱਚੋਂ ਕੋਈ ਵੀ ਵੈਕਸੀਨੇਸ਼ਨ ਜਿਹੜੀ ਹੈ, ਚਾਹੇ ਐਸਟਰਾਜੈਨਕਾ ਵਾ, ਚਾਹੇ ਫਾਈਜ਼ਰ ਵਾਲਿਆਂ ਦੀ ਹੈਗੀ ਆ, ਰਾਈਟ, ਚਾਹੇ ਮੋਡਰਨਾ ਹੈਗੀ ਆ, ਚਾਹੇ ਜੌਨਸਨ ਐਂਡ ਜੌਨਸਨ, ਉਹਨਾਂ ਚੋਂ ਜੇ ਉਹ ਫੁੱਲੀ ਵੈਕਸੀਨੇਟਡ ਹੈਗੇ 4 ਚੋਂ 1 ਦੇ ਨਾਲ ਵੀ ਉਹਨਾਂ ਨੂੰ ਕੁਆਰੰਟੀਨ ਨਹੀਂ ਕਰਨਾ ਪਊ। ਪਰ ਜਿਹੜੇ ਦੂਸਰੇ ਲੋਕ ਨੇ ਜੀ, ਜੇਕਰ ਉਹ ਇੱਥੇ ਆਉਂਦੇ ਹੈਗੇ ਆ ਤਾਂ ਉਹਨਾਂ ਨੂੰ ਜਿਹੜੀ ਹੈ ਉਹ ਵੈਕਸੀਨੇਸ਼ਨ ਜਿਹੜੀ ਹੈਗੀ ਉਹਨਾਂ ਲਈ ਉਹ ਨਹੀਂ ਹੋਈ ਤਾਂ ਉਹਨਾਂ ਨੂੰ ਕੁਆਰੰਟੀਨ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈਗੀ। ਕਿਉਂ? ਰੀਜ਼ਨ ਹੈ ਕਿ ਸਾਡੀ ਫਸਟ ਪ੍ਰਾਇੋਰਟੀ, ਮੈਂ ਅੱਗੇ ਵੀ ਕਿਹਾ ਸੀ ਸ਼ਾਇਦ ਜੀ, ਵੀ ਸਾਡੀ ਫਸਟ ਪ੍ਰਾਇੋਰਟੀ, ਆਈ ਨੋ ਕਿ ਵੀ ਇਹਦੇ ਕਰਕੇ ਥੋੜੀ ਜਿਹੀ ਲੋਕਾਂ ਨੂੰ ਇਸ਼ੂ ਆਇਆ, ਇਨਕਨਵੀਨੀਅੰਸ ਆਈ ਫਲਾਈਟਸ ਕਰਕੇ, ਪਰ ਐਟ ਦੀ ਸੇਮ ਟਾਈਮ ਸਾਡਾ ਫੋਕਸ ਤਾਂ ਕੈਨੇਡੀਅਨ ਲੋਕਾਂ ਦੀ ਸਿਹਤ ਹੈਗੀ ਨਾ। ਟੌਪ ਪ੍ਰਾਇੋਰਟੀ ਜਿਹੜੀ ਹੈਗੀ ਆ ਉਹ ਪਬਲਿਕ ਸੇਫਟੀ, ਪਬਲਿਕ ਹੈਲਥ ਸੇਫਟੀ ਹੈਗੀ ਆ। ਜਿਹੜੀ ਪਬਲਿਕ ਹੈਲਥ ਸੇਫਟੀ ਦੀ ਗੱਲ ਕਰਦੇ, ਇਸੇ ਕਰਕੇ ਜਿਹੜੇ ਸਾਡੇ ਕੈਂਡੀਡੇਟ ਸੀਗੇ ਉਹ ਫੁੱਲੀ ਵੈਕਸੀਨੇਟਡ ਸੀ, ਉਹ ਫੁੱਲੀ ਵੈਕਸੀਨੇਟਡ ਹੋਣ ਦੇ, ਔਰ ਜਦੋਂ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟ ਸੀਗੇ ਉਹ ਫੁੱਲੀ ਵੈਕਸੀਨੇਟਡ ਨਹੀਂ ਸੀ। ਉਹ ਇਸ ਚੀਜ਼ ਨੇ ਉਹਨੂੰ ਮਾਰ ਪਈ ਆ ਲੀਡਰ ਨੂੰ, ਕਿਉਂਕਿ ਜਿਹੜਾ ਇੱਕ ਲੀਡਰ ਆਪਣੀ ਲੀਡਰਸ਼ਿਪ ਨਹੀਂ ਦਿਖਾ ਸਕਿਆ ਕਿ ਉਹ ਆਪਦੇ ਲੋਕਾਂ ਨੂੰ ਸੇਫਟੀ ਲਈ ਜਿਹੜਾ ਉਹ ਰੱਖ ਸਕੇ, ਆਪਦੇ ਕੈਂਡੀਡੇਟਸ ਨੂੰ ਇਨਕਰੇਜ ਕਰੇ, ਇਨਫੈਕਟ ਡਿਸਕਰੇਜ ਕਰਦਾ ਸੀ ਵੀ ਜਿਹੜੇ ਬੰਦੇ ਵੈਕਸੀਨੇਟਡ ਵੀ ਉਹ ਵੀ ਨਾ ਦੱਸਣ। ਸੋ ਇਹ ਜਿਹੜੀ ਚੀਜ਼ ਆ ਅਸੀਂ ਪੂਰੀ ਤਵੱਜੋ ਉਹਨੂੰ ਦੇਵਾਂਗੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਅੱਛਾ, ਮੈਂ ਟੀਵੀ ਤੇ ਫੋਨ ਕੀਤਾ ਸੀ ਜੀ ਜੀ, ਕਿਦਾਂ ਲੱਗਦਾ ਤੁਹਾਡਾ? ਹਾਂ ਬਿਲਕੁਲ ਜੀ, ਸ਼ੋਅ ਦੇ ਵਿੱਚ ਹੀ ਤੁਸੀਂ ਕਾਲ ਕੀਤੀ ਹੈ। ਸੁਖ ਧਾਲੀਵਾਲ ਜੀ ਨਾਲ ਜੁੜੇ ਨੇ, ਕੀ ਕਹਿਣਾ ਚਾਹੁੰਦੇ ਹੋ? ਮੈਂ ਪੁੱਛਣਾ ਸੀਗਾ, ਉਹ ਹੈਗੇ ਤਾਂ ਅਸੀਂ ਵੀ ਇਹਨਾਂ ਦੇ ਸਪੋਰਟਾਂ 'ਚ ਲਹਿੰਗੀ ਪਾਉਂ ਗਏ, ਪਰ ਵੋਟਾਂ ਚੜੀ ਜਾ ਕੇ ਪਾ ਕੇ ਆਏ ਆ। ਹਾਂ ਓਕੇ। ਤੇ ਬੇਟਾ ਬੰਦੇ ਆ ਜਿੱਦਾਂ ਜਿੱਦੀਆਂ ਸਿੱਧੀਆਂ ਫਲਾਈਟਾਂ ਚੱਲਣੀਆਂ, ਉਹ ਹੈਗਾ ਤਾਂ ਸਿਟੀਜ਼ਨ ਇੱਥੇ ਦਾ, ਉਹ ਥੋੜਾ ਸਟਕ ਹੋ ਗਿਆ ਸੀ ਉਦੋਂ ਤੋਂ। ਹੁਣ ਕਹਿੰਦਾ ਵੀ ਮੈਂ ਜਿਹੜੀ ਵੈਕਸੀਨ ਲਵਾਉਣੀ ਸੀ ਇੱਥੇ ਆਣ ਕੇ ਲਵਾਵਾਂ, ਤੇ ਪਲੇਨ ਤੇ ਚੜ੍ਹਨ ਦਾ ਕਿੱਦਾਂ ਹੋਊਗਾ? ਉੱਥੇ ਲਾਉਣੀ ਨਹੀਂ ਚਾਹੁੰਦਾ ਇੰਡੀਆ ਤੋਂ। ਓਕੇ, ਠੀਕ ਹੈ ਜੀ, ਇਸ ਤੇ ਗੱਲ ਕਰਦੇ ਹਾਂ। ਥੈਂਕ ਯੂ। ਇੱਕ ਵਧੀਆ ਪੁਆਇੰਟ। ਦੇਖੋ ਜਿਹੜਾ ਸਾਡਾ ਕੈਨੇਡੀਅਨ ਸਿਟੀਜ਼ਨ ਆ ਉਹਨੂੰ ਤਾਂ ਅਸੀਂ ਰੋਕ ਨਹੀਂ ਸਕਦੇ, ਕਿਉਂਕਿ ਉਹਨੂੰ ਤਾਂ ਇੱਥੇ ਉਤਰਨਾ ਹੈ, ਪਰ ਜਦੋਂ ਉਹ ਇੱਥੇ ਉਤਰਨਗੇ ਤਾਂ ਉਹਨਾਂ ਨੂੰ 2 ਹਫ਼ਤੇ ਲਈ ਜਿਹੜੀ ਆ ਉਹ ਮੈਂਡੇਟਰੀ ਕੁਆਰੰਟੀਨ ਜਿਹੜੀ ਆ ਉਹ ਕਰਨੀ ਪਊਗੀ। ਤਾਂ ਫਿਰ ਉਹ ਵੈਕਸੀਨ ਇੱਥੇ ਆ ਕੇ ਲਵਾ ਸਕਦੇ ਨੇ? ਇੱਥੇ ਆ ਕੇ ਲਵਾ ਸਕਦੇ ਬਾਅਦ ਚ। ਠੀਕ ਹੈ। ਸੁਖ ਧਾਲੀਵਾਲ ਜੀ, ਇਸ ਤੋਂ ਇਲਾਵਾ ਹੋਰ ਜਿਹੜੇ ਕਈ ਵਿਜ਼ਟਰਸ ਇੰਤਜ਼ਾਰ ਕਰ ਰਹੇ ਸੀਗੇ, ਜਿਨ੍ਹਾਂ ਦਾ ਤਾਂ ਪਹਿਲਾਂ ਤੋਂ ਵੀਜ਼ੇ ਲੱਗੇ ਸੀ, ਉਹ ਤਾਂ ਖੈਰ ਉੱਥੇ ਰੁਕੇ ਹੋਏ ਸੀਗੇ, ਹੁਣ ਉਹ ਆ ਸਕਦੇ ਨੇ, ਪਰ ਹੁਣ ਨਵੀਆਂ ਫਾਈਲਾਂ ਚੱਕੀਆਂ ਜਾਣੀਆਂ ਨੇ ਵਿਜ਼ਟਰਸ ਦੀਆਂ ਨੇ, ਸਪਾਊਸ ਕੇਸਿਸ ਕਈ ਨੇ, ਕਈ ਪੀਆਰ ਵਾਲੇ ਵੀ ਉੱਥੇ ਪੀਆਰ ਲੱਗ ਚੁੱਕੀ, ਜਿਨ੍ਹਾਂ ਦੀ ਫਸਟ ਟਾਈਮ ਪੀਆਰ ਲੱਗੀ ਹੋਈ ਇੰਡੀਆ ਤੋਂ, ਜਾਂ ਉਹ ਵੀ ਹੁਣ ਇਸ ਟਾਈਮ ਇੰਤਜ਼ਾਰ ਕਰ ਰਹੇ। ਸੋ ਉਹਨਾਂ ਸਾਰਿਆਂ ਵਾਸਤੇ ਕੋਈ ਅਨਾਉਂਸਮੈਂਟਸ ਕਦੋਂ ਆ ਸਕਦੇ ਨੇ, ਕੀ ਹਿਸਾਬ ਕਿਤਾਬ ਹੋਏਗਾ? ਉਹ ਆਲਰੇਡੀ ਅਸੀਂ ਅਨਾਉਂਸਮੈਂਟ ਕਰਤੀ। ਜਿਹਦੇ ਕੋਲ ਪ੍ਰੋਪਰ ਟਰੈਵਲਿੰਗ ਡਾਕੂਮੈਂਟ ਹੈਗਾ, ਚਾਹੇ ਉਹ COPR ਹੈਗਾ, ਉਹਨੇ ਹਜੇ ਲੈਂਡਿੰਗ ਨਹੀਂ ਲਈ, ਉਹ ਵੀ ਆ ਸਕਦੇ ਆ। ਜੇ ਕੋਈ ਵਿਜ਼ਟਰ ਜਿਹਦੇ ਕੋਲ ਆਲਰੇਡੀ ਵੀਜ਼ਾ ਹੈਗਾ ਉਹ ਵੀ ਆ ਸਕਦਾ। ਜੇਕਰ ਕਿਸੇ ਨੇ ਵਿਜ਼ਟਰ ਵੀਜ਼ਾ ਅਪਲਾਈ ਕਰਨਾ, ਜਿਹੜੀਆਂ ਪੁਰਾਣੀਆਂ ਐਪਲੀਕੇਸ਼ਨਾਂ ਸੀ ਉਹ ਸਾਰੀਆਂ ਠੱਪ ਹੋ ਗਈਆਂ। ਹਾਂਜੀ, ਉਹ ਰੱਦੀ ਹੋ ਗਈਆਂ। ਹੁਣ ਉਹ ਕਹਿੰਦੇ ਵੀ ਦੁਬਾਰਾ ਤੋਂ ਲਾਉਣੀਆਂ ਪੈਣੀਆਂ, ਕਿਉਂਕਿ ਉਹ 'ਚ ਮੇਰੇ ਖਿਆਲ ਡਿਫਰੈਂਟ ਕਾਲਮਸ ਹੋਣਗੇ। ਅੱਛਾ ਜੀ। ਜਿਹ 'ਚ ਵੈਕਸੀਨੇਸ਼ਨ ਬਾਰੇ ਸ਼ਾਇਦ ਪੁੱਛਿਆ ਹੋਵੇ, ਕਿਉਂਕਿ ਮੈਂ ਪੂਰੀ ਐਪਲੀਕੇਸ਼ਨ ਤਾਂ ਹਜੇ ਦੇਖੀ ਨਹੀਂ ਗਈ, ਕਿਉਂਕਿ ਇਲੈਕਸ਼ਨ 'ਚ ਬਿਜੀ ਸੀ। ਪਰ ਉਹ ਜਿਹੜੇ ਨੇ ਹੁਣ ਨਵੀਂ ਐਪਲੀਕੇਸ਼ਨ ਜਦੋਂ ਲਾਉਣਗੇ, ਫਿਰ ਜਦੋਂ ਵਿਜ਼ਟਰ ਵੀਜ਼ੇ ਅਸੀਂ ਇਸ਼ੂ ਕਰਨੇ ਸ਼ੁਰੂ ਕਰਾਂਗੇ, ਉਹਦੇ ਵਿੱਚ ਫਿਰ ਉਹ ਲੋਕ ਜਿਹੜੇ ਨੇ ਉਹ ਆ ਸਕਣਗੇ ਜੀ। ਬਿਲਕੁਲ। ਸੋ ਇਹ ਤਾਂ ਸੀਗੀਆਂ ਟਰੈਵਲ ਸੰਬੰਧੀ ਕੁਝ ਸਵਾਲ ਸੀਗੇ ਕਿ ਜਿਸ ਤਰੀਕੇ ਨਾਲ ਇਲੈਕਸ਼ਨਸ ਅਨਾਉਂਸ ਹੋਈਆਂ ਸੀਗੀਆਂ, ਮੇਨ ਮਕਸਦ ਸੀਗਾ ਕਿ ਚਲੋ ਕਿਸੇ ਵੀ ਤਰੀਕੇ ਨਾਲ ਜਿਹੜੀ ਹੈ ਉਹ ਮੈਜੋਰਿਟੀ ਗਵਰਨਮੈਂਟ ਚਲੋ ਬਣ ਜਾਏ। ਹੁਣ ਉਹ ਰਾਹ ਤਾਂ ਫਿਰ ਵੀ ਦੂਰ ਹੀ ਰਹਿ ਗਈ ਹੈ। ਹੁਣ ਇਹ ਕਿਹਾ ਜਾ ਰਿਹਾ ਵੀ ਕਈ ਲੋਕ ਆਲੋਚਨਾ ਵੀ ਇਸ ਚੀਜ਼ ਦੀ ਕਰ ਰਹੇ ਵੀ ਟਾਈਮ ਜਿਹੜਾ ਵਿਰੋਧੀ ਪਾਰਟੀਆਂ ਨੇ ਵੀ ਇਹੀ ਗੱਲ ਕਹੀ ਹੈ ਵੀ ਸ਼ੁਰੂ ਤੋਂ ਜਿਹੜੀ ਗੱਲ ਕਹੀ ਜਾ ਰਹੀ ਸੀ ਕਿ ਸਮਾਂ ਸਹੀ ਨਹੀਂ ਹੈ, ਇਲੈਕਸ਼ਨਸ ਨਾ ਕਰਾਏ ਜਾਣ। ਸੋ ਕਿਤੇ ਨਾ ਕਿਤੇ ਹੁਣ ਤੁਹਾਡੀ ਵੀ ਪਾਰਟੀ ਇਹ ਚੀਜ਼ ਮਹਿਸੂਸ ਕਰ ਰਹੀ ਹੈ ਵੀ ਜਿਸ ਤਰੀਕੇ ਨਾਲ ਜਿਹੜੇ ਮਕਸਦ ਲਈ ਕਰਵਾਈਆਂ ਗਈਆਂ ਸੀ ਉਹ ਪੂਰਾ ਨਹੀਂ ਹੋਇਆ, ਸੋ ਥੋੜ੍ਹੀ ਦੇਰ ਰੁਕ ਜਾਣਾ ਚਾਹੀਦਾ ਸੀਗਾ। ਦੇਖੋ, ਸਾਰਿਆਂ ਨੂੰ ਪਹਿਲਾਂ ਤਾਂ ਇਹ ਮੈਂ ਕਹਿਣਾ ਚਾਹੁੰਦਾ ਵੀ ਮਕਸਦ ਇਹ ਨਹੀਂ ਸੀਗਾ ਵੀ ਮਕਸਦ ਪੂਰਾ ਨਹੀਂ ਹੋਇਆ। ਮੇਰੇ ਖਿਆਲ ਮਕਸਦ ਜਿਹੜਾ ਉਹ ਪੂਰਾ ਹੋ ਗਿਆ। ਮਕਸਦ ਜਿਹੜਾ ਮੇਨ ਮਕਸਦ ਇਹ ਸੀਗਾ ਕਿ ਇਹ ਸਿਚੁਏਸ਼ਨ ਬੜੀ ਡਿਫਰੈਂਟ ਹੈਗੀ 2019 ਨਾਲੋਂ। ਇਹ ਮੈਂਡੇਟ ਜਿਹੜਾ ਲੋਕ ਦੇਣ, ਹੁਣ ਕੀ ਹੈ ਕਿ ਲੋਕਾਂ ਨੇ ਹੁਣ ਕਹਿ ਦਿੱਤਾ, ਅਪੋਜੀਸ਼ਨ ਪਾਰਟੀ ਨੂੰ ਕਲੀਅਰ ਸਿਗਨਲ ਭੇਜਤਾ ਵੀ ਭਾਈ ਆ ਸਾਡੀਆਂ ਪ੍ਰਾਇੋਰਟੀ ਆਈਟਮਸ ਲੈ ਕੇ ਅਸੀਂ ਆਏ ਸੀ, ਜਿਹੜੀਆਂ 6 ਪਿਲਰਸ ਤੁਸੀਂ ਦੇਖਿਆ ਜੀ, ਚਾਹੇ ਕੋਵਿਡ ਨਾਲ ਫਾਈਟ ਕਰਨਾ, ਚਾਹੇ ਅਫੋਰਡੇਬਲ ਹਾਊਸਿੰਗ ਦੀ ਗੱਲ ਕਰ ਲਓ, ਚਾਹੇ এনवायरमेंट ਦੀ ਗੱਲ ਕਰ ਲਓ, ਚਾਹੇ ਹੈਲਥ ਕੇਅਰ ਫॉर एवरीवन, ਰੀਕਨਸੀਲੀਏਸ਼ਨ ਦੀ ਗੱਲ ਕਰ ਲਈਏ, ਸੀਨੀਅਰਸ ਦੀ ਗੱਲ ਕਰੀਏ। ਸੋ ਉਹ ਇਸ਼ੂ ਜਿਹੜੇ ਸਾਰੇ ਆ 6 ਦੇ 6 ਅਸੀਂ ਉਹ ਮੇਜਰ ਸਾਡੇ ਵੀ ਇਹ ਲੈ ਕੇ ਆਏ ਆ। ਇਹਨਾਂ ਦੇ ਉੱਤੇ ਜਿਹੜਾ ਹੈਗਾ ਉਹ ਹੁਣ ਅਪੋਜੀਸ਼ਨ ਪਾਰਟੀ ਜਿਹੜੀਆਂ ਉਹ ਸਾਥ ਦੇਣ।
ਔਰ ਨਾਲ ਹੀ ਲਿਬਰਲ ਨੂੰ ਵੀ ਇਹ ਕਲੀਅਰ ਮੈਸੇਜ ਹੈਗਾ, ਠੀਕ ਹੈ ਨਾ, ਵੀ ਭਾਈ ਤੁਸੀਂ ਰਲ ਕੇ ਜਿਹੜਾ ਹੈਗਾ ਹੁਣ ਸਾਰੀਆਂ ਪਾਰਟੀਆਂ ਚੱਲੋ, ਸੋ ਐਜ਼ ਕੈਨੇਡੀਅਨ ਪਾਰਲੀਮੈਂਟ ਸ਼ੁੱਡ ਵਰਕ ਮੀਨਸ ਕੰਮ ਕਰੇ। ਇਹ ਨਾ ਹੋਵੇ ਵੀ ਉੱਥੇ ਜਿਹੜਾ ਵਾ ਖਰੂਦ ਪਾਈ ਜਾਣ, ਵੀ ਕੰਮ ਕੋਈ ਸਿਰੇ ਨਾ ਚੜ੍ਹਨ ਦੇਣ, ਕਿਉਂਕਿ ਇਹ ਜਿਹੜੀ ਚੀਜ਼ ਹੈਗੀ ਆ, ਇਹ ਦੋਨੇ ਚੀਜ਼ਾਂ ਜਿਹੜੀ ਅਚੀਵ ਕੀਤਾ, ਮੈਂ ਕਹਿੰਦਾ ਬਹੁਤ ਵੱਡੀ ਅਚੀਵਮੈਂਟ ਇਹ ਹੈਗੀ ਆ ਵੀ ਨਵਾਂ ਮੈਂਡੇਟ ਲੋਕਾਂ ਨੇ ਕਲੀਅਰ ਲਫ਼ਜ਼ਾਂ 'ਚ ਇਹ ਕਿਹਾ ਵੀ ਲਿਬਰਲ ਪਾਰਟੀ ਤੇ ਜਸਟਿਨ ਟਰੂਡੋ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਹੋਣਗੇ, ਔਰ ਨਾਲ ਹੀ ਜਿਹੜੀ ਹੈਗੇ ਆ ਅਪੋਜੀਸ਼ਨ ਪਾਰਟੀ ਜਿਹਨੂੰ ਕਿਹਾ ਜਿੱਥੇ ਉਹ ਮਿਲ ਕੇ ਚੱਲਣ, ਉਹਦੇ ਨਾਲ ਲਿਬਰਲ ਪਾਰਟੀ ਵੀ ਉਹਨਾਂ ਨਾਲ ਮਿਲ ਕੇ ਜਿਹੜੀ ਆ ਉਹ ਚੱਲੇ। ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਤੁਹਾਨੂੰ? ਸਤਿ ਸ਼੍ਰੀ ਅਕਾਲ ਜੀ, ਕੈਨ ਆਈ ਸਪੀਕ ਟੂ ਦਾ ਹੋਸਟ ਐਂਡ ਟੀਵੀ? ਜੀ ਬਿਲਕੁਲ ਜੀ, ਕੀ ਕਹਿਣਾ ਚਾਹੁੰਦੇ ਹੋ? ਆਪਾਂ ਇਹ ਕਹਿਣਾ ਚਾਹੁੰਦੇ ਵੀ ਹੁਣ ਜਿਹੜੇ ਆਪਣੇ ਤੁਸੀਂ ਸੁਣਨਾ, ਮੈਂ ਤੁਹਾਨੂੰ ਦੱਸਾਂ ਪਹਿਲਾਂ। ਹਾਂਜੀ ਬਿਲਕੁਲ, ਧਾਲੀਵਾਲ ਜੀ, ਸੁਖ ਧਾਲੀਵਾਲ ਜੀ ਨਾਲ ਹੈ। ਇਹ ਕਹਿਣਾ ਚਾਹੁੰਦੇ ਆ ਵੀ ਜੋ ਵੀ ਇਹਨਾਂ ਨੇ ਕੀਤਾ ਜਾਂ ਆਪਣੇ ਇਲੈਕਸ਼ਨ ਕਰਾਈ ਆ, ਜੋ ਵੀ ਕੀਤਾ, ਇੱਥੇ ਬੈਂਗਲੌਰ ਤੇ ਲੋਕ ਭੁੱਖੇ ਮਰ ਰਹੇ ਆ, 600 ਮਿਲੀਅਨ ਉਹਨੇ ਲਾਈਕ ਵੇਸਟ ਕਰ ਦਿੱਤਾ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਇਹ ਆਪੋ ਆਪਣਾ, ਸਤਿ ਸ਼੍ਰੀ ਅਕਾਲ ਜੀ ਧਾਰੀਵਾਲ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਸੁਣ ਲਿਆ ਜੀ ਤੁਹਾਡਾ ਪ੍ਰਤੀਕਰਮ ਇਸ ਬਾਰੇ। ਠੀਕ ਹੈ, ਹਾਂਜੀ ਠੀਕ ਹੈ। ਹਾਂਜੀ, ਮੈਂ ਇਹ ਪੁੱਛਣਾ ਜਿਹੜੀ ਸਕਾਈ ਟ੍ਰੇਨ ਪੁਸ਼ ਬੈਕ ਕਰ ਦਿੱਤੀ, ਇਹ ਤੁਹਾਡਾ ਵੀ ਕੋਈ ਰੋਲ ਹੈਗਾ, ਕਿਹਦੀ ਦਾ ਰੋਲ ਹੈ? ਨਹੀਂ ਦੇਖੋ, ਉਹਦੇ ਵਿੱਚ ਕਿਹਦਾ ਰੋਲ ਹੈਗਾ, ਮੈਂ ਇੱਕੋ ਚੀਜ਼ ਦੱਸਣੀ ਚਾਹੁੰਦਾ, ਮੈਂ ਪੋਜ਼ਿਟਿਵ ਹਮੇਸ਼ਾ ਗੱਲ ਕੀਤੀ ਆ। ਤੁਸੀਂ ਦੇਖੋਗੇ ਕਿ ਪਿੱਛੇ ਵੀ ਮੈਂ, ਕਿਉਂਕਿ ਦੇਖੋ ਮੇਰੇ ਸਾਰੇ ਦੇ ਸਾਰੇ ਐਮਐਲਏ, 4 ਐਮਐਲਏ ਮੇਰੀ ਕੰਸਟੀਟੂਐਂਸੀ 'ਚ ਉਹ ਐਨਡੀਪੀ ਦੇ ਨੇ। ਮੈਂ ਅੱਗੇ ਵੀ ਕਿਹਾ ਵੀ ਮੈਂ ਉਹਨਾਂ ਦੇ ਨਾਲ, ਕਿਉਂਕਿ ਜਦੋਂ ਅਸੀਂ ਚੁਣੇ ਜਾਂਦੇ ਹਾਂ ਸਾਨੂੰ ਰਲ ਕੇ ਕੰਮ ਕਰਨਾ ਪੈਂਦਾ। ਹੁਣ ਮੇਅਰ ਜਿਹੜੇ ਨੇ ਉਹਨਾਂ ਨੂੰ ਲੋਕਾਂ ਨੇ ਮੈਂਡੇਟ ਦਿੱਤਾ, ਸਾਡਾ ਕੰਮ ਆ ਮੇਅਰ ਮੁਕੱਲਮ ਦੇ ਨਾਲ ਰਲ ਕੇ ਚੱਲਣਾ। ਜੇ ਮੈਂ ਇੱਕ ਚੀਜ਼ ਕਹਿ ਸਕਦਾ ਵੀ ਜਿੱਥੇ ਸਾਡੀ ਫੈਡਰਲ ਕਮਿਟਮੈਂਟ ਦੀ ਲੋੜ ਸੀਗੀ $1.3 ਬਿਲੀਅਨ ਦੀ, ਉਹ ਅਸੀਂ ਦੇ ਦਿੱਤੀ। ਅੱਗੇ ਉਸ ਨੂੰ ਕਿਸ ਤਰੀਕੇ ਨਾਲ ਟਰਾਂਸਲਿੰਕ ਪਰਸੂਟ ਕਰਦੀ ਹੈਗੀ ਆ, ਕਿਸ ਤਰੀਕੇ ਨਾਲ ਸਿਟੀ ਜਿਹੜੀ ਹੈ ਪਰਸੂ ਕਰਦੀ ਹੈ, ਅਸੀਂ ਉਹਨਾਂ 'ਤੇ ਛੱਡਿਆ ਹੋਇਆ। ਔਰ ਅਸੀਂ ਆਪਣਾ ਜਿਹੜਾ ਸੀਗਾ ਬਣਦਾ ਹਿੱਸਾ, ਜਿਹੜਾ ਕਮਿਟਮੈਂਟ ਆ, ਉਹ ਅਸੀਂ ਉਹਨਾਂ ਨੂੰ ਡਿਲੀਵਰ ਜਿਹੜੀ ਆ ਉਹ ਕਰ ਦਿੱਤੀ ਹੋਈ ਆ। ਅੱਜ ਮੈਨੂੰ ਲੱਗਦਾ ਵੀ ਸ਼ੋਅ ਚੱਲ ਰਿਹਾ ਸੀ ਹੋਰ ਮਾਧਿਅਮ ਦੇ ਥਰੂ, ਸੋ ਇਹਨਾਂ ਨੇ ਕਾਲ ਕੀਤੀ। ਬਾਕੀ ਇਹਨਾਂ ਦਾ ਪ੍ਰਤੀਕਰਮ ਹੈ ਜੀ ਵੀ ਉਹ ਜਿਹੜਾ ਪੈਸੇ ਆ ਵੇਸਟ ਹੋਏ। ਪੈਸੇ ਦੇਖੋ, ਜਦੋਂ ਓਵਰਆਲ ਸਕੀਮ ਆਫ ਥਿੰਗਸ ਦੇਖਦੇ ਹਾਂ ਕਿ ਫਿਰ ਮੈਂ ਕਹਿ ਦਿੰਦਾ ਵੀ ਇਸ ਵੇਲੇ ਲੋਕਾਂ ਦੀ ਰਾਏ ਬਹੁਤ ਜ਼ਰੂਰੀ ਸੀਗੀ ਕਿ ਉਹ ਆਪਣੀ ਨਵੀਂ ਰਾਏ ਦੇ ਸਕਣ ਵੀ ਇਸ ਲੀਡਰ ਨੂੰ ਅਸੀਂ ਚਾਹੁੰਦੇ ਹਾਂ ਕਿ ਉਹ ਕੈਨੇਡਾ ਦੀ ਰਹਿਨੁਮਾਈ ਕਰੇ, ਤੇ ਸਾਰੇ ਜਿਹੜੇ ਪੋਲੀਟੀਕਲ ਪੀਪਲ ਪਾਰਟੀਆਂ ਦੇ ਚੁਣੇ ਗਏ ਆ ਉਹ ਰਲ ਕੇ ਕੰਮ ਕਰਨ, ਤਾਂ ਕਿ ਪਾਰਲੀਮੈਂਟ ਜਿਹੜੀ ਆ ਉਹ ਉੱਥੇ ਜੋ ਕੋਈ ਨਾ ਕੋਈ ਪ੍ਰੋਡਕਟਿਵ ਜਿਹੜਾ ਕੰਮ ਆ ਉਹ ਹੋ ਸਕੇ। ਜੀ ਬਿਲਕੁਲ। ਸੋ ਸੁਖ ਧਾਲੀਵਾਲ ਜੀ, ਇੱਥੇ ਮੀਨੂ ਚੌਹਾਨ ਨੇ ਕੰਗ੍ਰੈਚੁਲੇਸ਼ਨਸ ਲਿਖੀ ਹੈ ਤੁਹਾਨੂੰ। ਯੋਗੇਸ਼ ਸ਼ਰਮਾ ਕਹਿੰਦੇ ਨੇ ਪੀਆਰ ਕਦੋਂ ਤੋਂ ਸਟਾਰਟ ਹੋਣਾ ਪਲੀਜ਼ ਦੱਸੋ, ਤੇ ਜੀਤ ਬਰਾੜ ਜੀ ਨੇ ਵੀ ਕੰਗ੍ਰੈਚੁਲੇਸ਼ਨਸ ਕਹੀ ਹੈ ਤੁਹਾਨੂੰ। ਥੈਂਕ ਯੂ ਵੈਰੀ ਮੱਚ। ਇਹਨਾਂ ਨੇ ਜਿਹੜੀਆਂ ਵਧਾਈ ਦਿੱਤੀ ਹੈ, ਔਰ ਜਿਹੜਾ ਉਹਨਾਂ ਨੇ ਕਿਹਾ ਪੀਆਰ ਕਦੋਂ, ਪੀਆਰ ਤਾਂ ਆਲਰੇਡੀ ਜਿਹੜੀ ਆ ਉਹ ਚੱਲ ਰਹੀ ਹੈ। ਦੇਖੋ ਪੀਆਰ ਦੀ ਪ੍ਰੋਸੈਸ ਤਾਂ ਅਸੀਂ ਰੋਕੀ ਨਹੀਂ। ਅਸੀਂ ਕਿਹਾ ਵੀ 4 ਲੱਖ ਇਮੀਗ੍ਰੈਂਟ ਜਿਹੜੇ ਨੇ, ਕਿਉਂਕਿ ਇਮੀਗ੍ਰੇਸ਼ਨ ਇਸ ਵੇਲੇ ਜਿਹੜੀ ਆ ਉਹ ਸੋਸ਼ਲ ਨੀਤੀ ਨਹੀਂ, ਉਹ ਇਸ ਵੇਲੇ ਜਿਹੜੀ ਹੈਗੀ ਆ ਇਹ ਇੱਥੇ ਦੀ ਇਕਨੋਮਿਕ ਨੀਤੀ ਹੈਗੀ। ਉਸ ਨੂੰ ਮੱਦੇ ਨਜ਼ਰ ਰੱਖ ਕੇ 1.2 ਮਿਲੀਅਨ ਪੀਪਲ ਜਿਹੜੇ ਲੈ ਕੇ ਆਉਣੇ ਅਗਲੇ 3 ਸਾਲਾਂ 'ਚ, ਉਹ ਜਿਹੜੀ 4 ਲੱਖ ਲੈ ਕੇ ਆਉਣ, ਉਹ 'ਚ ਪੀਆਰ ਐਵਰੀ ਡੇ ਜਿਹੜੀਆਂ ਨੇ ਨਵੇਂ COPR ਜਿਹੜੇ ਨੇ ਤੁਸੀਂ ਕਹਿੰਦੇ ਉਹ ਇਸ਼ੂ ਹੋ ਰਹੇ ਆ। ਉਹਦੇ ਵਿੱਚ ਚਾਹੇ ਉਹ ਐਕਸਪ੍ਰੈਸ ਐਂਟਰੀ ਦੇ ਥਰੂ ਸੀ, ਚਾਹੇ ਉਹ 27,000 ਵਰਕਰ ਕੱਢਿਆ, ਫਿਰ 6,000 ਕੱਢੀ ਐਪਲੀਕੇਸ਼ਨ, ਜਾਂ 90,000 ਜਿਹੜੇ ਸੀ ਇਹ ਹੋਰ ਐਪਲੀਕੇਸ਼ਨਾਂ, ਸਪਾਊਸਲ ਕੇਸ ਨੇ, ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ 'ਤੇ ਚੱਲ ਰਹੇ ਆ। ਸੋ ਹਰ ਇੱਕ ਸਟਰੀਮ ਦੇ ਵਿੱਚ ਰਿਫਿਊਜੀ ਉਹ ਆਪੋ ਆਪਣੇ ਜਿਹੜਾ ਕੰਮ ਆ ਉਹ ਚੱਲ ਰਿਹਾ। ਪੀਆਰ ਜਿਹੜੀ ਆ ਉਹ ਮਿਲ ਰਹੀ ਹੈਗੀ ਆ। ਬਿਲਕੁਲ। ਸੋ ਸਤ ਗਿੱਲ ਨੇ ਕੰਗ੍ਰੈਚੁਲੇਸ਼ਨਸ ਕਹੀ ਹੈ ਤੁਹਾਨੂੰ, ਤੇ ਪਰਮਜੀਤ ਢਿੱਲੋਂ ਕਹਿੰਦੇ ਨੇ ਕੰਗ੍ਰੈਚੁਲੇਸ਼ਨਸ। ਥੈਂਕ ਯੂ ਅਗੇਨ ਜੀ ਬਿਲਕੁਲ। ਸੋ ਬਹੁਤ ਸਾਰੀਆਂ ਵਧਾਈਆਂ ਸੁਖ ਧਾਲੀਵਾਲ ਜੀ ਤੁਹਾਨੂੰ ਮਿਲ ਗਿਆ। ਹੁਣ ਦੱਸੋ ਵੀ ਹੁਣ ਜਿਹੜੀ ਓਥ ਸੈਰਾਮਨੀ ਹੈ ਅੱਗੇ ਦਾ ਕੀ ਪ੍ਰੋਸੈਸ ਚੱਲ ਰਿਹਾ, ਕਦੋਂ ਲੈਣ ਜਾ ਰਹੇ ਹੋ? ਸਪੈਸ਼ਲੀ ਬਹੁਤ ਚੰਗੀ ਗੱਲ ਹੈ ਕਿ ਜਿੰਨੇ ਪੰਜਾਬੀ ਮੰਤਰੀ ਹੈ ਵੱਡੀ ਗਿਣਤੀ ਦੇ ਵਿੱਚ ਖੜੇ ਸੀ, ਔਰ ਹਰ ਪਾਰਟੀ ਵੱਲੋਂ, ਔਰ ਉਹਨਾਂ ਨੂੰ ਫਤਵਾ ਜਾਰੀ ਹੋਇਆ, ਸਾਰੇ ਤਕਰੀਬਨ ਦੇ ਤਕਰੀਬਨ ਆਪਣੀਆਂ ਸੀਟਾਂ ਦੇ ਉੱਤੇ ਜਿੱਤੇ ਨੇ। ਲਿਬਰਲ ਪਾਰਟੀ ਦੇ ਵੀ ਬਹੁਤ ਸਾਰੇ ਪੰਜਾਬੀ ਮੰਤਰੀ ਜਿਹੜੇ ਨੇ, ਜਿੰਨੇ ਪੁਰਾਣੇ ਹੀ ਸੀਗੇ, ਉਹਨਾਂ ਨੇ ਫਿਰ ਤੋਂ ਆਪਣੀਆਂ ਸੀਟਾਂ ਜਿਹੜੀਆਂ ਨੇ ਉਹਨਾਂ ਦੇ ਰਾਈਡਿੰਗਸ ਉਹਨਾਂ ਦੇ ਕੋਲ ਹੀ ਰਹੀਆਂ। ਸੋ ਇੱਕ ਚੰਗੀ ਗੱਲ ਮੰਨੀ ਜਾ ਰਹੀ ਹੈ। ਅੱਗੇ ਪ੍ਰੋਸੈਸ ਕੀ ਚੱਲੇਗਾ, ਹੁਣ ਕਦੋਂ ਓਥ ਸੈਰਾਮਨੀ ਜਿਹੜੀ ਹੈ ਉਹਦੇ ਤੇ ਥੋੜਾ ਦੱਸਿਓ। ਮੈਂ ਇਸ ਤੋਂ ਪਹਿਲਾਂ ਇੱਕ ਕਾਲ ਪਿਕ ਕਰਦੀ ਹਾਂ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਤੁਹਾਡਾ? ਹਾਂਜੀ ਮੇਰਾ ਸਵਾਲ, ਮੈਂ ਤਾਂ ਵਧਾਈ ਦੇਣੀ ਚਾਹੁੰਦੀ ਸੁਖ ਧਾਲੀਵਾਲ ਨੂੰ, ਤੇ ਬਾਕੀ ਇਹਨਾਂ ਦੇ ਸਾਰੇ ਕੰਮ ਹੀ ਸਾਨੂੰ ਬਹੁਤ ਵਧੀਆ ਲੱਗ ਰਹੇ। ਮੈਂ ਸੀਨੀਅਰਸ ਬੋਲ ਰਹੀ ਹਾਂ ਸਰੀ ਚੋਂ ਜੀ। ਇਸੇ ਤਰ੍ਹਾਂ ਹੀ ਇਹ ਕਰਦੇ ਰਹਿਣ, ਪਰਮਾਤਮਾ ਨੇ ਇਹਨਾਂ ਨੂੰ ਤਰੱਕੀ ਬਖਸ਼ੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਧੰਨਵਾਦ ਜੀ, ਬਹੁਤ ਬਹੁਤ ਇਨਕਰੇਜਮੈਂਟ ਦਾ ਔਰ ਹੌਸਲਾ ਦੇਣ ਦਾ। ਔਰ ਤੁਸੀਂ ਕਿਹਾ ਸੀ ਸ਼ੈਰੀ ਜੀ ਵੀ ਜਿਹੜੇ ਕੈਂਡੀਡੇਟ ਆ ਜਿੱਤੇ ਆ, ਪਰ ਮੈਂ
ਜਿਹੜੇ ਕੈਂਡੀਡੇਟ ਨੇ ਵੀ ਜਿੱਤੇ, ਠੀਕ ਹੈ ਨਾ, ਮੈਂ ਉਹਨਾਂ ਨੂੰ ਵੀ ਵਧਾਈ ਦੇਣੀ ਚਾਹੁੰਦਾ ਕਿਉਂਕਿ ਉਹਨਾਂ ਨੇ ਵੀ ਜਿਹੜਾ ਆਪਣਾ ਨਾਂ ਪੁੱਟ ਟੂਗੈਦਰ ਕੀਤਾ। ਮੇਰੀ ਆਪਦੀ ਕੰਸਟੀਟੂਐਂਸੀ ਦੇ ਵਿੱਚ ਹੀ ਮੈਂ ਰਾਬਤਾ ਮੇਰਾ ਪੈਦਾ ਹੋਇਆ ਸੀਗਾ ਕਿਉਂਕਿ ਜਦੋਂ ਮੈਨੂੰ ਸੈਯਦ ਮੌਸਮ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟ ਸੀ ਉਹਨਾਂ ਨੇ ਵਧਾਈ ਲਈ ਮੈਨੂੰ ਟੈਲੀਫੋਨ ਕੀਤਾ। ਇਨਫੈਕਟ ਸਮਹਾਉ ਉਹਨਾਂ ਨੇ ਮੇਰੀ ਡਾਟਰ ਜਿਹੜੀ ਹੈਗੀ ਆ ਉਹਦਾ ਨੰਬਰ ਉਹਨਾਂ ਕੋਲ ਕਿਸ ਤਰੀਕੇ ਨਾਲ ਆਇਆ, ਉਹਨਾਂ ਨੂੰ ਕਾਲ ਕੀਤੀ, ਮੇਰੀ ਡਾਟਰ ਨੇ ਦੱਸਿਆ ਤਾਂ ਮੈਂ ਉਹਨਾਂ ਨੂੰ ਆਊਟਰੀਚ ਕੀਤਾ ਕਿ ਉਹਨਾਂ ਨੇ ਮੈਨੂੰ ਵਧਾਈ ਵੀ ਦਿੱਤੀ ਔਰ ਨਾਲ ਵਾਅਦਾ ਵੀ ਕੀਤਾ ਕਿ ਉਹ ਇਕੱਠੇ ਹੋ ਕੇ ਜਿਹੜਾ ਹੈਗਾ ਅਸੀਂ ਕੈਨੇਡੀਅਨ ਲੋਕਾਂ ਲਈ ਔਰ ਸਰੀ ਨਿਊਟਨ ਦੇ ਲੋਕਾਂ ਲਈ ਜਿਹੜੀ ਭਲਾਈ ਕਰਾਂਗੇ। ਸੋ ਇਸ ਕਰਕੇ ਜਿਹੜੇ ਕੈਂਡੀਡੇਟਸ ਨਹੀਂ ਵੀ ਜਿੱਤੇ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ। ਔਰ ਮੇਰੀ ਆਪਣੀ ਕੰਸਟੀਟੂਐਂਸੀ 'ਚ ਜਦੋਂ ਇਹ ਦੇਖਦੇ ਹੈਗੇ ਆ ਤਾਂ 5 ਕੈਂਡੀਡੇਟ ਸੀ ਅਸੀਂ, ਠੀਕ ਹੈ ਨਹੀਂ, 5 ਚੋਂ ਜਿੱਤਣਾ ਤਾਂ ਇੱਕ ਨਹੀਂ ਹੈਗਾ ਨਾ, ਬਾਕੀ 4 ਨਹੀਂ ਜਿੱਤੇ ਪਰ ਐਟਲੀਸਟ ਉਹਨਾਂ ਨੇ ਇੱਕ ਕਰੇਜ ਤਾਂ ਕੀਤਾ ਵੀ ਆਪਣਾ 9 ਬੈਲਟ ਪੇਪਰ ਤੇ ਪਾਇਆ, ਇੰਨੇ ਦਿਨ ਕੈਂਪੇਨ ਵੀ ਕੀਤੀ। ਔਰ ਸਪੈਸ਼ਲੀ ਇੱਕ ਚੰਗੀ ਗੱਲ ਸੁਖਤਾ ਲੀਵਾਲ ਜੀ ਇਹ ਵੀ ਰਹੀ ਹੈ ਕਿ ਲਿਬਰਲ ਦੇ ਵੱਲੋਂ ਜਿਵੇਂ ਮਿਸ਼ਨ ਮਾਸਕਿਊ ਫਰੇਜ਼ਰ ਕੈਨੀਅਨ ਸੀਟ ਦੀ ਅਸੀਂ ਗੱਲ ਕਰ ਲਈਏ ਉਹਦੇ ਵਿੱਚ ਜਿਵੇਂ ਗੀਤ ਗਰੇਵਾਲ ਖੜੇ ਸੀ। ਸੋ ਗੀਤ ਗਰੇਵਾਲ ਦਾ ਜਦੋਂ ਅਸੀਂ ਇੰਟਰਵਿਊ ਵੀ ਕਰਨ ਗਏ ਸੀ, ਜਿੱਤਣਾ ਹਾਰਨਾ ਡਜ਼ਨਟ ਮੈਟਰ, ਪਰ ਉਹਦੇ ਵਿੱਚ ਸਿਰਫ ਇੱਕ ਚੀਜ਼ ਸਾਹਮਣੇ ਆਈ ਹੈ ਕਿ ਜਿਹੜੇ ਕੈਨੇਡੀਅਨ ਬੋਰਨ ਪੰਜਾਬੀ ਬੱਚੇ ਹੈਗੇ ਨੇ ਉਹ ਪਹਿਲਾਂ ਪੋਲੀਟਿਕਸ ਤੋਂ ਹਮੇਸ਼ਾ ਦੂਰ ਹੀ ਰਹਿੰਦੇ ਸੀ ਪਰ ਹੁਣ ਉਹਨਾਂ ਦੀ ਹਿੰਮਤ ਇੰਨੀ ਜ਼ਿਆਦਾ ਵਧਣ ਲੱਗ ਗਈ ਹੈ, ਇੰਨਾ ਉਹਨਾਂ 'ਚ ਜੋਸ਼ ਆ ਗਿਆ ਵੀ ਉਹ ਪਾਰਟਿਸਿਪੇਟ ਕਰਨ ਲੱਗ ਗਏ ਨੇ ਇਲੈਕਸ਼ਨਸ ਨੂੰ, ਸਿਆਸਤ ਦੇ ਵਿੱਚ ਆਉਣ ਲਈ ਐਟਲੀਸਟ ਉਹਨਾਂ ਨੇ ਆਪਣੇ ਕਦਮ ਜਿਹੜੇ ਆ ਉਹ ਰੱਖਣੇ ਸ਼ੁਰੂ ਕਰ ਦੇਣੇ ਵਿਚ ਇਜ਼ ਵੈਰੀ ਗੁੱਡ। ਉਹਦੇ ਵਿੱਚ ਮੈਂ ਪਰਮ ਬੈਂਸ ਉਹਨਾਂ ਦੀ ਐਗਜ਼ਾਮਪਲ ਦਿੰਦਾ, ਜਿਹੜੀ ਗੱਲ ਮੈਂ ਪਬਲਿਕਲੀ ਕਰਦਾ ਉਹ ਮੈਂ ਉਹਦੇ ਪਿੱਛੇ ਖੜਦਾ ਵੀ ਹਾਂ। ਪਰਮ ਬੈਂਸ ਮੇਰੇ ਕੋਲ ਆਏ, ਠੀਕ ਹੈ ਨਾ, ਪੂਰੀ ਡਿਟੇਲ ਤਾਂ ਨਹੀਂ ਮੈਂ ਦੱਸੂਗਾ ਕਿਉਂਕਿ ਜਿਸ ਤਰੀਕੇ ਨਾਲ ਡਿਸਕਸ ਹੁੰਦੀ ਕਿਉਂਕਿ ਪੋਲੀਟੀਕਲੀ, ਔਰ ਉਸ ਵੇਲੇ ਉਹਨਾਂ ਨੂੰ ਮੈਂ ਇਨਕਰੇਜ ਕੀਤਾ ਵੀ ਤੁਹਾਡੇ ਕੋਲ ਇਹ ਅਪਰਚੂਨਿਟੀ ਹੈਗੀ ਵੀ ਜੇ ਜੋ ਪੈਸਕੀ ਲੀਡਰ ਮੇਰੇ ਪਰਮ ਪਿਆਰੇ ਮਿੱਤਰ ਨੇ ਜੇ ਉਹ ਨਹੀਂ ਖੜਦੇ ਤਾਂ ਅਸੀਂ ਤੁਹਾਡੀ ਜਿਹੜੀ ਆ ਉਹ ਰਿਚਮੰਡ ਸਟੀਵਸਨ ਰਿਚਮੰਡ ਈਸਟ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਜੇ ਤੁਸੀਂ ਫੈਡਰਲੀ ਰਨ ਕਰਨਾ। ਹੁਣ ਉਹ ਫੈਡਰਲੀ ਰਨ ਕੀਤੇ ਪਰਮ ਬੈਂਸ ਨੇ ਔਰ ਉਹਨਾਂ ਦੇ ਵਿੱਚ ਜਿਹੜਾ ਸੀਗਾ ਕਿਉਂਕਿ ਮੇਰਾ ਬੱਚਿਆਂ ਵਾਂਗੂ ਮੇਰਾ ਇੱਕ EMPLOYE ਵੀ ਆ ਪਰ ਇਕੱਲਾ ਮੈਂ ਉਹਨੂੰ EMPLOYE ਦੇ ਤਰੀਕੇ ਨਾਲ ਨਹੀਂ ਟਰੀਟ ਕਰਦਾ। ਪਵਨ ਬਾਈ ਆ ਉਹ ਬੱਚਿਆਂ ਵਾਂਗੂ ਮੈਂ ਉਹਨੂੰ ਰੱਖਿਆ ਉਹਦੀ ਤੇ ਉਹਦੀ ਵਾਈਫ ਸ਼ਿੰਦੀ ਦੋਨੇ ਮੈਨੂੰ ਮਤਲਬ ਚਾਹੇ ਉਹ ਮੇਰੇ ਲਈ ਕੰਮ ਕਰਦਾ ਪਰ ਮੇਰੇ ਲਈ ਉਹ ਇੱਕ ਪਰਿਵਾਰ ਆ ਕਿਉਂਕਿ 2006 ਤੋਂ ਮੇਰੇ ਨਾਲ ਉਹ ਕੰਮ ਕਰਦਾ ਬੱਚਾ। ਹੁਣ ਉਹਦਾ ਪਰਮ ਬੈਂਸ ਉਹਦਾ ਅੱਗੇ ਪਰਮ ਪਿਆਰਾ ਮਿੱਤਰ ਆ, ਭਰਾਵਾਂ ਵਾਂਗੂ ਉਹ ਇਕੱਠੇ ਰਹਿੰਦੇ ਨੇ ਔਰ ਉਹਦੇ ਵਿੱਚ ਅਸੀਂ ਉਹਨੂੰ ਮਦਦ ਕੀਤੀ। ਪਵਨ ਨੇ ਵੀ ਉਹਦੀ ਮਦਦ, ਉਹਨੂੰ ਨੋਮੀਨੇਸ਼ਨ ਮਿਲ ਗਈ। ਜਦੋਂ ਨੋਮੀਨੇਸ਼ਨ ਮਿਲੀ ਉਸ ਤੋਂ ਬਾਅਦ ਵੀ ਉਹਨਾਂ ਨੂੰ ਜੇ ਲੋੜ ਸੀਗੀ ਫਾਈਨੈਂਸ਼ੀਅਲ ਸਪੋਰਟ ਦੀ ਉਹ ਵੀ ਅਸੀਂ ਪੈਸੇ ਜਿਹੜੀ ਸਾਡੀ ਕੰਸਟੀਟਿਊਐਂਸੀ ਤੋਂ ਅਸੀਂ ਉਹਨਾਂ ਨੂੰ ਦਿੱਤੇ। ਕਿਉਂਕਿ ਇੱਕ ਉਹ ਕੈਂਡੀਡੇਟ ਜਦੋਂ ਪਰਮ ਬੈਂਸ ਨੇ ਦੇਖਦੇ ਆ ਤਾਂ ਉਹ ਬਹੁਤ ਲੰਮੇ ਸਮੇਂ ਤੋਂ ਇਨਵੋਲਵਡ ਸੀ, ਚਾਹੇ ਉਹ ਪ੍ਰੋਵਿੰਸ਼ੀਅਲ ਪਹਿਲਾਂ ਲਿਬਰਲ 'ਚ ਇਨਵੋਲਵਡ ਸੀ, ਫਿਰ ਉਹ ਰਿਚਮੰਡ ਦੇ ਵਿੱਚੋਂ ਕਾਉਂਸਲਰ ਲਈ ਵੀ ਸੀਟ ਲੜਿਆ ਸੀ ਔਰ ਕਮਿਊਨਿਟੀ ਦੇ ਵਿੱਚ ਉਹਨੇ ਕਾਫੀ ਕੰਮ ਜਿਹੜਾ ਸੀਗਾ ਉਹ ਪਿੱਛੇ ਕੀਤਾ ਸੀਗਾ। ਔਰ ਜਦੋਂ ਇਹੋ ਜਿਹੇ ਬੱਚੇ ਜਿੱਤਦੇ, ਹੁਣ ਕੱਲ ਮੈਨੂੰ ਪਰਮ ਦਾ ਫੋਨ ਆਇਆ ਸੀ ਤੇ ਉਹ ਐਕਨੋਲਜ ਵੀ ਕਰਦਾ ਸੀ ਵੀ ਥੈਂਕ ਯੂ ਤੁਸੀਂ ਮੈਨੂੰ ਜਿਹੜਾ ਸੀਗਾ ਜਿਹੜਾ ਸੀ ਓਪਰਚੁਨਿਟੀ ਇੱਧਰਲੇ ਪਾਸੇ ਦਿੱਤੀ ਨਾਲ ਕਿਉਂਕਿ ਫਿਰ ਤੁਹਾਡਾ ਮਨ ਹੋਰ ਵੀ ਖੁਸ਼ ਹੁੰਦਾ। ਪਨੀਤ ਸੰਧੜ ਹੈਗੇ ਆ ਪਰਫੈਕਟ ਐਗਜ਼ਾਮਪਲ, ਪਿਛਲੀ ਵਾਰ ਨਹੀਂ ਉਹ ਜਿੱਤੇ ਉਹ ਲਹਿਦਾ ਗੱਲ ਆ ਪਿਛਲੀ ਵਾਰ, ਪਰ ਉਹਨਾਂ ਨੂੰ ਜਿਹੜਾ ਸੀਗਾ ਉਹ ਮੌਕਾ ਦਿੱਤਾ, ਠੀਕ ਹੈ ਨਾ। ਉਹਨਾਂ ਨੂੰ ਮੌਕਾ ਦੇਣ ਦਾ ਕਾਰਨ ਇੱਕੋ ਹੀ ਸੀਗਾ ਵੀ ਇੱਕ ਉਹ ਅਕੰਪਲਿਸ਼ਡ ਵੂਮਨ ਹੈਗੀ ਜੀ, ਠੀਕ ਹੈ ਨਾ। ਉਹ ਪਹਿਲਾਂ ਆਪਦਾ ਲਾਅ ਪ੍ਰੋਫੈਸ਼ਨ 'ਚ ਉਹਨੇ ਪ੍ਰੈਕਟਿਸ ਕੀਤੀ, ਪ੍ਰੈਕਟਿਸ ਕਰਕੇ ਉਹਨੇ ਆਪਦੀ ਪਹਿਚਾਣ ਬਣਾਈ। ਪ੍ਰੀਤ ਸੰਧੜ ਦੀ ਪਹਿਚਾਣ ਜਿਹੜੀ ਸੀਗੀ ਉਹਦੀ ਆਪਦੀ ਪਹਿਚਾਣ। ਇਨਫੈਕਟ ਮੈਂ ਤਾਂ ਹੱਸਦਾ ਹੁੰਦਾ ਜਤਿੰਦਰ ਨੂੰ ਵੀ ਜਤਿੰਦਰ ਤੇਰੀ ਪਹਿਚਾਣ ਜਿਹੜੀ ਆ ਹੁਣ ਉਹ ਪ੍ਰੀਤ ਸੰਧੜ ਕਰਕੇ ਤੇਰੀ ਪਹਿਚਾਣ ਬਣੀ ਹੈਗੀ ਆ ਕਿਉਂਕਿ ਔਰ ਉਹ ਦੋਨੇ ਹਸਬੈਂਡ ਵਾਈਫ ਇਕੱਠੇ ਕੰਮ ਵੀ ਕਰਦੇ ਆ। ਪ੍ਰੀਤ ਨੂੰ ਮੌਕਾ ਦਿੱਤਾ। ਅੱਜ ਪ੍ਰੀਤ ਜਿਹੜੀ ਹੈਗੀ ਆ ਹੁਣ ਉਹ ਕੋ-ਚੇਅਰ ਹੈਗੀ ਆ ਕੈਵਨ ਫਾਲਕਨ ਦੀ ਕੈਂਪੇਨ ਦੀ। ਦੇਖੋ ਇੱਕ ਬੱਚੀ ਆਪਦਾ ਪ੍ਰੋਫੈਸ਼ਨ 'ਚੋਂ ਛੱਡ ਕੇ ਇੱਧਰਲੇ ਪਾਸੇ ਉਹ ਟਾਈਮ ਲੱਗੀ ਹੋਈ ਆ। ਡੇਵ ਹਾਂਸ ਹੈਗੇ ਨੇ ਪਰਫੈਕਟ ਐਗਜ਼ਾਮਪਲ ਮੇਰੇ ਕੋਲ ਆਏ, ਇੰਜੀਨੀਅਰ ਨੇ ਪ੍ਰੋਫੈਸ਼ਨ ਦੇ ਤੌਰ ਤੇ, ਐਸਟੈਬਲਿਸ਼ਡ ਬਿਜ਼ਨਸਮੈਨ ਵੀ ਹੈਗੇ ਨੇ ਸਰੀ ਦੇ ਵਿੱਚ ਔਰ ਬੜੀ ਸੌਫਟ ਪਰਸਨੈਲਿਟੀ ਆ। ਉਹਨਾਂ ਨੂੰ ਵੀ ਮੈਂ ਜਿਹੜਾ ਸੀਗਾ ਉਹ ਕਿਹਾ। ਦੇਖੋ ਜਦੋਂ ਸਾਡੇ ਇਹ ਜਿਹੜੇ ਇੰਡੀਵਿਜੂਅਲ ਜੰਗ ਹੁਣ ਤੁਸੀਂ ਗੀਤ ਦੀ ਗੱਲ ਕੀਤੀ ਹੈਗੀ ਆ ਉਹ ਆਏ ਔਰ ਉਸ ਤੋਂ ਬਾਅਦ ਜਿਹੜਾ ਸੀਗਾ ਤੁਸੀਂ ਮੈਂ ਡਾਕਟਰ ਨਵਰੀਨ ਗਿੱਲ ਦੀ ਗੱਲ ਕੀਤੀ। ਦੇਖੋ ਨਾ ਉਸ ਰਾਈਡਿੰਗ ਦੇ ਵਿੱਚ ਐਡ ਫਾਸਟ ਵਾਲੀ 'ਚ ਇੰਨੀ ਵੋਟ ਲੈ ਕੇ ਜਾਣੀ ਉਹ ਕੋਈ ਖਾਲਾ ਹੀ ਦਾ ਬੜਾ। ਦੇਖੋ 10,000 ਤੋਂ ਉੱਤੇ ਵੋਟ ਉਸ ਨੂੰ ਪਈ ਆ ਨਵਰੀਨ ਨੂੰ ਔਰ ਨਵਰੀਨ ਦੀ ਨੇਚਰ ਵੀ ਜਿਹੜੀ ਆ ਉਹ ਬੜੀ ਵਧੀਆ। ਦੇਖੋ ਇੱਕ ਡਾਕਟਰ ਆਲਰੇਡੀ ਉਹਦੀ ਆਪਦੀ ਪਹਿਚਾਣ ਆ ਵੀ ਨਵਰੀਨ ਗਿੱਲ ਇੱਕ ਡਾਕਟਰ ਹੈਗੀ ਆ ਔਰ ਇੱਕ ਫਿਜ਼ੀਸ਼ੀਅਨ ਹੋਣ ਦੇ ਨਾਤੇ, ਠੀਕ ਹੈ ਨਾ, ਉਹਦੀ ਪਹਿਚਾਣ ਆਪਦੀ ਪਹਿਚਾਣ ਜਿਹੜੀ ਉਹਨੇ ਬਣਾਈ ਸੀ। ਸੋ ਮੈਂ ਤਾਂ ਕਹਿੰਦਾ ਜਿੰਨੀਆਂ ਵੀ ਬੱਚੀਆਂ ਵੱਧ ਤੋਂ ਵੱਧ ਉਹਨਾਂ ਨੂੰ ਚਾਹੀਦਾ ਕਿ ਉਹ ਇੱਧਰ ਕੁੱਦਣ ਤੇ ਉਹਨਾਂ ਦੀ
ਜਿਹੜੀ ਆ ਉਹ ਪਹਿਚਾਣ ਜਿਹੜੀ ਆ ਬਣਾਉਣ ਆਪਣੀ, ਠੀਕ ਹੈ ਨਾ। ਹੁਣ ਮੇਰੀਆਂ ਬੱਚੀਆਂ ਉਹ ਤੁਸੀਂ ਦੇਖੋਗੇ ਕਿ ਉਹ ਪੜ੍ਹਦੇ ਦੇ ਪਿੱਛੇ ਰਹਿੰਦੀਆਂ, ਕਦੇ ਪੋਲੀਟਿਕਸ ਤਾਂ ਉਹਨਾਂ ਨੇ ਆਉਣ ਦਾ ਉਹਨਾਂ ਦਾ ਕੋਈ ਅੱਜ ਦੀ ਡੇਟ 'ਚ ਅੱਗੇ ਵੀ ਨਹੀਂ ਮੈਨੂੰ ਲੱਗਦਾ ਵੀ ਉਹ ਆਉਣਗੀਆਂ, ਕਿਉਂਕਿ ਉਹ ਆਪਦੇ ਮੈਡੀਕਲ ਪ੍ਰੋਫੈਸ਼ਨ 'ਚ ਗਈਆਂ। ਪਰ ਉਹ ਇਹ ਕਹਿੰਦੀਆਂ ਨੇ ਵੀ ਜੇ ਅਸੀਂ ਮੈਡੀਕਲ ਪ੍ਰੋਫੈਸ਼ਨ 'ਚ ਵੀ ਹਾਂ, ਅਸੀਂ ਇਹ ਨਹੀਂ ਸਾਡੀ ਪਹਿਚਾਣ ਹੋਣੀ ਚਾਹੀਦੀ ਵੀ ਅਸੀਂ ਸੁਖ ਧਾਲੀਵਾਲ ਦੀਆਂ। ਇਨਫੈਕਟ ਕਿਸੇ ਦਿਨ ਇਹ ਕਹਿਣ ਵੀ ਸੁਖ ਧਾਲੀਵਾਲ ਜਿਹੜਾ ਹੈਗਾ ਇਹ ਉਹਦਾ ਡੈਡ ਹੈਗਾ, ਵੀ ਉਹ ਆਪਦੀ। ਸੋ ਇਹ ਸਾਨੂੰ ਖੁਸ਼ੀ ਹੁੰਦੀ, ਕਿਉਂਕਿ ਮੈਂ ਤਾਂ ਆਪ ਕਹਿੰਦਾ ਬੱਚੇ ਨੂੰ, ਕਿਸੇ ਦੇ ਬੱਚੇ, ਹੁਣ ਮੈਂ ਹਰੇਕ ਦੇ ਬੱਚੇ ਦੀ ਚੰਗੇ ਲਈ ਜਿਹੜੀ ਹੈਗੀ ਆ ਉਹ ਪ੍ਰਾਰਥਨਾ ਕਰਦਾ, ਔਰ ਬੱਚੇ ਜਿਹੜੇ ਨੇ ਉਹਨਾਂ ਨੂੰ ਅਪਰਚੂਨਿਟੀਜ਼ ਮਿਲਣੀਆਂ ਚਾਹੀਦੀਆਂ ਹੈਗੀਆਂ। ਉਹ ਜੇ ਅਪਰਚੂਨਿਟੀਜ਼ ਮਿਲਣਗੀਆਂ ਉਹਦੇ ਨਾਲ ਉਹ ਅੱਗੇ ਜਿਹੜਾ ਹੈਗਾ ਉਹ ਵਧਣਗੇ। ਪਰ ਸਰੀਰ ਜਿੱਦਾਂ ਹੁਣ ਮੈਂ ਤੁਹਾਨੂੰ ਅੱਗੇ ਵੀ ਇਹ ਕਿਹਾ ਸੀਗਾ ਵੀ ਇਹ ਬਹੁਤ ਜ਼ਰੂਰੀ ਹੋ ਜਾਂਦਾ ਕਿ ਆਪਾਂ ਉਹ ਇੰਡੀਵਿਜੂਅਲ ਜਿਹੜੇ ਨੇ ਇਨਵੋਲਵ ਵੀ ਹੋਣ, ਠੀਕ ਹੈ ਨਾ। ਪਹਿਲਾਂ ਆਪ ਕਮਿਊਨਿਟੀ ਦੇ ਵਿੱਚ ਕੰਮ ਥੋੜ੍ਹਾ ਘਣਾ ਕਰਨ। ਜਿਹੜੇ ਬੱਚੇ ਇੱਥੇ ਹੀ ਬੋਰਨ ਨੇ, ਹੁਣ ਕਾਫੀ ਬੱਚੇ ਤੁਸੀਂ ਦੇਖੋਗੇ ਜਿਹੜੇ ਪਵਨ 2006 ਦਾ ਮੇਰੇ ਨਾਲ ਕੰਮ ਕਰਦਾ, ਇੱਥੇ ਦਾ ਹੀ ਬੋਰਨ ਆ, ਔਰ ਹਰ ਇੱਕ ਬੰਦਾ ਉਹਨੂੰ ਆਟਵਾ ਦੇ ਵਿੱਚ ਵੀ, ਠੀਕ ਹੈ ਨਾ, ਇੱਥੇ ਵੀ ਰਿਚਮੰਡ 'ਚ ਲਾ ਲਓ, ਉਹਦੇ ਡੈਡੀ ਤੋਂ ਉਹਨੂੰ ਇਹ ਨਹੀਂ ਆ ਵੀ ਉਹਨੂੰ ਹੁਣ ਦੱਸਣਾ ਪੈਂਦਾ ਹੋਊਗਾ ਵੀ ਚਲੋ ਜੀ, ਕਈ ਵਾਰ ਦੱਸਦਾ ਵੀ ਉਹ ਸਰਦਾਰ ਪਰਮਜੀਤ ਸਿੰਘ ਬਾਈਏ ਦਾ ਬੇਟਾ ਹੈਗਾ, ਬਟ ਉਹਨੇ ਆਪਦੀ ਪਹਿਚਾਣ ਜਿਹੜੀ ਆ ਹੁਣ ਇਸ ਵੇਲੇ ਪਵਨ ਨੇ ਉਹ 2006 ਤੋਂ ਕੰਮ, ਜਿਹਨੂੰ ਮਰਜ਼ੀ ਪੁੱਛ ਲਓ, ਕਹਿੰਦੇ ਜੀ ਪਵਨ ਵਰਗਾ ਹੀ, ਤੁਸੀਂ ਵੀ ਉਹਦੇ ਨਾਲ ਕੰਮ ਕਰਕੇ ਦੇਖਿਆ। ਅਸੀਂ ਵੀ ਪਵਨ ਨੂੰ ਕਾਲ ਕਰਕੇ ਹੀ ਤੁਹਾਨੂੰ ਇੰਟਰਵਿਊ ਲਈ ਸੱਦੀਦਾ। ਔਰ ਈਵਨ ਪ੍ਰਾਈਮ ਮਿਨਿਸਟਰ ਦਾ ਆਫਿਸ ਲਾ ਲਓ, ਮਿਨਿਸਟਰ ਦਾ ਆਫਿਸ ਲਾ ਲਓ, ਆਟਵਾ 'ਚ ਕੋਈ ਵੀ ਸਟਾਫ ਟੂ ਸਟਾਫ, ਪਵਨ ਨੇ ਇੰਨੀ ਆਪਦੀ ਵਧੀਆ ਪਰਸਨੈਲਿਟੀ ਬਣਾਈ। ਸੋ ਮੈਨੂੰ ਮਾਣ ਹੁੰਦਾ ਕਿ ਇਹੋ ਜਿਹੇ ਬੱਚੇ ਹੁਣ ਫੇਰ ਅੱਗੇ ਹੋਰ ਬੱਚੇ ਆ ਜਿਹੜੇ ਮੈਂ ਉਹਨਾਂ ਨੂੰ ਚਾਂਸ ਜਿਹੜਾ ਹੈਗਾ ਉਹ ਦੇ ਰਿਹਾ ਵੀ ਦਫ਼ਤਰ 'ਚ ਆਉਣ, ਵਲੰਟੀਅਰ ਕਰਦੇ ਹੈਗੇ ਆ, ਉਹ ਜਦੋਂ ਅੱਗੇ ਵਧਣਗੇ ਉਹਦੇ ਨਾਲ ਖੁਸ਼ੀ ਜਿਹੜੀ ਆ ਉਹ ਹੁੰਦੀ ਹੈ। ਬਿਲਕੁਲ। ਸੋ ਸੁਖ ਧਾਲੀਵਾਲ ਜੀ, ਹੁਣ ਆਪਣੇ ਕੋਲ ਸਮਾਂ ਬਚਿਆ ਬਹੁਤ ਥੋੜਾ, ਫਿਰ ਵੀ ਮੈਂ ਜਿਹੜੇ ਕੰਗ੍ਰੈਚੁਲੇਸ਼ਨ ਤੁਹਾਨੂੰ ਬਾਕੀ ਸਾਰੀਆਂ ਪੜ੍ਹਦੀਆਂ। ਹਰਜਿੰਦਰ ਗਿੱਲ ਜੀ ਕੰਗ੍ਰੈਚੁਲੇਸ਼ਨ ਸੁਖ ਧਾਲੀਵਾਲ ਜੀ ਲਿਖ ਰਹੇ ਨੇ, ਤੇ ਅਮਰਜੀਤ ਸਿੰਘ ਸਿੱਧੂ ਨੇ ਲਿਖਿਆ ਬਹੁਤ ਵਧੀਆ ਗੱਲਬਾਤ ਸੁਖ ਧਾਲੀਵਾਲ ਸਾਹਿਬ, ਬਹੁਤ ਬਹੁਤ ਵਧਾਈਆਂ। ਤੇ ਪ੍ਰਦੀਪ ਰਤਨ ਨੇ ਤੁਹਾਨੂੰ ਕੰਗ੍ਰੈਚੁਲੇਸ਼ਨਸ ਜੀ ਲਿਖਿਆ। ਧੰਨਵਾਦ। ਜਿਹੜੇ ਸਾਰੇ ਮੈਂ ਦੱਸਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਭੇਜ ਰਹੇ ਨੇ ਵਧਾਈ, ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਔਰ ਇਹ ਚੀਜ਼ ਇਨਸਪੀਰੇਸ਼ਨ ਵੀ ਦਿੰਦੀ ਨਾ ਮੈਨੂੰ, ਇੱਕ ਹੌਸਲਾ ਵੀ ਮੇਰਾ ਬੁਲੰਦ ਕਰਦੀ ਆ, ਪਰ ਨਾਲ ਮੈਨੂੰ ਇਨਸਪੀਰੇਸ਼ਨ ਵੀ ਦਿੰਦੀ, ਨਾਲ ਇੱਕ ਉਹ ਦੂਜਾ ਬਾਰ ਵੀ ਸੈੱਟ ਕਰਦੀ ਆ ਵੀ ਉਹ ਹੈਗੀ ਆ ਬਾਰ ਸੁਖ ਧਾਲੀਵਾਲ, ਇਹਨੂੰ ਤੈਨੂੰ ਰੀਚ ਕਰਨਾ ਪੈਣਾ। ਇਹ ਨਾ ਹੋਵੇ ਵੀ ਅਗਲੇ ਇਲੈਕਸ਼ਨ ਦੇ ਵਿੱਚ ਆਵੇਂ ਤੇ ਅਸੀਂ ਤੂੰ ਹੁਣ ਅੱਜ ਜਿਤਾ ਕੇ ਭੇਜਦਾ ਤੇ ਮੁੜ ਕੇ ਨਾ ਤੂੰ ਲੋਕਾਂ 'ਚ ਆਵੇਂ ਤੇ ਮੁੜ ਕੇ ਜਾ ਕੇ ਆਟਵਾ ਬਹਿ ਜਾਵੇਂ ਤੇ ਇੱਥੇ ਨਜ਼ਰ ਨਾ ਆਵੇਂ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਮੈਨੂੰ ਬਹੁਤ ਜ਼ਿਆਦਾ ਹੌਸਲਾ ਤੇ ਇਨਕਰੇਜਮੈਂਟ ਜਿਹੜੀ ਦਿੰਦੀ। ਤੇ ਮੈਂ ਇੱਕੋ ਹੀ ਵਾਅਦਾ ਕਰਦਾ ਵੀ ਜਿਸ ਤਰੀਕੇ ਨਾਲ ਮੈਂ ਪਹਿਲਾਂ ਵਿਚਰਨਾ ਉੱਦਾਂ ਹੀ। ਇਨਫੈਕਟ ਮੇਰੇ ਮੈਂ ਦੇਖੋ ਜਿਹੜੇ ਮੇਰੇ ਕ੍ਰਿਟਿਕ ਨੇ ਨਾ, ਉਹਨੂੰ ਆਪਾਂ ਆਲੋਚਕ ਜਿਹੜੇ ਨੇ ਉਹਨਾਂ ਨੂੰ ਵੀ ਮੈਂ ਬੜਾ ਪਿਆਰ ਕਰਦਾ, ਠੀਕ ਹੈ ਨਾ। ਔਰ ਪਿਆਰ ਆਲੋਚਕ ਇੱਕ ਪਰਸਨ ਨੂੰ ਨਿਖਾਰਦੇ ਨੇ ਅੱਗੇ ਵਧਣ ਦੇ ਵਿੱਚ, ਜਿਹੜਾ ਉਹਨਾਂ ਦਾ ਰੋਲ ਹੁੰਦਾ ਉਹਨਾਂ ਕਿਸੇ ਦਾ ਆਲੋਚਕ ਦੇ ਵਿੱਚ ਕੰਸਟਰਕਟਿਵ ਆਲੋਚਕ ਹੋਣਾ ਚਾਹੀਦਾ। ਬਿਲਕੁਲ, ਇਹ ਨਹੀਂ ਜਿਹੜਾ ਡਿਸਟਰਕਟਿਵ ਆਲੋਚਕ ਆ ਨਾ, ਉਹ ਸਗੋਂ ਉਹ ਆਪਦੀ ਵੀ ਜ਼ਿੰਦਗੀ 'ਚ ਖਰਾਬ ਕਰਦਾ, ਉਹ ਦੂਜੇ ਨੂੰ ਸਟ੍ਰੈਸ ਦਿੰਦਾ। ਮੈਨੂੰ ਸਟ੍ਰੈਸ ਆਉਂਦੀ ਨਹੀਂ। ਹੁਣ ਮੈਨੂੰ ਇੱਕ ਆਲੋਚਕ ਦਾ ਫੋਨ ਆਇਆ, ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ, ਤੇ ਪਰ ਉਹ ਆਪ ਇਸ ਗੱਲ ਦੇ ਗਵਾਹ ਹੋਣਗੇ। ਉਹਨਾਂ ਨੇ ਮੈਨੂੰ ਫੋਨ ਕਰਕੇ, ਮੈਂ ਪਹਿਲਾਂ ਫੋਨ ਨਹੀਂ ਚੱਕਿਆ ਗਿਆ, ਇੱਕ ਵਾਰ ਕੀਤਾ, ਦੂਜੀ ਵਾਰ ਕੀਤਾ ਉਹਨਾਂ ਨੇ, ਮੈਂ ਉਹ ਚੱਕ ਲਿਆ ਟੈਲੀਫੋਨ ਉਹਨਾਂ ਦਾ, ਕਿਉਂਕਿ ਬਹੁਤ ਸਾਰੇ ਕਾਲ ਜਾ ਰਹੇ ਸੀ ਕੰਗ੍ਰੈਚੁਲੇਟਰੀ ਮੈਸੇਜ ਦੇ। ਤੇ ਮੈਨੂੰ ਕਹਿੰਦੇ ਵੀ ਦੇਖੋ ਸੁਖ ਧਾਲੀਵਾਲ, ਵਧਾਈ ਤੁਹਾਨੂੰ ਹੋਵੇ ਬਹੁਤ ਬਹੁਤ। ਤੇ ਇੱਕ ਚੀਜ਼ ਕਹਿੰਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਤੁਸੀਂ ਬੜਾ ਸਾਨੂੰ ਟੋਲਰੇਟ ਕੀਤਾ, ਅਸੀਂ ਤੁਹਾਡੀ ਆਲੋਚਨਾ ਦੱਬ ਕੇ ਕੀਤੀ, ਜੋ ਕਹਿ ਸਕਦੇ ਸੀ ਮੇਰਾ ਪੂਰਾ ਜ਼ੋਰ ਲਾਇਆ, ਪਰ ਤੁਸੀਂ ਜਿਹੜਾ ਸੀਗਾ ਵੀ ਆਪਦਾ ਗੁੱਸਾ ਮਤਲਬ ਟੋਲਰੇਟ ਕੀਤਾ। ਟੋਲਰੇਟ ਦਾ ਮਤਲਬ ਇਹੀ ਹੈਗਾ ਮੈਂ ਇਕੱਲਾ ਟੋਲਰੇਟ ਹੀ, ਇਨਫੈਕਟ ਮੈਂ ਤਾਂ ਉਹਨਾਂ ਨੂੰ ਪਿਆਰ ਕਰਦਾ, ਮੈਨੂੰ ਕੋਈ ਫਰਕ ਨਹੀਂ ਹੈ, ਤਾਂ ਉਹ ਵੀ ਇਨਸਾਨ ਨੇ। ਪਰ ਜਿਹੜੀ ਕੰਸਟਰਕਟਿਵ ਕ੍ਰਿਟਿਸਿਜ਼ਮ ਆ ਨਾ, ਉਹ ਕਿਸੇ ਦਾ ਵੀ ਨਹੀਂ ਮਾੜਾ। ਜੇ ਹੁਣ ਕੋਈ ਮੈਨੂੰ ਆ ਕੇ ਦੱਸੂਗਾ ਵੀ ਸੁਖ ਆ ਤੇਰੇ ਲਈ, ਪਰ ਜੇ ਹੁਣ ਮੈਂ ਸੁਖ ਇੱਕ ਆਪਣਾ ਟਾਈਮ ਕੱਢ ਕੇ ਤਾਂ ਵੀਕਐਂਡ ਤੇ ਜਾਵੇ, ਠੀਕ ਹੈ ਨਾ, ਉਹ ਹੁਣ ਉਹਨੂੰ ਕ੍ਰਿਟੀਸਾਈਜ਼ ਕੋਈ ਕਰੇ, ਉਹ ਫਿਰ ਮੈਨੂੰ ਚੰਗਾ ਨਹੀਂ ਨਾ। ਉਹਨਾਂ ਨੂੰ ਸਗੋਂ ਇਹ ਕਹਿਣਾ ਚਾਹੀਦਾ ਉਹਨਾਂ ਨੂੰ ਵੀ ਦੇਖੋ ਵੀ ਇਹ ਨੁਮਾਇੰਦਾ ਜਿਹੜਾ ਹੈਗਾ ਵੀ ਸਾਵੇਂ ਸੈਟਰਡੇ ਸੰਡੇ ਆਪਦਾ ਟਾਈਮ, ਕੱਲ੍ਹ ਨੂੰ ਹੁਣ ਰਦੀਪ ਉਹਨਾਂ ਨੇ ਤੁਹਾਡੇ ਸ਼ੋਅ 'ਤੇ ਆਉਣਾ, ਉਹਨਾਂ ਨੂੰ ਇਹ ਕੁਐਸਚਨ ਪੁੱਛੋ। ਅੱਜ ਮੈਂ ਤੁਹਾਡੇ ਦਰਸ਼ਕਾਂ ਨੂੰ ਕਹਿੰਦਾ, ਉਹ ਤੁਹਾਨੂੰ ਦੱਸਣਗੇ ਇਸ ਗੱਲ ਨੂੰ। ਉਹ ਕਿਸੇ ਨੇ ਪੁੱਛਿਆ, ਉਹਨਾਂ ਨੇ ਕਿਸੇ ਹੋਰ ਮੇਨ ਸਟ੍ਰੀਮ ਜਿਹੜਾ ਕਮਿਊਨਿਟੀ ਦਾ MP ਸੀ ਉਹ ਤੋਂ ਪੁੱਛਿਆ, ਮੈਂ ਅੱਗੇ ਵੀ ਐਗਜ਼ਾਮਪਲ ਦਿੱਤੀ ਬਈ 23 ਜੂਨ ਨੂੰ ਪਾਰਲੀਮੈਂਟ ਉੱਠ ਖੜ੍ਹਦੀ ਆ,
ਤੇ ਸਤੰਬਰ 'ਚ ਵਾਪਸ ਜਾਂਦੀ। ਉਹ ਹੁੰਦੀਆਂ ਨੇ ਛੁੱਟੀਆਂ ਤਾਂ ਕਿ ਬੱਚਿਆਂ ਦੇ ਸਕੂਲ ਵੀ ਖਤਮ ਹੋ ਗਿਆ, ਅਸੀਂ ਜਿਹੜਾ ਸਮਾਂ ਉਹ ਆਪਦੇ ਬੱਚਿਆਂ ਨਾਲ ਵੀ ਲਾਈਏ, ਆਪਦੇ ਪਰਿਵਾਰ 'ਚ ਆਪਦੀ ਸਿਹਤ ਵੀ ਮੌਜ ਮੇਲਾ ਵੀ ਕਰਕੇ ਆਈ, ਕਿਤੇ ਟਰੈਵਲ ਵੀ ਕਰੀਏ। ਸਾਨੂੰ ਤਾਂ ਟਰੈਵਲ ਮੈਂ ਕਿਹਾ, ਉਹ ਕਹਿੰਦਾ ਮੈਂ 2 ਫੰਕਸ਼ਨ ਅਟੈਂਡ ਕਰਦਾ, ਇੱਕ ਕੈਨੇਡਾ ਡੇ ਜੁਲਾਈ 1 ਨੂੰ, ਇੱਕ ਨਰੂਜ਼ ਹੁੰਦਾ ਨਵਾਂ ਸਾਲ ਇਰਾਨੀਆਂ ਦਾ। ਉਦੋਂ ਬਿਨਾਂ ਕਹਿੰਦਾ ਮੈਂ ਤਾਂ ਕੋਈ ਫੰਕਸ਼ਨ ਨਹੀਂ ਕਰਦਾ। ਤੇ ਸਾਡੇ ਤਾਂ ਮੈਂ ਕਿਹਾ ਦਿਹਾੜੀ 'ਚ ਹੁੰਦੇ ਨੇ 10-10। ਬਿਲਕੁਲ ਠੀਕ ਹੈ ਨਾ। ਹੁਣ ਜੇ ਮੇਰੇ ਲੋਚਕਾਂ ਨੂੰ ਉਹਦੇ ਨਾਲ ਗੱਲ ਕਰਾਈਏ, ਉਹ 2 ਫੰਕਸ਼ਨ ਤੇ ਉਹ ਤਾਂ ਆਰਾਮ ਨਾਲ ਛੁੱਟੀ। ਅਸੀਂ ਜਿਹੜੇ ਆ ਸਾਡੀ ਕਮਿਊਨਿਟੀ, ਇਹ ਜਿਹੜੀ ਚੀਜ਼ ਆ ਇਹ ਕਈ ਵਾਰ ਮੈਨੂੰ ਦੁੱਖ ਲੱਗਦਾ ਹੁੰਦਾ ਵੀ ਇਹ ਲੋਚਕਾਂ ਨੂੰ ਹਜੇ ਤਾਈਂ ਸਮਝ ਨਹੀਂ ਲੱਗਦੀ, ਪਰ ਹੁਣ ਸ਼ਾਇਦ ਸਮਝ ਲੱਗਦੀ, ਕਿਉਂਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਵੀ ਇਹਦਾ ਮਤਲਬ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਕਰਦਾ। ਸੋ ਕੰਸਟਰਕਟਿਵ ਕ੍ਰਿਟਿਸਿਜ਼ਮ ਨੂੰ ਮੈਂ ਕਦੇ ਨਾ ਨਹੀਂ ਕਰਦਾ, ਪਰ ਜਿੱਥੇ ਲੱਗਦਾ ਕਿ ਉਹ ਇਸ ਚੀਜ਼ ਤੇ ਨਹੀਂ ਠੀਕ ਹੈ, ਪਰ ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦਾ, ਪਰ ਮੈਂ ਇਹ ਕਹਿਣਾ ਵੀ ਮੈਂ ਆਪ ਦੱਸਦਾ ਵੀ ਨਹੀਂ ਵੀ ਭਾਈ ਇਹ ਠੀਕ ਹੈ, ਮੈਂ ਤੁਹਾਡੀ ਗੱਲ ਸੁਣ ਲਈ, ਪਰ ਮੈਂ ਇਹਨੂੰ ਜੇ ਤੁਸੀਂ ਕਹੋ ਵੀ ਮੈਂ ਬੰਦ ਕਰਦਾ ਜਾਣਾ, ਕਿਸੇ ਦੇ ਜਾਵਾਂ ਨਾ ਆਵਾਂ ਨਾ, ਇਹ ਮੈਂ ਨਹੀਂ ਕਰਨਾ। ਬਿਲਕੁਲ। ਸੋ ਇੱਥੇ ਸਿੰਘ ਜੱਗੀ ਜਿਹੜੇ ਨੇ ਉਹਨਾਂ ਨੇ ਕੰਗ੍ਰੈਚੁਲੇਸ਼ਨਸ ਕਹੀ ਹੈ ਫਰੋਮ ਕੈਲੀਫੋਰਨੀਆ। ਥੈਂਕ ਯੂ, ਸੋ ਨਾਈਸ। ਹੋਰ ਬਾਕੀ ਸਾਰੇ ਦੇ ਮੈਂ ਨਾਮ ਤੁਹਾਨੂੰ ਲੈ ਚੁੱਕੀ ਹੋਈ ਹਾਂ। ਅਖੀਰ ਦੇ ਵਿੱਚ ਸੁਖ ਧਾਲੀਵਾਲ ਜੀ, ਹੁਣ ਆਪਾਂ ਨੂੰ ਵਾਈਂਡ ਅਪ, ਵੈਸੇ ਤਾਂ ਦਿਲ ਨਹੀਂ ਕਰ ਰਿਹਾ, ਬਹੁਤ ਸਾਰੀਆਂ ਗੱਲਾਂ ਆਪਣੀਆਂ ਹਜੇ ਪੈਂਡਿੰਗ ਨੇ ਹੈਗੀਆਂ, ਪਰ ਸ਼ਾਇਦ ਅਗਲੇ ਹਫਤੇ ਫਿਰ ਤੁਸੀਂ ਸਟੂਡੀਓ 'ਚ ਆਓਗੇ, ਉਦੋਂ ਆਪਾਂ ਉਹ ਗੱਲਾਂ ਕਰਾਂਗੇ। ਸੋ ਹੁਣ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਬਸ ਇੱਕੋ ਗੱਲ ਕਹਿਣੀ ਹੈ ਵੀ ਦੇਖੋ, ਜਿਹੜੀ ਡੈਮੋਕ੍ਰੈਟਿਕ ਪ੍ਰੋਸੈਸ ਸੀਗੀ ਕੈਨੇਡਾ ਦੇ ਵਿੱਚ ਥਾਂ ਦੇ ਉੱਤੇ, ਕਿਉਂਕਿ ਮੈਂ ਤੁਹਾਡਾ ਦੇਖਿਆ, ਮੈਂ ਤੁਹਾਨੂੰ ਦੱਸਿਆ ਤੁਹਾਡੇ ਅਲਬਰਟਾ 'ਚ ਬੜੇ ਮੈਨੂੰ ਟੈਲੀਫੋਨ ਆਉਂਦੇ ਹੁੰਦੇ ਵੀ ਉੱਥੇ ਵੀ ਤੁਹਾਡਾ ਸ਼ੋਅ ਜਿਹੜਾ ਇਹ ਚੈਨਲ ਪੰਜਾਬੀ ਨੂੰ ਬੜਾ ਸੁਣਦੇ ਹੈਗੇ ਧਿਆਨ ਨਾਲ। ਮੈਂ ਜਿੱਥੇ ਵੀ ਤੁਹਾਡੇ ਦਰਸ਼ਕ ਬੈਠੇ ਹੈਗੇ ਨੇ, ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਸਾਰੇ ਵੋਟਰਸ ਦਾ, ਕੈਨੇਡੀਅਨ ਦੇ ਜਿਨ੍ਹਾਂ ਨੇ ਇਸ ਪਾਰਟਿਸਿਪੇਟ ਕੀਤਾ, ਔਰ ਉਸ ਤੋਂ ਬਾਅਦ ਵਲੰਟੀਅਰ ਦਾ, ਕਿਉਂਕਿ ਮਿਸਟਰ ਬਰਾੜ ਪਹਿਲਾਂ ਦੱਸ ਕੇ ਗਏ ਆ ਵੀ ਜਿਹੜੇ ਵਲੰਟੀਅਰ ਨੇ, ਦੇਖੋ ਨਾ ਵੀ ਉਹ ਇੱਕ ਅੱਡੇ ਤਰ੍ਹਾਂ ਦਾ ਰੋਲ ਅਦਾ ਕਰਦੇ। ਔਰ ਜੇ ਇਕੱਲਾ ਸਰੀ ਨਿਊਟਨ ਤਾਂ ਚਲੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀ ਥਾਂ ਦੇ ਉੱਤੇ ਜਿਹੜਾ ਕੈਨੇਡਾ ਦੇ ਲੈਵਲ ਦੇ ਉੱਤੇ ਜਿਹੜੇ ਵਲੰਟੀਅਰਸ ਨੇ ਇਨੋਰਮਸ ਅਮਾਊਂਟ ਆਫ ਆਵਰ ਜਿਹੜੇ ਆ ਉਹ ਪਾਏ ਇਸ ਗੱਲ ਦੇ ਵਿੱਚ, ਡੈਮੋਕ੍ਰੈਟਿਕ ਪ੍ਰੋਸੈਸ ਨੂੰ ਜਿਹੜਾ ਵਾ ਵਧੀਆ ਬਣਾਉਣ ਵਾਸਤੇ। ਉਹਦਾ ਦਾ ਵੀ ਤਹਿ ਦਿਲੋਂ ਧੰਨਵਾਦ। ਵੋਟਰਸ ਦਾ ਤਾਂ ਕੀਤਾ ਹੀ ਆ, ਤੇ ਫਿਰ ਉਹਦੇ ਜਿਹੜੇ ਸਪੋਰਟਰ ਵੀ ਸੀ, ਉਹ ਵੀ ਹਰੇਕ ਕੈਂਡੀਡੇਟ ਦੇ ਸਪੋਰਟਰ ਜਿਹੜੇ ਆ ਉਹਨਾਂ ਦਾ ਵੀ ਬੜਾ ਵੱਡਾ ਰੋਲ। ਐਂਡ ਲਾਸਟਲੀ ਜਿਹੜਾ ਹੈਗਾ, ਉਹ ਕੈਂਡੀਡੇਟ ਜਿਹੜੇ ਇਸ ਚੀਜ਼ 'ਚ ਸਫਲ ਨਹੀਂ ਹੋ ਪਾਏ, ਪਰ ਐਟ ਦੀ ਸੇਮ ਟਾਈਮ ਉਹਨਾਂ ਦਾ ਵੀ ਧੰਨਵਾਦ ਕਿ ਉਹਨਾਂ ਨੇ ਜਿਹੜਾ 35-36 ਦਿਨ ਜਿਹੜਾ ਸੀਗਾ ਉਹ ਕੈਂਪੇਨ ਕੀਤਾ, ਲੋਕਾਂ ਤਾਈਂ ਪਹੁੰਚ ਕੀਤੀ, ਉਹਨਾਂ ਨੇ ਆਪਣਾ ਵਿਊ ਪੁਆਇੰਟ ਜਿਹੜਾ ਸੀਗਾ ਉਹ ਲੋਕਾਂ ਮੂਹਰੇ ਰੱਖਿਆ। ਸੋ ਹਰ ਜਿਹੜਾ ਇਨਸਾਨ ਹੈਗਾ ਉਹਨੇ ਜਿਹਨੇ ਹਿੱਸਾ ਲਿਆ ਇਸ ਦੇ ਵਿੱਚ, ਔਰ ਮੀਡੀਆ ਦਾ ਦੇਖੋ, ਮੀਡੀਆ ਵੀ ਇੱਕ ਬੜਾ ਇਸ ਵੇਲੇ ਬੜਾ ਜ਼ਰੂਰੀ ਸੀ, ਕਿਉਂਕਿ ਕੋਵਿਡ ਕਰਕੇ ਜਿਹੜਾ ਸੀ ਕਈ ਥਾਵਾਂ ਦੇ ਉੱਤੇ ਜਿਹੜਾ ਲੀਡਰ ਆ ਉਹ ਵੱਡੀਆਂ ਰੈਲੀਆਂ ਨਹੀਂ ਸੀ ਕਰ ਪਾ ਰਹੇ, ਉਹਦੇ ਵਿੱਚ ਮੀਡੀਆ ਨੇ ਵੀ ਜਿਹੜਾ ਸੀ ਆਪਣਾ ਰੋਲ ਅਦਾ ਕੀਤਾ। ਮੈਂ ਸਾਰੇ ਮੀਡੀਆ ਦਾ, ਔਰ ਖਾਸ ਕਰਕੇ ਤੁਹਾਡਾ ਸ਼ਹਿਰੀ ਔਰ ਚੈਨਲ ਪੰਜਾਬੀ ਦਾ, ਔਰ ਸਮੂਹ ਸਾਡੀ ਟੀਮ ਦਾ ਵੀ ਤਹਿ ਦਿਲੋਂ ਧੰਨਵਾਦ। ਫਿਰ ਇੱਕ ਵਾਰ ਮੇਰੇ ਵੱਲੋਂ ਆਪਣੇ ਵੋਟਰਸ ਦਾ, ਸਰੀ ਨਿਊਟਨ ਦੇ ਦਾ, ਸਪੋਰਟਰਸ ਦਾ, ਮੇਰਿਆਂ ਦਾ, ਵਲੰਟੀਅਰਸ ਦਾ ਜਿਹੜਾ ਹੈਗਾ ਤਹਿ ਦਿਲੋਂ ਧੰਨਵਾਦ। ਔਰ ਦੂਸਰੇ ਕੈਂਡੀਡੇਟ ਜਿਨ੍ਹਾਂ ਨੇ ਜਿਹੜਾ ਸੀ ਉਹ ਇਸ ਦੇ ਵਿੱਚ ਸਰੀ ਨਿਊਟਨ 'ਚ ਪਾਰਟਿਸਿਪੇਟ ਕੀਤਾ, ਮੈਂ ਉਹਨਾਂ ਨੂੰ ਵੀ ਪਬਲਿਕਲੀ ਵਧਾਈ ਦਿੰਦਾ। ਤੇ ਇੱਥੇ ਹੀ ਜਿਹੜਾ ਹੈਗਾ ਤੁਹਾਨੂੰ ਤੁਹਾਡਾ ਧੰਨਵਾਦ ਕਰਦਾ, ਮੈਂ ਵਾਅਦਾ ਕਰਦਾ ਫਿਰ ਇੱਕ ਵਾਰ ਪਬਲਿਕਲੀ ਦਰਸ਼ਕਾਂ ਦੇ ਨਾਲ ਵੀ ਸਾਡਾ ਦਫ਼ਤਰ ਤੁਹਾਡੇ ਲਈ ਖੁੱਲ੍ਹਾ ਰਹੂ। ਤੁਸੀਂ ਇੱਕ ਸੱਚ ਚੀਜ਼ ਪੁੱਛੀ ਸੀ, ਮੈਂ ਦੱਸਣੀ ਭੁੱਲ ਗਿਆ ਵੀ ਪ੍ਰੋਸੈਸ ਜਿਹੜੀ ਸਹੁੰ ਚੱਕਣ ਦੀ ਕੀ ਹੈ, ਉਹਦੇ ਵਿੱਚ ਇਹ ਹੈ ਕਿ ਵੋਟਾਂ ਦੀ ਗਿਣਤੀ ਹੁਣ ਹੋ ਚੁੱਕੀ ਹੈ, ਠੀਕ ਹੈ ਨਾ। ਉਹਦੇ ਵਿੱਚ ਜਿਹੜਾ ਲੋਕਲ ਪ੍ਰੈਜ਼ਾਈਡਿੰਗ ਆਫੀਸਰ ਹੈਗਾ ਰਾਈਡਿੰਗ ਦਾ, ਕੰਸਟੀਟੂਐਂਸੀ ਦਾ, ਉਹ ਚਿੱਠੀ ਭੇਜਦਾ ਵਾ ਚੀਫ ਇਲੈਕਟੋਰਲ ਆਫੀਸਰ ਨੂੰ। ਚੀਫ ਇਲੈਕਟੋਰਲ ਆਫੀਸਰ ਜਿਹੜਾ ਹੈਗਾ ਉਹ ਸਰਟੀਫਾਈ ਕਰਦਾ ਰਿਜ਼ਲਟ, ਫਿਰ ਗੱਜਟ ਹੁੰਦੇ ਨੇ। ਇਸ ਚੀਜ਼ ਨੂੰ ਤਕਰੀਬਨ 15 ਕੁ ਦਿਨ ਲੱਗ ਜਾਂਦੇ ਨੇ, 10 ਤੋਂ 15 ਦਿਨ ਦੇ ਵਿੱਚ ਸਾਰੇ ਕੈਂਡੀਡੇਟ ਜਿਹੜੇ ਆ ਉਹ ਸਰਟੀਫਾਈ ਹੋ ਜਾਂਦੇ। ਜਿਉਂ ਕੈਂਡੀਡੇਟ ਸਰਟੀਫਾਈ ਹੋ ਜਾਂਦੇ ਆ, ਉਸੇ ਤਰੀਕੇ ਨਾਲ ਜਾ ਕੇ ਉਹ ਆਪਦੀ ਸਹੁੰ ਜਿਹੜੀ ਆ ਉਹ ਚੱਕੀ ਜਾਂਦੀ। ਸਹੁੰ ਚੱਕਣ ਸਮਾਗਮ ਜਿਹੜਾ ਹੈਗਾ ਉਹ ਪਾਰਲੀਮੈਂਟ ਦੇ ਵਿੱਚ ਹਰੇਕ ਦਾ, ਇਹ ਨਹੀਂ ਵੀ ਸਾਰੇ ਇੱਕੋ ਦਿਨ ਹੀ ਚੱਕਦੇ ਹੈਗੇ, ਉਹ ਕੱਲਾ ਜਿਹੜਾ ਹੈਗਾ ਉਹ ਸਹੁੰ ਮੈਂਬਰ ਆਪਦੀ ਚੱਕੀ ਜਾਂਦਾ। ਜਿੱਦੇ ਉਹ ਸਹੁੰ ਚੱਕ ਲੈਂਦਾ ਉਸ ਦਿਨ ਫਿਰ ਉਹ ਆਪਦੀ ਕੰਸਟੀਟੂਐਂਸੀ ਦੇ ਵਿੱਚ ਜਿਹੜਾ ਵਾ ਉਹਨਾਂ ਨੂੰ ਕੰਮ ਕਰ ਸਕਦਾ। ਉਸ ਦਿਨ ਉਹ MP ਜਿਹੜਾ ਵਾ ਉਹ ਉਦੋਂ ਤੱਕ ਉਹ MP ਇਲੈਕਟ ਆ, ਉਸ ਦਿਨ ਉਹ MP ਜਿਹੜਾ ਵੱਜਣਾ ਸ਼ੁਰੂ ਹੋ ਜਾਂਦਾ। ਔਰ ਉਸ ਤੋਂ ਬਾਅਦ ਜਿਹੜੀ ਕੈਬਨਿਟ ਆ, ਉਹ ਦੇਖੋ ਪ੍ਰਾਈਮ ਮਿਨਿਸਟਰ ਨੇ ਆਪਦੀ ਕੈਬਨਿਟ ਪਿਕ ਕਰਨੀ ਹੁੰਦੀ ਆ, ਉਹ ਕੈਬਨਿਟ ਨੂੰ ਜਿਹੜੀ ਆ ਉਹ ਇੱਕੋ ਦਿਨ ਹੀ ਸਹੁੰ ਚੁਕਾਉਂਦੇ, ਕਿਉਂਕਿ ਉਹਨਾਂ ਦੀ ਜੋ ਹੈਗੀ ਪ੍ਰੀਵੀ ਕਾਉਂਸਲ ਦੀ। ਸੋ ਥੋੜ੍ਹੇ ਦਿਨ ਲੱਗਣਗੇ ਹਰੇਕ MP ਨੂੰ ਸਰਟੀਫਾਈ ਹੋਣ ਵਾਸਤੇ। ਸੋ ਵੇਟ ਕਰੀਏ। ਬਾਕੀ ਦਫ਼ਤਰ ਉੱਥੇ ਰੱਖਣਾ ਸੀ,
ਜਿਹੜਾ ਹੈਗਾ 130 ਸਟਰੀਟ ਦੇ ਉੱਤੇ ਤੇ 76 ਐਵਨਿਊ ਤੇ ਜਿਹੜਾ ਹੈਗਾ ਗੁੱਡ ਲਾਈਫ ਜਿਮ ਆ ਜਿੱਥੇ ਬਣਿਆ ਉਹਦੇ ਸੈਕੰਡ ਫਲੋਰ ਤੇ ਹੈਗਾ 129 76 ਐਵਨਿਊ ਯੂਨਿਟ 202 ਨੰਬਰ ਵੀ ਉਹੀ ਟੈਲੀਫੋਨ ਦਾ 598 2200 604 ਦੇ ਨਾਲ ਆਫਿਸ ਦਾ ਹੈਗਾ। ਸੈੱਲ ਫੋਨ ਵੀ ਮੈਂ ਉਹੀ ਰੱਖਣਾ ਹੈਗਾ। ਅੱਜ ਮੇਰੇ ਕੋਲ ਹੁਣ ਇਸ ਵੇਲੇ ਕੋਲ ਨਹੀਂ ਘਰੇ ਰਹਿ ਗਿਆ ਮੈਨੂੰ ਲੱਗਦਾ, ਪਰ 604 626 5000 ਉਸ ਤੇ ਮੈਨੂੰ ਟੈਕਸਟ ਮੈਸੇਜ ਕਰ ਸਕਦੇ ਆ, WhatsApp ਕਰ ਸਕਦੇ ਆ। ਔਰ ਦੂਸਰਾ ਥੋੜੀ ਸੀ ਅੱਜ ਮੈਨੂੰ ਬੜਾ ਵਧੀਆ ਦੱਸਿਆ ਕਿ ਬਹੁਤ ਸਾਰੀ ਵਧਾਈਆਂ ਜਿਹੜੀਆਂ ਸੀ ਉਹ ਫੇਸਬੁੱਕ ਤੇ ਆ ਰਹੀਆਂ ਸੀ। ਜਿਹੜਾ ਮੇਰਾ ਫੇਸਬੁੱਕ ਪੇਜ ਹੈ ਸੁਖ ਧਾਲੀਵਾਲ MP, ਉਹਨੂੰ ਜਾ ਕੇ ਲਾਈਕ ਕਰੋ ਤਾਂ ਕਿ ਮੈਂ ਉਹਨਾਂ ਦੇ ਨਾਲ ਸੋਸ਼ਲ ਮੀਡੀਆ ਦੇ ਥਰੂ ਵੀ ਰਾਬਤਾ ਪੈਦਾ ਕਰ ਸਕਾਂ। ਬਿਲਕੁਲ। ਸੁਖ ਧਾਲੀਵਾਲ ਜੀ, ਥੈਂਕ ਯੂ ਸੋ ਮਚ ਸਟੂਡੀਓ ਦੇ ਵਿੱਚ ਤੁਸੀਂ ਸਮਾਂ ਕੱਢ ਕੇ ਆਏ। ਥੈਂਕ ਯੂ ਅਗੇਨ, ਧੰਨਵਾਦ ਤੁਹਾਡਾ ਔਰ ਸਾਰੇ ਤੁਹਾਡੇ ਦਰਸ਼ਕਾਂ ਦਾ ਔਰ ਸਾਰੇ ਕਾਲਰ ਦਾ ਵੀ ਜਿਨ੍ਹਾਂ ਨੇ ਅੱਜ ਇਸ ਸ਼ੋਅ ਦੇ ਵਿੱਚ ਕਾਲ ਕੀਤੀ। ਤੇ ਚੜ੍ਹਦੀ ਕਲਾ ਚ ਰਹੋ, ਤਰੱਕੀਆਂ ਮਾਣੋ। ਸੋ ਇਹੀ ਗੱਲ 'ਚ ਮੈਨੂੰ ਖੁਸ਼ੀ ਹੈਗੀ ਜੀ। ਸੋ ਸੁਖ ਧਾਲੀਵਾਲ ਜੀ ਸਾਡੇ ਨਾਲ ਜੁੜੇ ਹੋਏ ਸੀ, ਬਹੁਤ ਸਾਰੀਆਂ ਗੱਲਾਂ ਕਰ ਲਈਆਂ ਨੇ, ਬਹੁਤ ਸਾਰੀਆਂ ਹੋਰ ਵੀ ਕਰਦੇ ਰਵਾਂਗੇ ਅੱਗੇ ਵੀ। ਕੱਲ ਸ਼ੋਅ ਜ਼ਰੂਰ ਦੇਖਿਓ, ਨਾਲ ਜੁੜੇ ਰਹਿਣਾ, ਕਿਉਂਕਿ ਕੱਲ ਸਾਡੇ ਨਾਲ ਰਣਦੀਪ ਸਰਾਏ ਜੀ ਜੁੜਨ ਜਾ ਰਹੇ ਨੇ, ਜਿਹੜੇ ਕਿ ਆਪਣੀ ਰਾਈਡਿੰਗ ਤੋਂ ਵੱਡੀ ਲੀਡ ਦੇ ਨਾਲ ਜਿੱਤੇ ਨੇ। ਰਣਦੀਪ ਸਰਾਏ ਹਮੇਸ਼ਾ ਸਾਡੇ ਮੁਖਾਤਿਬ ਹੁੰਦੇ ਰਹਿੰਦੇ ਨੇ, ਉਹ ਵੀ ਬਹੁਤ ਸਾਰੀਆਂ ਗੱਲਾਂ ਉਹਨਾਂ ਨਾਲ ਵੀ ਕੱਲ ਅਸੀਂ ਸਾਂਝੀਆਂ ਕਰਾਂਗੇ। ਸੋ ਸੁਖ ਧਾਲੀਵਾਲ ਜੀ ਨੇ ਜਿਵੇਂ ਕਿਹਾ ਕਿ ਪਹਿਲਾਂ ਵੀ ਜਿਵੇਂ ਲੋਕਾਂ ਦੇ ਵਿੱਚ ਉਹ ਵਿਚਰਦੇ ਰਹੇ ਨੇ, ਚਾਹੇ ਆਲੋਚਕ ਉਹਨਾਂ ਨੂੰ ਕੁਝ ਵੀ ਕਹਿੰਦੇ ਰਹਿਣ, ਉਹ ਲੋਕਾਂ ਦੇ ਵਿੱਚ ਇਸੇ ਤਰ੍ਹਾਂ ਵਿਚਰਦੇ ਰਹਿਣਗੇ ਤੇ ਲੋਕਾਂ ਦੇ ਕੰਮ ਵੀ ਜਿਹੜੇ ਉਹ ਕਰਦੇ ਰਹਿਣਗੇ। ਆਫਿਸ ਉੱਥੇ ਹੀ ਰਹੇਗਾ। ਤੁਹਾਡੇ ਵੀ ਕੋਈ ਉਹਨਾਂ ਨਾਲ ਸੰਬੰਧਿਤ ਮੁੱਦੇ ਹੈਗੇ ਨੇ, ਕਿਸੇ ਦੀ ਫਾਈਲ ਦਾ ਕੋਈ ਕੰਮ ਹੈ, ਸੋ ਤੁਸੀਂ ਦਫ਼ਤਰ ਦੇ ਵਿੱਚ ਜਾ ਕੇ ਕਰਵਾ ਸਕਦੇ ਹੋ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਵਾਅਦੇ ਇਲੈਕਸ਼ਨਸ ਦੌਰਾਨ ਲੋਕਾਂ ਦੇ ਨਾਲ ਕੀਤੇ ਗਏ ਨੇ ਉਹ ਪੂਰਾ ਜ਼ਰੂਰ ਕਰਾਉਣ ਦੇ ਵਿੱਚ ਮਦਦ ਕਰਨਗੇ। ਫਿਲਹਾਲ ਦੇ ਲਈ ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।